ਸਰਦਾਰ ਇਕਬਾਲ ਸਿੰਘ ਹੋਣਾ ਦੇ ਇਨਵੀਟੇਸ਼ਨ ਤੇ ਤੁਸੀਂ ਸਾਰੇ ਟਾਈਮ ਕੱਢ ਕੇ ਆਏ ਹੋ। ਵਿਲ ਡੂ ਅ ਵੈਰੀ ਕੁਇਕ ਵਿਜ਼ਿਟ ਇਨ ਦਾ ਫੋਰੈਸਟ। ਇੱਥੇ 1400 ਤੋਂ ਵੱਧ ਜਿਹੜੇ ਪੰਜਾਬ ਦੇ ਨੇਟਿਵ ਸਪੀਸ਼ੀਜ਼ ਦੇ ਰੁੱਖ ਲਗਾਏ ਗਏ ਨੇ ਤੇ ਬਹੁਤੇ ਰੁੱਖ ਜਿਹੜੇ ਇਸ ਵੇਲੇ ਪੰਜਾਬ 'ਚੋਂ ਅਲੋਪ ਹੋ ਚੁੱਕੇ ਨੇ। ਤੁਹਾਨੂੰ ਬਹੁਤੀਆਂ ਜਿਹੜੀਆਂ ਇੱਥੇ ਪ੍ਰਜਾਤੀਆਂ ਦੇਖਣ ਨੂੰ ਮਿਲਣਗੀਆਂ, ਯੂ ਵਿਲ ਨਾਟ ਫਾਈਂਡ ਇਟ ਐਨੀਵੇਅਰ ਐਲਸ। ਤੇ ਇਹ ਜਿਹੜੇ ਰੁੱਖਾਂ ਦੇ ਨਾਮ ਨੇ, ਤੁਸੀਂ ਦੇਖਿਆ ਹੋਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਕਈ ਰੁੱਖਾਂ ਦੇ ਨਾਮ ਹੈਗੇ ਨੇ, ਪਰ ਤੁਹਾਨੂੰ ਅੱਜ ਕੱਲ੍ਹ ਕਿਤੇ ਦੇਖਣ ਨੂੰ ਨਹੀਂ ਮਿਲਣਗੇ। ਫੋਰ ਐਗਜ਼ਾਮਪਲ ਸਿੰਮਲ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਸਾ ਕੀ ਵਾਰ ਦੇ ਵਿੱਚ ਬਹੁਤ ਅੱਛਾ ਉਪਦੇਸ਼ ਦਿੱਤਾ ਇਸ ਰੁੱਖ ਰਾਹੀਂ। ਦੇਸੀ ਅੰਬ, ਪਿੱਪਲ, ਫਰਮਾ, ਮੋਤੀਆ, ਬੋਹੜ, ਢੱਕ, ਫਲਾਹੀ, ਅੱਕ, ਜੰਡ, ਅਜੀ ਦੇਸੀ ਕਿੱਕਰ ਅੱਜ ਕੱਲ੍ਹ ਤੁਹਾਨੂੰ ਕਿਤੇ ਨਹੀਂ ਮਿਲੇਗੀ। ਮਹੂਆ, ਹਾਰ ਸ਼ਿੰਗਾਰ, ਮਹਿੰਦੀ, ਨਿੰਮ। ਤੇ ਇਸੇ ਤਰ੍ਹਾਂ ਜਿਹੜੇ ਮੈਡੀਸਨਲ ਸਪੀਸ਼ੀਜ਼ ਦੇ ਪਲਾਂਟਸ ਨੇ ਤੇ ਕੁਝ ਜਿਹੜੇ ਫਲਾਵਰ ਓਵਰ 40 ਸਪੀਸ਼ੀਜ਼ ਜਿਹੜੀਆਂ ਅਸੀਂ ਇਸ ਜੰਗਲ 'ਚ ਲਗਾਈਆਂ ਨੇ। ਤੇ ਜਿਹੜੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਡੇ ਕੋਲ ਹੁਣ ਪੰਜਾਬ ਤੇ ਉੱਤਰੀ ਭਾਰਤ ਦੀਆਂ ਜਿੰਨੇ ਸਪੀਸ਼ੀਜ਼ ਦੇ ਸਭ ਤੋਂ ਵੱਧ ਜਿਹੜੇ ਸੀਡਸ, ਜਿਹੜਾ ਪੰਜਾਬ ਦਾ ਲਾਰਜੈਸਟ ਫੋਰੈਸਟ ਲੱਗਿਆ ਇੱਥੇ ਰਾਜਪੁਰੇ 11,000 ਰੁੱਖਾਂ ਦਾ, ਅਸੀਂ ਕੱਲ੍ਹ ਵਿਜ਼ਿਟ ਕੀਤਾ ਸੀ। ਉੱਥੇ ਕਈ ਇਹੋ ਜਿਹੇ ਰੁੱਖ ਲਾਏ ਗਏ ਨੇ ਜਿਹੜੇ ਕਿਤੇ ਵੀ ਪੰਜਾਬ ਦੇ ਹੋਰ ਥਾਂ 'ਤੇ ਕਿਤੇ ਨਹੀਂ ਹੈਗੇ। ਸੋ ਉਹਨਾਂ ਨੂੰ ਅਸੀਂ ਇੰਟਰੋਡਿਊਸ ਕਰਾਂਗੇ। ਮੈਂ ਪਵਨੀਤ ਸਿੰਘ, ਡਿਡ ਆਈ ਮਿਸ ਐਨੀਥਿੰਗ? ਤੇ ਜਿਹੜੀ ਇਸ ਫੋਰੈਸਟ ਦੀ ਜਿਹੜੀ ਇੱਕ ਖਾਸੀਅਤ ਇਹ ਹੈ ਕਿ ਸਰਦਾਰ ਇਕਬਾਲ ਸਿੰਘ ਨੇ ਆਪਣਾ ਸਾਰਾ ਅੰਦਰੋਂ ਇਹਦੇ ਵਿੱਚ ਡੋਲਿਆ ਹੋਇਆ ਪਿਆਰ, ਤੇ ਉਹ ਪ੍ਰਗਟ ਕਰਦਾ ਕਿ ਇਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਲਿਆ ਕੇ ਇੱਥੇ ਸਾਨੂੰ ਇੱਕ ਜਿਹੜਾ ਕਵੀ ਦੀ ਪੁਕਾਰ ਹੈ ਇੱਥੋਂ ਦੇ ਕਲਚਰ ਦੀ, ਸੱਭਿਅਤਾ ਦੀ, ਉਹ ਵੀ ਨਾਲ ਸਾਨੂੰ ਜੋੜੀ ਹੈ। ਅੱਕ ਦਾ ਬੂਟਾ ਹੈ, ਇਹ ਅੱਕ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ ਦੇ ਵਿੱਚ ਜਾਂਦੇ ਸੀਗੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ 'ਚ ਜਾਂਦੇ ਸੀਗੇ ਤੇ ਉਹ ਫੁੱਲ, ਇਸ ਅੱਕ ਦੇ ਫੁੱਲ ਖਾ ਕੇ ਆਪਣੇ ਸਰੀਰ ਨੂੰ ਤਰੋ ਤਾਜ਼ਾ ਰੱਖਦੇ ਸੀਗੇ। ਇਟਸ ਵੈਰੀ ਨਿਊਟ੍ਰੀਸ਼ੀਅਸ, ਵੈਰੀ ਮੈਡੀਸਨਲ ਆਲਸੋ। ਤੇ ਇਹ ਆਮ ਵਾਈਲਡ 'ਚ ਹੁੰਦਾ, ਪਰ ਪੰਜਾਬ ਦੇ ਵਿੱਚ ਹੁਣ ਕਾਫੀ ਇਹਨੂੰ ਬਹੁਤਾ ਰਿਸਪੈਕਟ ਨਹੀਂ ਮਿਲਦੀ। ਤੇ ਇਸ ਨੂੰ ਅਚਾਰ ਵੀ ਪੈਂਦਾ, ਤੁਸੀਂ ਦੇਖਿਆ ਸਾਰਾ। ਤੇ ਆਹ ਸ਼ੀਸ਼ਮ ਹੈ ਜੀ, ਇਹ ਵੀ ਪੰਜਾਬ ਦਾ ਜਿਹੜਾ ਨੇਟਿਵ ਟਰੀ ਹੈ ਜੀ, ਤੇ ਬਹੁਤਾ ਤੁਹਾਨੂੰ ਕਿਤੇ ਨਹੀਂ ਦਿਖੇਗਾ। ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਵਿੰਟਰ ਲੰਘ ਕੇ ਗਿਆ ਤੇ ਹੌਲੀ ਹੌਲੀ ਇਹਦੇ ਪੱਤੇ ਹੁਣ ਦੁਬਾਰਾ ਵਾਪਸ ਆਉਣਗੇ। ਅਜੇ ਸਾਰੀ ਪਤਝੜ ਹੈ ਤੇ ਪਤਝੜ ਦੀ ਹਾਲਤ ਹੈ। ਹਾਂਜੀ। ਤੇ ਇੱਧਰ ਕਰੌਂਦਾ ਲੱਗਿਆ ਹੋਇਆ ਜੀ, ਲੈਫਟ ਦੇ ਉੱਤੇ ਤੁਸੀਂ ਦੇਖੋਗੇ। ਹਾਂਜੀ। ਤੇ ਤੁਸੀਂ ਦੇਖੋਗੇ ਵੀ ਇਹਦੀਆਂ ਚਾਰ ਲੇਅਰਸ ਹੁੰਦੀਆਂ ਨੇ ਇਸ ਜੰਗਲ ਦੀਆਂ। ਇੱਕ ਹੁੰਦਾ ਹੈ ਕੈਨਪੀ ਲੈਵਲ, ਜਿਹੜਾ ਕਿ ਉੱਪਰ ਤੁਸੀਂ ਦੇਖਦੇ ਹੋ, ਉੱਪਰ ਜਿਹੜੇ ਜਾ ਰਹੇ ਨੇ, ਤੇ ਇੱਕ ਟਰੀ ਲੈਵਲ, ਇੱਕ ਸਬ ਟਰੀ, ਤੇ ਫਿਰ ਇੱਕ ਸ਼ਰਬ ਲੈਵਲ। ਇਹ ਚਾਰੇ ਸਾਰੀ ਜਗ੍ਹਾ ਨੂੰ ਭਰ ਦਿੰਦੇ ਨੇ ਤਾਂ ਕਿ ਇਹਦੇ ਵਿੱਚੋਂ ਕੋਈ ਬੰਦਾ ਲੰਘ ਕੇ ਅੰਦਰ ਨਹੀਂ ਜਾ ਸਕਦਾ। ਇਹ ਇੱਥੇ ਫਰਮਾ ਇਹਦਾ ਨਾਂ ਹੈ। ਤੇ ਇਹ ਜਿਹੜਾ ਰੁੱਖ ਹੈ ਇਹ ਬਹੁਤ ਹੀ ਧਰਤੀ ਲਈ ਫਾਇਦੇਮੰਦ ਹੈ ਤੇ ਇਸ ਨੂੰ ਬਹੁਤ ਅੱਛਾ ਇਹ ਬਣਾਉਂਦਾ ਹੈ ਧਰਤੀ ਦੇ ਸੋਇਲ ਨੂੰ। ਤੇ ਜਿਹੜਾ ਸਭ ਤੋਂ ਵੱਡੀ ਗੱਲ ਸਾਨੂੰ ਕੱਲ੍ਹ ਪਤਾ ਲੱਗੀ ਕਿ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਤੰਦੂਰ ਬਣਦੇ ਸੀਗੇ, ਤੰਦੂਰ ਦਾ ਜਿਹੜਾ ਇੰਟਰਨਲ ਪੋਰਸ਼ਨ ਸੀ ਜਿੱਥੇ ਰੋਟੀ ਲਗਾ ਕੇ ਪਕਾਇਆ ਜਾਂਦਾ ਸੀ, ਉਸ ਥਾਂ ਦੇ ਉੱਤੇ ਖਾਸ ਇਹਨੂੰ ਵਰਤਿਆ ਜਾਂਦਾ ਸੀਗਾ ਕਿਉਂਕਿ ਇਹ ਉਸ ਮਿੱਟੀ ਨੂੰ ਚੰਗਾ ਬਣਾਉਂਦਾ ਸੀਗਾ। ਸੋ ਇਹਦੇ ਕਈ ਹੋਰ ਯੂਸੇਜ ਨੇ ਜਿਹੜੇ ਕਿ ਹੁਣ ਸਾਡੇ ਖਤਮ ਹੋ ਗਏ ਨੇ। ਤੇ ਇਹ ਤਕਰੀਬਨ ਪੰਜਾਬ ਦੇ 4-5 ਜੰਗਲਾਂ ਦੇ ਵਿੱਚ ਹੀ ਅਸੀਂ ਲਗਾਇਆ ਤੇ ਇਹ ਇੱਕ ਜੰਗਲ ਇਹ ਹੈ ਜਿੱਥੇ ਇਹ ਲੱਗਿਆ। ਦੇਸੀ ਕਿੱਕਰ ਵੀ ਲਾਇਆ। ਹਾਂਜੀ, ਦੇਸੀ ਕਿੱਕਰ ਰਹਿ ਰਿਹਾ ਜੀ। ਇਹਦੇ ਤੁੱਕਿਆਂ ਦਾ ਅਚਾਰ ਵੀ ਪੈਂਦਾ ਤੇ ਦਾਤਣ ਵੀ ਹੈ, ਗੁਰਦੁਆਰਾ ਵੀ ਹੈ ਇੱਕ ਕਿੱਕਰ ਸਾਹਿਬ। ਹਾਂਜੀ। ਤੇ ਜਿਹੜੀ ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਕਿੱਕਰ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਬਹੁਤ ਹੀ ਵਿਲਾਇਤੀ ਕਿੱਕਰ ਹੈ। ਇਹ ਵਿਲਾਇਤੀ ਕਿੱਕਰ ਦਾ ਜਿਹੜਾ ਭਿਆਨਕ ਉਹਦਾ ਰੂਪ, ਉਹਦਾ ਰੋਲ ਇਹ ਹੈ ਕਿ ਉਹ ਬਾਕੀ ਸਾਰੇ ਜਿਹੜੇ ਨੇਟਿਵ ਸਪੀਸ਼ੀਜ਼ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਹੈ। ਅਸੀਂ ਸਾਰੇ ਖੁਸ਼ ਹੁੰਦੇ ਹਾਂ ਕਿ ਜੀ ਸਾਡੇ ਕਿੱਕਰ ਲੱਗ ਗਈ, ਪਰ ਉਹ ਕਿੱਕਰ ਜਿਹੜੀ ਹੈ ਉਹ ਤਾਂ ਮਾਰੂ ਕਿੱਕਰ ਹੈ। ਅਸਲੀ ਕਿੱਕਰ ਦੇਸੀ ਕਿੱਕਰ ਹੈ ਜਿਹੜੀ ਕਿ ਇੱਥੇ ਲੱਗੀ ਹੋਈ ਹੈ। ਆਹ ਦਿਖਾ ਦਿਓ ਜੀ, ਸੂਲਾਂ ਵਾਲੀ ਵੱਡੀ ਆ ਜਿਹੜੇ ਕੰਡੇ ਲੱਗੇ ਨੇ, ਪਰ ਇਹਦੀ ਦਾਤਣ ਜਿਹੜੀ ਆਪਾਂ ਪੁਰਾਣੇ ਜ਼ਮਾਨੇ 'ਚ ਕਰਦੇ ਰਹੇ ਹਾਂ। ਤੇ ਇੱਧਰ ਹੈ ਜੀ ਇਹ ਮਹੂਆ। ਮਹੂਆ ਦੇ ਕੀ ਗੁਣ ਨੇ ਜੀ?
ਮੋਹ ਇੱਕ ਤਾਂ ਸੋਹਣਾ ਬਹੁਤ ਹੈ, ਮੈਡੀਸਿਨਲ ਪ੍ਰੋਪਰਟੀ ਵੀ ਹੈ ਤੇ ਰੰਗ ਪੱਤਿਆਂ ਦੇ ਰੰਗ ਦੇ ਗੋਲਡਨ ਕਹਿੰਦੇ ਲਾਲ ਦੇ ਹੁੰਦੇ ਨੇ, ਬੜਾ ਸੋਹਣਾ ਦਿਖਦਾ। ਇੱਕ ਮੋਹ ਤੋਂ ਨਸ਼ਾ ਵੀ ਨਿਕਲਦਾ। ਮੋਹ ਚ ਨਸ਼ਾ ਵੀ ਦਾਰੂ ਵਾਲੀ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਹਾਂਜੀ। ਤੇ ਇਹ ਦੇਖੋ ਤੁਸੀਂ ਦੇਖੋ ਇਹ ਕਦਮ ਦੇ ਪੱਤੇ ਦੇਖੋ ਕਿੱਡੇ ਵੱਡੇ ਵੱਡੇ, ਤੇ ਕਿੰਨੀ ਕੁ ਇਹ ਆਕਸੀਜਨ ਦਿੰਦਾ ਹੋਏਗਾ ਇਸ ਕਿਸਮ ਦੀ। ਚੀਜ਼ ਲਈ ਯੂਜ਼ ਵੀ ਹੁੰਦਾ ਹੈ। ਕਦਮ ਦਾ ਢੱਕ ਦਾ ਯੂਜ਼ ਹੁੰਦਾ ਸਭ ਤੋਂ ਮੇਕ ਯੂਟੈਂਸਿਲਸ। ਇਹਦੇ ਥੋੜੇ ਜਿਹੇ ਸੈਂਸਿਟਿਵ ਜਿਹੇ ਪੱਤੇ ਹੁੰਦੇ ਗਲ ਜਾਂਦੇ, ਉਹਦੇ ਰਹਿੰਦੇ ਨੇ। ਉਹ ਤੁਹਾਨੂੰ ਦਿਖਾਣੇ ਟੱਕ ਆ ਰਿਹਾ। ਆ ਰਿਹਾ ਹਾਂਜੀ, ਟੱਕ ਦਾ ਤਾਂ ਹੁੰਦੀ ਹੈ। ਹਾਂਜੀ ਹਾਂਜੀ ਢੱਕ ਜਿਹੜਾ ਹੈਗਾ ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਆਇਆ, ਖਾਸ ਕਰਕੇ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਇਹ ਕਾਫੀ ਯੂਜ਼ ਕੀਤਾ ਗਿਆ ਭਗਤ ਬਾਣੀ ਦੇ ਵਿੱਚ। ਕਦਮ ਦੇ ਇੱਕ ਹੋਰ ਇਹ ਹੈ ਕਲਚਰ ਨਾਲ ਜੁੜਿਆ ਇੰਡੀਅਨ ਪੀਪਲ ਦੇ, ਜਿੱਥੇ ਵੀ ਕ੍ਰਿਸ਼ਨ ਜੀ ਦੀ ਫੋਟੋ ਹੁੰਦੀ ਆ ਕਦਮ ਦੇ ਵੱਡੇ ਵੱਡੇ ਪੀਲੇ ਫੁੱਲ ਉਹ ਹਮੇਸ਼ਾ ਨਾਲ ਦਿਖਾਉਂਦੇ ਨੇ ਬਾਲਸ ਦੇ ਵਿੱਚ। ਬਾਕੀ ਜਿਹੜੇ ਤੁਸੀਂ ਦੇਖ ਰਹੇ ਹੋ ਰਿਪੀਟ ਨੇ, ਹਰ 1 ਸਕੁਅਰ ਮੀਟਰ ਦੇ ਉੱਤੇ 3 ਜਾਂ 4 ਬੂਟੇ ਲਗਾਏ ਜਾਂਦੇ ਨੇ ਵੱਖਰੀ ਡਿਫਰੈਂਟ ਸਪੀਸ਼ੀਜ਼ ਦੇ। ਸੋ ਤਾਂ ਤੁਸੀਂ ਦੇਖਦੇ ਹੋ ਕਿ ਡਾਇਵਰਸਿਟੀ ਰਿਪੀਟ ਵੀ ਹੁੰਦੀ ਹੈ, ਤੇ ਕਿਉਂਕਿ 40 ਪ੍ਰਜਾਤੀਆਂ ਦੇ ਰੁੱਖ ਨੇ ਤੇ ਅਸੀਂ ਲਗਾਏ ਨੇ 1400। ਸੋ ਹਰ 4 ਮਨੇ ਹਰ ਸਕੁਅਰ ਮੀਟਰ ਦੇ ਵਿੱਚ ਵੱਖਰੇ ਵੱਖਰੇ ਰੁੱਖ ਇਕੱਠੇ ਲਗਾਏ ਜਾਂਦੇ ਨੇ। ਇਹ ਸਰੀ ਆ ਜੀ, ਇਹ ਵਾਲਾ ਸਰੀ ਹੈ ਵਾਈਟ ਸਿਰਸ। ਦੱਸ ਦਿਓ ਇਹਦਾ ਯੂਜ਼ ਕੀ ਹੈ। ਸਰੀ ਦੇ ਫੁੱਲ ਬੜੇ ਸੋਹਣੇ ਹੁੰਦੇ ਨੇ ਇਹਦੇ। ਹਾਂਜੀ ਵਾਟ ਐਲਸ? ਮੈਡੀਸਿਨਲ ਪ੍ਰੋਪਰਟੀਆਂ ਤਾਂ ਸਾਰੀਆਂ ਦੀਆਂ ਨੇ, ਐਸਾ ਕੋਈ ਰੁੱਖ ਨਹੀਂ ਹੈ ਜਿਹਦੇ ਨਾ ਹੋਣ। ਓਕੇ, ਸੋ ਇਹ ਵੀ ਮੈਡੀਸਨਲ ਪ੍ਰਾਪਰਟੀ ਵਾਲਾ ਹੈ ਜੀ ਇਹ ਜਿਹੜਾ ਸ਼ਰੀ। ਤੇ ਅੱਗੇ ਚੱਲੋ ਆ ਜਾਓ ਜੀ ਇੱਧਰ। ਇਹ ਕਚਨਾਰ ਦਾ ਬੂਟਾ ਜੀ, ਇਹ ਵੀ ਫਲਾਵਰਸ ਇਹਦੇ ਵਿੱਚ ਜ਼ਿਆਦਾ ਹੁੰਦੇ ਨੇ, ਤੇ ਇਹ ਸ਼ਰੀ ਹੈ, ਇਹ ਵੀ ਫੁੱਲਾਂ ਵਾਲਾ। ਇਹ ਵੀ ਫੁੱਲਾਂ ਵਾਲਾ ਹੈ। ਸੋ ਕਈ ਫੁੱਲਾਂ ਵਾਲੇ ਨੇ, ਕਈ ਟਿੰਬਰ ਵਾਲੇ ਨੇ, ਕਈ ਫਲ ਵਾਲੇ ਨੇ, ਕਈ ਮੈਡੀਸਨਲ ਨੇ। ਇਹਦੇ ਇੰਨਾ ਇਹ ਫਰਮਾ ਅਗੇਨ ਆ ਗਿਆ। ਜਿਸ ਕਮਸ ਵਿਦ ਵਾਈਟ ਫਲਾਵਰ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਰੁੱਖ ਇਹ ਖੈਰ ਹੈ ਜੀ ਜਿੱਥੋਂ ਕੱਥਾ ਬੰਦਾ। ਹਾਂਜੀ ਚੰਡੀਗੜ੍ਹ ਚ ਬਹੁਤ ਨੂਰਪੁਰੇ ਚ ਬਹੁਤ ਹੈ। ਇਹ ਹਾਰ ਸ਼ਿੰਗਾਰ ਹੈ ਜੀ, ਇਹ ਵੀ ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ। ਪਾਰੀਜਾਤ ਕਰਕੇ ਪਾਰਜਾਤ ਕਰਕੇ ਇਹਨੂੰ ਜਾਣਿਆ ਜਾਂਦਾ ਹੈ, ਤੇ ਇਹ ਇਵਨ ਇੰਡੀਅਨ ਕਲਚਰ ਦੇ ਵਿੱਚ ਵੀ ਮਹਾਭਾਰਤ ਦੇ ਵਿੱਚ ਵੀ ਆਉਂਦਾ ਹੈ ਇਹਦਾ ਜ਼ਿਕਰ। ਤੇ ਹੋਰ ਦੇ ਸਟੈਮਸ ਦੇ ਲੀਵਸ ਦੀਆਂ ਦਵਾਈਆਂ ਬਣਦੀਆਂ, ਵੈਰੀ ਗੁੱਡ ਫॉर ਯੋਰ ਨੀਜ਼ ਐਂਡ ਬੋਨਸ। ਸਰ ਇਹ ਹਾਰ ਸ਼ਿੰਗਾਰ ਕਹਿੰਦੇ ਜਦੋਂ ਸੀਤਾ ਜੀ ਵਨ 'ਚ ਸੀਗੇ ਤੇ ਇਹਦੇ ਸ਼ਿੰਗਾਰ ਕਰਦੇ ਸੀਗੇ। ਐਂਡ ਇਟ ਹੈਜ਼ ਸਕੁਅਰ ਸਟੈਮ। ਤੁਸੀਂ ਇਹਦੀ ਸਟੈਮ ਨੂੰ ਤੋੜ ਕੇ ਦੇਖੋ ਤੇ ਤੁਹਾਨੂੰ ਇੱਕ ਚੌਰਸ ਹੈ, ਕੋਈ ਮਤਲਬ ਘੱਟ ਚੌਰਸ ਸਟੈਮ ਹੁੰਦੀਆਂ, ਇਹ ਚੌਰਸ ਹੈ। ਹਾਂ, ਬਾਕੀ ਗੋਲ ਹੁੰਦੀਆਂ। ਵਾਹ ਵਾਹ। ਸੋ ਵੈਨ ਯੂ ਕੱਟ ਦ ਸੈਕਸ਼ਨ ਇਹਦੇ ਵਿੱਚ ਸਾਡੇ ਕੋਲ ਐਨੋਮਲਸ ਸਟਰਕਚਰ ਜਾਂਦਾ ਕੋਈ ਕੀੜਾ ਕਦੇ ਕਿਤੇ ਹੋ ਗਿਆ, ਐਨੋਮਲਸ ਸਟਰਕਚਰ ਵੀ ਹੈਗਾ ਤਾਂ ਇਹਦੇ ਵਿੱਚ। ਮਤਲਬ ਇਹਦੇ ਵਿੱਚ ਕੋਰਟੀਕਲ ਬੰਡਲਸ ਹੁੰਦੇ, ਮਤਲਬ ਉਹ ਚਲੋ ਉਹ ਤਾਂ ਟੈਕਨੀਕਲ ਹੋ ਗਿਆ, ਬਟ ਇਹ ਡਿਫਰੈਂਟ ਹੈਗਾ, ਇਸ ਕਰਕੇ ਇਹਦਾ ਫਲਾਵਰਸ ਵੀ ਬਹੁਤ ਸੋਹਣੇ ਔਰ ਬਹੁਤ ਸਾਰੀ ਖੁਸ਼ਬੂ ਵਾਲੇ ਹੈਗੇ। So next part of the tour will be led by my Penji. She knows more than me. Sir, actually, I am a botanist. Oh, wonderful, wonderful. So then I should stop No, speaking. no, no, other aspect I know different. ਆਇਓ ਸੁਹਾਂਜਣਾ ਦਾ ਕਿ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਸੁਹਾਂਜਣਾ ਦਾ ਮੋਰਿੰਗਾ ਪਾਊਡਰ ਇੰਨਾ ਐਕਸਪੈਂਸਿਵ ਵਿਕਦਾ ਪਿਆ ਐਜ਼ ਏ ਮੈਡੀਸਨਲ ਸਪਲੀਮੈਂਟ। ਲੋਕੀ ਇਹਨੂੰ ਨਿਊਟ੍ਰੀਸ਼ਨ ਦੇ ਕਰਕੇ ਜਾਣਦੇ ਨੇ, ਤੇ ਆਪਣਾ ਇਹ ਪੰਜਾਬ ਦਾ ਜੱਦੀ ਪਿੰਡ ਹੈ, ਆਪਣੇ ਜੱਦੀ ਰੁੱਖ ਹੈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਇੱਥੇ ਸਾਨੂੰ ਆਪਸ 'ਚ ਮਿਲਣ ਦਾ ਮੌਕਾ ਦਿੱਤਾ। ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਨਵੇਂ ਸਾਲ 'ਤੇ ਵੀ ਇੱਥੇ ਸਾਰੇ ਇਕੱਠੇ ਹੋਏ ਸੀਗੇ, ਤੇ ਇੱਕ ਸਾਂਝ ਦੇ ਰੂਪ ਦੇ ਵਿੱਚ। ਤੇ ਮੇਰਾ ਅਲਟੀਮੇਟ ਆਬਜੈਕਟਿਵ ਇਹ ਹੁੰਦਾ ਹੈਗਾ ਕਿ ਜਿਹੜੇ ਵੀ ਸਾਡੇ ਤਤਵਦਤੇ ਸੱਜਣ ਜਿਹੜੇ ਵਰਲਡ ਦੇ ਵਿੱਚ ਜਿਨ੍ਹਾਂ ਨੇ ਮੱਲਾਂ ਮਾਰੀਆਂ ਉਹ ਵਰਲਡ ਦੇ ਵਿੱਚ ਕੁਝ ਚੰਗਾ ਕਰ ਰਹੇ ਹੈ, ਤਾਂ ਅਸੀਂ ਉਹ ਇੱਥੇ ਉਹਨਾਂ ਨੂੰ ਬੁਲਾਈਏ, ਉਹਨਾਂ ਨਾਲ ਡਿਸਕਸ਼ਨ ਕਰੀਏ। ਤੇ ਆਊਟਸਾਈਡ ਦੇ ਰਵੀ ਸਿੰਘ ਜੀ ਆਏ ਸੀਗੇ ਪਿੱਛੇ, ਤੇ ਉਹਨਾਂ ਨੂੰ ਅਸੀਂ ਘਰ ਬੁਲਾਇਆ ਸੀ, ਤੇ ਕੋਸ਼ਿਸ਼ ਕੀਤੀ ਸੀ ਵੀ ਆਪਣੇ ਜਿੰਨੇ ਵੀ ਯੰਗਸਟਰਸ ਹੈ ਉਹ ਤੋਂ ਕੁਝ ਸਿੱਖ ਸਕਣ, ਉਹਨਾਂ ਤੋਂ ਕੁਝ ਸਿੱਖ ਸਕਣ।
ਯੂਨਾਈਟਿਡ ਸਿੱਖ ਕਮਿਸ਼ਨ ਦੇ ਮਿਸਟਰ ਢੀਂਡਸਾ ਜੀ ਹੁਣ ਆਏ ਸੀਗੇ ਪਿਛਲੇ ਮਹੀਨੇ, ਉਹਨਾਂ ਨਾਲ ਵੀ ਬੜੀ ਲੰਬੀ ਡਿਸਕਸ਼ਨ ਹੋਈ ਸੀਗੀ। ਇੱਕ ਚੀਜ਼ ਜਿਹੜੀ ਸਾਰੀ ਕਾਮਨ ਨਿਕਲ ਕੇ ਆ ਰਹੀ ਹੈ, ਸਾਰੇ ਪਤਵੰਤੇ ਸੱਜਣ ਜਿੰਨੇ ਵੀ ਆਏ ਹੈ, ਉਸੇ ਸੀਰੀਜ਼ 'ਚ ਅੱਜ ਡਾਕਟਰ ਰਾਜਵੰਤ ਜੀ ਜਿਹੜੇ ਕਿ ਪ੍ਰੋਫੈਸ਼ਨਲ ਬਾਈ ਡੈਂਟਿਸਟ ਹੈਗੇ, ਆਪਣੀ ਕਲੀਨਿਕਸ ਹੈਗੀਆਂ, ਤੇ ਉਹਨਾਂ ਦੇ ਦਿਮਾਗ 'ਚ ਵੀ ਆਇਆ ਵੀ ਅਸੀਂ ਕਮਿਊਨਿਟੀ ਨੂੰ ਆਪਣੇ ਪੰਜਾਬ ਵਾਸਤੇ ਇਹਨਾਂ ਲੋਕਾਂ 'ਚ ਦਰਦ ਹੈਗਾ ਤੇ ਚਾਹੁੰਦੇ ਵੀ ਕੁਛ ਨਾ ਕੁਛ ਇੱਥੇ ਕੀਤਾ ਜਾਵੇ, ਕਮਿਊਨਿਟੀ ਵਾਸਤੇ ਕੀਤਾ ਜਾਵੇ, ਇਨਵਾਇਰਨਮੈਂਟ ਵਾਸਤੇ ਕੀਤਾ ਜਾਵੇ। ਤੇ ਉਸੇ ਸੀਰੀਜ਼ ਦੇ ਵਿੱਚ ਡਾਕਟਰ ਰਾਜਵੰਤ ਸਿੰਘ ਜੀ ਅੱਜ ਕੱਲ੍ਹ ਆਏ ਸੀ ਸਾਡੇ ਕੋਲ, ਤੇ ਸਾਡੇ ਬੜੇ ਚੰਗੇ ਸੁਭਾਗ ਹੈਗਾ ਕਿ ਇਹਨਾਂ ਨਾਲ ਬੈਠਣ ਦਾ, ਗੱਲਬਾਤ ਕਰਨ ਦਾ ਮੌਕਾ ਮਿਲਿਆ। ਤੇ ਵੈਲਕਮ ਸਰ। ਤੇ ਇਹਨਾਂ ਨੇ ਕਈ ਚੀਜ਼ਾਂ ਮੇਰੇ ਨਾਲ ਸ਼ੇਅਰ ਕੀਤੀਆਂ ਤੇ ਇਹਨਾਂ ਨੂੰ ਹੁਣ ਸੈਂਟਰਲ ਗਵਰਨਮੈਂਟ ਨੇ ਵੀ ਬੁਲਾਇਆ, ਆਪਣਾ ਸਾਰਾ ਪਲਾਨ ਤੁਹਾਡੇ ਨਾਲ ਸ਼ੇਅਰ ਕਰਨਗੇ। ਤੇ ਇਹ ਕਾਫੀ ਕੈਨੇਡਾ ਦੇ ਵਿੱਚ ਵੀ ਐਕਟਿਵ ਹੈਗੇ ਆ। ਤੋ ਅਲਟੀਮੇਟਲੀ ਸਾਡਾ ਆਬਜੈਕਟਿਵ ਇਹ ਹੁੰਦਾ ਹੈ ਕਿ ਜੋ ਵੀ ਕੋਈ ਚੰਗਾ ਕੰਮ ਕਰ ਰਿਹਾ ਹੈਗਾ ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਇਨਕਰੇਜ ਕਰੀਏ ਤੇ ਨਾਲ ਉਹਨੂੰ ਹੋਰ ਵਧਣ ਫੁੱਲਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਉਸੇ ਸੀਰੀਜ਼ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਗੁਰਪ੍ਰਤਾਪ ਸਿੰਘ ਕੈਰੋਂ ਨੂੰ ਕਹਾਂਗਾ ਕਿ ਇਹਨਾਂ ਨੂੰ ਵੈਲਕਮ ਕਰਨ, ਜੋ ਸਟੇਜ ਤੇ ਆ ਜਾਣ। ਵੈਸੇ ਤਾਂ ਕੋਈ ਫਾਰਮਲ ਹੈ ਨਹੀਂ, ਆ ਜਾਓ ਭਾਜੀ ਗੁਰਪ੍ਰਤਾਪ ਜੀ। ਥੈਂਕ ਯੂ ਵੈਰੀ ਮਚ। ਗੁਰਪ੍ਰਤਾਪ ਜੀ, ਤੁਸੀਂ ਇੱਕ ਹੋਰ ਚੀਜ਼ ਅਸੀਂ ਕਰਨੀ ਹੈ। ਮੇਰੇ ਨਾਲ ਡਾਕਟਰ ਅਵਨੀਤ ਕੌਰ ਜੀ ਹੈ, ਇਹਨਾਂ ਦੀ ਬੁੱਕ ਹੈਗੀ, ਇਹਨਾਂ ਨੇ ਬਹੁਤ ਜ਼ਿਆਦਾ ਕਹਿੰਦੇ ਬੁੱਕ ਇਹ ਤੁਸੀਂ ਥੋੜਾ ਬਰੀਫ ਕਰ ਦੋਗੇ ਆਪਣੀ ਬੁੱਕ ਬਾਰੇ ਤਾਂ ਬੈਟਰ ਹੈ। ਇਹਨਾਂ ਨੇ ਇਹਨੂੰ ਪ੍ਰੈਜ਼ੈਂਟ ਕਰਨੀ ਸੀ, ਮੈਂ ਕਿਹਾ ਇੱਥੇ ਪ੍ਰੈਜ਼ੈਂਟ ਕਰ ਦਿਓ, ਸਾਨੂੰ ਵੀ ਪਤਾ ਲੱਗ ਜਾਏ ਬੁੱਕ ਬਾਰੇ ਕੀ ਹੈ। ਤੇ ਅਵਨੀਤ ਜੀ ਨੇ ਸ਼ੀ ਇਜ਼ ਪ੍ਰੋਫੈਸਰ ਬਾਈ ਪ੍ਰੋਫੈਸ਼ਨ, ਇਹਨਾਂ ਨੇ ਬੁੱਕ ਲਿਖੀ ਹੈ ਤੇ ਇਹਦੇ ਬਾਰੇ ਉਹ 1-2 ਮਿੰਟ ਵਾਸਤੇ ਤੁਹਾਨੂੰ ਦੱਸਣਗੇ ਜੀ। ਬੁੱਕ ਵੀ ਲਾਂਚ ਕਰਦੀ ਹੈ ਨਾਲ। ਅਵਨੀਤ ਜੀ ਤੁਸੀਂ 2 ਮਿੰਟ 1 ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਇਲੈਂਟ ਅਵੇਕਨਿੰਗ ਪਾਰਟ ਆਫ ਦ ਫਲੋ, ਇਹ ਕਿਤਾਬ ਮੈਂ ਕਿਸਾਨੀ ਅੰਦੋਲਨ 'ਤੇ ਲਿਖੀ ਹੈ, ਜਿਹਦੇ ਵਿੱਚ ਪੂਰਾ ਕਿਸਾਨੀ ਅੰਦੋਲਨ ਕਿੱਦਾਂ ਸਟਾਰਟ ਹੋਇਆ, ਕਿ ਸਾਡੇ ਪੰਜਾਬ ਦਾ ਕੀ ਰੋਲ ਰਿਹਾ ਉਹਦੇ ਵਿੱਚ, ਤੇ ਜੋ ਮੇਨ ਮੇਰਾ ਮੋਟਿਵ ਸੀ ਲਿਖਣ ਦਾ, ਪੰਜਾਬ ਦਾ ਰੋਲ ਜਿਹੜਾ ਇੱਕ ਬਹੁਤ ਹੀ ਡਿਫਰੈਂਟ ਰੋਲ ਹੁੰਦਾ ਜਦੋਂ ਵੀ ਰੈਵੋਲੂਸ਼ਨ ਹੁੰਦੀ ਆ, ਕਦੇ ਵੀ ਚੇਂਜ ਹੁੰਦਾ ਵਰਲਡ ਦੇ ਵਿੱਚ, ਦੈਟ ਇਜ਼ ਡਰਿਵਨ ਬਾਈ ਸਿੱਖਸ ਓਨਲੀ। ਤੇ ਇਹ ਜਦੋਂ ਜਿਹੜਾ ਅੰਦੋਲਨ ਸੀ ਪੰਜਾਬ ਤੋਂ ਚੱਲਿਆ ਤੇ ਇਹਨੂੰ ਜੋ ਜਿੱਤ ਪ੍ਰਾਪਤ ਹੋਈ ਉਹ ਵੀ ਪੰਜਾਬ ਕਰਕੇ ਹੋਈ। ਅੰਦੋਲਨ ਨੂੰ ਅਗਰ ਤੁਸੀਂ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਬਹੁਤ ਨੇੜਿਓਂ ਦੇਖਿਆ ਹੋਣਾ ਕਿ ਜਦੋਂ ਉੱਥੇ ਲੰਗਰ ਚੱਲਦਾ ਸੀ, ਜੈਕਾਰੇ ਲੱਗਦੇ ਸੀਗੇ, ਤੇ ਜੋ ਸਪਿਰਿਟ ਸੀ ਉਸ ਅੰਦੋਲਨ ਦੇ ਵਿੱਚ, ਉਹ ਸਾਨੂੰ ਬਾਬੇ ਨਾਨਕ ਦੀ ਦਿਖਦੀ ਸੀ। ਉੱਥੇ ਸਾਨੂੰ ਬਾਬੇ ਨਾਨਕ ਦੀ ਬਾਣੀ, ਸਿੱਖਿਆ, ਸਭ ਕੁਝ ਅਸੀਂ ਉੱਥੇ ਨਜ਼ਰ ਆਉਂਦੀ ਸੀ। ਤੇ ਮੈਂ ਕਿਤਾਬ ਦੇ ਕਵਰ ਤੇ ਵੀ ਬਾਬਾ ਨਾਨਕ ਦੀ ਤਸਵੀਰ ਬਣਾਈ ਹੈ, ਜਿਹਦੇ ਵਿੱਚ ਖੇਤੀ ਕਰ ਰਹੇ ਨੇ। ਲਾਸਟ ਉਹਨਾਂ ਦੇ ਜਿਹੜੇ 17-18 ਇਅਰਸ ਸੀਗੇ, ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਖੇਤੀ ਕੀਤੀ। ਤੇ ਇਹ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਖੇਤੀ ਜਿਹੜੀ ਹੈਗੀ ਆ ਉਹ ਸਾਡਾ ਕਿੱਤਾ ਨਹੀਂ, ਸਾਡੀ ਵਿਰਾਸਤ ਹੈ। ਅਸੀਂ ਖੇਤੀ ਕਮਾਉਣ ਲਈ ਨਹੀਂ ਕਰਦੇ, ਤੇ ਇਹ ਖੇਤੀ ਸਾਡਾ ਲਾਈਫ ਦਾ ਇੱਕ ਪਾਰਟ ਹੈ। ਅਸੀਂ ਉਹਨੂੰ ਨਾਲ ਨਾਲ ਲੈ ਕੇ ਚੱਲਦੇ ਹਾਂ। ਤੇ ਬੜਾ ਮੁਸ਼ਕਿਲ ਹੈ ਕਿ ਆਪਾਂ ਪੰਜਾਬ ਤੋਂ, ਪੰਜਾਬੀਆਂ ਤੋਂ ਇਹ ਖੇਤੀ ਆਪਾਂ ਕੱਢ ਸਕੀਏ। ਤੇ ਉਹਨਾਂ ਦਾ ਜੋ ਸਟਰਗਲ ਹੈ, ਬਿਊਟੀਫੁਲ ਸਟਰਗਲ, ਪੀਸਫੁਲ ਪ੍ਰੋਟੈਸਟ, ਇੱਕ ਆਮ ਕਿਸਾਨ ਨੇ, ਇੱਕ ਅਨਪੜ੍ਹ ਕਿਸਾਨ ਨੇ ਕਿਵੇਂ ਲੜਿਆ ਤੇ ਕਿਵੇਂ ਇਹ ਜਿੱਤ ਪ੍ਰਾਪਤ ਕੀਤੀ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਬੁੱਕ ਜ਼ਰੂਰ ਪੜ੍ਹੋਗੇ। ਤੇ ਆਮ ਫਸਟ ਟਾਈਮ ਰਾਈਟਰ, ਮੇਰਾ ਸਪੈਸ਼ਲਾਈਜੇਸ਼ਨ ਵੀ ਨਹੀਂ ਸੀ। ਆਮ ਫਰੋਮ ਕਾਮਰਸ ਬੈਕਗਰਾਊਂਡ ਐਂਡ ਲੈਂਗੁਏਜ ਥੋੜਾ ਮੁਸ਼ਕਿਲ ਸੀ ਮੇਰੇ ਲਈ, ਹਿੰਦੀ, ਪੰਜਾਬੀ, ਇੰਗਲਿਸ਼ ਤਿੰਨੋਂ। ਐਂਡ ਬਟ ਮੈਂ ਕੋਸ਼ਿਸ਼ ਕੀਤੀ, ਸਿਰਫ ਮੈਂ ਇੰਨਾ ਹੀ ਕਰ ਸਕਦੀ ਸੀ ਬਿਕੋਜ਼ ਮੇਰੇ ਪੇਰੈਂਟਸ, ਦਾਦਾ ਜੀ, ਨਾਨਾ ਜੀ ਸਾਰਿਆਂ ਨੇ ਖੇਤੀ ਕੀਤੀ ਹੈ, ਤੇ ਉਹਨਾਂ ਦੀ ਉਸ ਪਵਿੱਤਰ ਕਮਾਈ ਨਾਲ ਅਸੀਂ ਪੜ੍ਹ ਕੇ ਇਸ ਲਾਇਕ ਬਣੇ ਆ, ਇੱਥੇ ਖੜੇ ਆ, ਤੇ ਪ੍ਰਾਊਡ ਫੀਲ ਕਰਦੇ ਆ। ਤੇ ਉਹਨਾਂ ਨੂੰ ਮੈਂ ਇੱਕ ਡੈਡੀਕੇਟ ਕੀਤੀ ਹੈ ਇਹ ਬੁੱਕ, ਉਹਨਾਂ ਲਈ ਲਿਖ ਕੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਥੈਂਕ ਯੂ ਜੀ ਵੈਰੀ ਮਚ। ਮੈਂ ਜ਼ਿਆਦਾ ਸਮਾਂ ਨਹੀਂ ਲਾਂਗਾ, ਮੈਂ ਡਾਕਟਰ ਸਾਹਿਬ ਨੂੰ ਕਹਾਂਗਾ ਕਿ ਉਹ
ਆਉਣ, ਪ੍ਰੈਜੈਂਟੇਸ਼ਨ ਸ਼ੇਅਰ ਕਰਨ, ਆਪਣੇ ਥਾਟ ਪ੍ਰੋਸੈਸ ਸ਼ੇਅਰ ਕਰਨ ਤੇ ਅਸੀਂ ਇੱਥੋਂ ਅੱਗੇ ਹੋਰ ਕਿਵੇਂ ਵਧਣਾ ਹੈਗਾ ਉਹ ਸਾਨੂੰ ਗਾਈਡ ਕਰਨ ਤੇ ਵੀ ਵਿਲ ਟੇਕ ਇਟ ਫਾਰਵਰਡ। ਓਵਰ ਟੂ ਯੂ ਸਰ। ਥੈਂਕ ਯੂ। ਥੈਂਕ ਯੂ ਜੀ ਸਰਦਾਰ ਇਕਬਾਲ ਸਿੰਘ ਜੀ, ਰੀਅਲੀ ਅਪਰੀਸ਼ੀਏਟ। ਤੁਸੀਂ ਬਹੁਤ ਹੀ ਜਿਹੜੇ ਨਾਮਵਰ ਹਸਤੀਆਂ ਤੇ ਅਕੰਪਲਿਸ਼ਡ ਇੰਡੀਵਿਜੂਅਲਸ ਤੁਹਾਡੇ ਵਰਗੇ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੀ ਥਾਂ ਬਣਾਈ ਹੈ ਸਮਾਜ ਦੇ ਵਿੱਚ, ਤੁਸੀਂ ਯੂ ਹੈਵ ਦ ਪਾਵਰ ਟੂ bring change and lead the community and lead the society. So we are so grateful ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਤੁਹਾਡੇ ਸਾਹਮਣੇ ਪ੍ਰੈਜੈਂਟੇਸ਼ਨ ਕਰਨ ਦਾ। ਤੇ ਇਹ ਅਸੀਂ ਪ੍ਰੈਜੈਂਟੇਸ਼ਨ ਹੁਣੇ 4 ਦਿਨ ਹੋਏ ਨੇ ਨੀਤੀ ਆਯੋਗ ਦੇ ਜਿਹੜੇ ਚੀਫ ਨੇ ਅਮਿਤਾਭ ਕੰਤ ਜੀ, ਉਹਨਾਂ ਨੂੰ ਇਹ ਪੇਸ਼ ਕੀਤੀ ਸੀ। ਉਹਨਾਂ ਦਾ ਸਾਰਾ ਜਿਹੜਾ ਇੰਡੀਆ ਦਾ ਟੌਪ ਬਿਊਰੋਕਰੈਟਸ ਤੇ ਜਿੰਨੇ ਪਾਲਿਸੀ ਮੇਕਰ ਸੀਗੇ ਸਾਰੇ ਨੀਤੀ ਆਯੋਗ ਦੇ ਆਫਿਸ ਦੇ ਵਿੱਚ ਸੀਗੇ, ਉਹਨਾਂ ਨੂੰ ਅਸੀਂ ਪ੍ਰੈਜੈਂਟੇਸ਼ਨ ਦਿੱਤੀ ਸੀ। ਤੇ ਨੈਕਸਟ ਸਲਾਈਡ। ਸੋ ECO6 ਜਿਹੜੀ ਜਥੇਬੰਦੀ ਹੈ ਫੇਥ ਬੇਸਡ ਆਰਗੇਨਾਈਜੇਸ਼ਨ ਹੈ ਤੇ ਖਾਸ ਕਰਕੇ ਇਹਨੂੰ ਅਸੀਂ ਕਲਾਈਮੇਟ ਚੇਂਜ ਨੂੰ ਫਾਈਟ ਕਰਨ ਲਈ ਇਹ ਅਸੀਂ ਕਮਿਟਮੈਂਟ ਦਿੱਤੀ ਸੀ ਯੂਨਾਈਟਿਡ ਨੇਸ਼ਨਸ ਤੇ ਜਦੋਂ ਬਾਨ ਕੀ ਮੂਨ ਜੀ ਨੇ ਆਵਾਜ਼ ਦਿੱਤੀ ਸਾਰੇ ਧਰਮਾਂ ਨੂੰ ਕਿ ਪੋਲੀਟੀਸ਼ੀਅਨਸ ਮੇ ਨਾਟ ਹੈਵ ਦ ਪਾਵਰ ਟੂ ਬ੍ਰਿੰਗ ਅਬਾਊਟ ਦ ਚੇਂਜ ਦੈਟ ਵਰਲਡ ਇਜ਼ ਨੀਡਿਡ। ਤੇ ਇਸ ਕਰਕੇ ਧਰਮਾਂ ਦਾ ਬੜਾ ਵੱਡਾ ਰੋਲ ਹੈ। ਸੋ ਸਿੱਖ ਧਰਮ ਵੱਲੋਂ ਅਸੀਂ ਫਿਰ ECO6 ਜਥੇਬੰਦੀ ਲਾਂਚ ਕੀਤੀ ਸੀ, ਜਿਹੜੀ ਕਿ ਦਿੱਲੀ ਦੇ ਵਿੱਚ 2009 ਦੇ ਵਿੱਚ ਲਾਂਚ ਹੋਈ ਸੀ। ਇਹਦੇ ਵਿੱਚ ਮਨੋਹਰ ਸਿੰਘ ਗਿੱਲ ਜਿਹੜੇ ਉਸ ਵੇਲੇ ਯੂਨੀਅਨ ਮਿਨਿਸਟਰ ਸੀਗੇ, SGPC ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਜਿਹੜੇ ਕਹਿੰਦੇ ਕਹਾਉਂਦੇ ਸਿੱਖ ਸੱਜਣ ਸਾਰੇ ਸ਼ਾਮਲ ਹੋਏ ਸੀ ਤੇ ਲਾਂਚ ਕੀਤੀ ਗਈ ਸੀ। ਤੇ ਹੁਣ ਇਹ ਆਰਗੇਨਾਈਜੇਸ਼ਨ ATG ਅਪਰੂਵਡ ਹੈ ਤੇ CSR ਦੇ ਥੱਲੇ ਜਿਨ੍ਹਾਂ ਨੇ ਉਹਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇ, ਕੋਈ ਭਲਾ ਕੰਮ ਕਰਨਾ ਹੋਵੇ, ਉਹ ਵੀ ਅਸੀਂ ਵੀ ਆਰ ਅਪਰੂਵਡ ਫॉर दैट। ਤੇ ਅਸੀਂ ਬੇਸਿਕਲੀ ਜਿਹੜਾ ਸਾਡਾ ਟੀਚਾ ਹੁੰਦਾ ਕਿ ਜੀ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਦੇ ਉੱਤੇ ਪ੍ਰੋਗਰਾਮ ਲਾਂਚ ਕੀਤਾ ਸੀ ਕਿ ਅਸੀਂ 550 ਰੁੱਖਾਂ ਦਾ ਇੱਕ ਜੰਗਲ ਬਣਾਵਾਂਗੇ ਤੇ ਉਹ ਜੰਗਲ ਬਣਾਉਣ ਦੀ ਜਿਹੜੀ ਜਗ੍ਹਾ ਹੈ ਉਹ ਸਿਰਫ 200 ਸਕੁਅਰ ਮੀਟਰ ਹੈ। ਇਨ 200 ਸਕੁਅਰ ਮੀਟਰ ਦੇ ਵਿੱਚ ਤੁਸੀਂ 550 ਰੁੱਖ ਲਗਾ ਸਕਦੇ ਹੋ। ਤੇ ਅਸੀਂ ਉਹ ਸਾਰਾ ਬੜਾ ਉਹਨੂੰ ਇੱਕ ਕੈਲਕੂਲੇਟਿਡ ਢੰਗ ਦੇ ਨਾਲ ਉਹਨੂੰ ਪ੍ਰੈਜ਼ੈਂਟ ਕੀਤਾ ਲੋਕਾਂ ਦੇ ਸਾਹਮਣੇ। ਐਂਡ ਵੀ ਆਰ ਸੋ ਹੈਪੀ ਟੂ ਰਿਪੋਰਟ ਟੁਡੇ, ਅੱਜ ਤੁਹਾਡੇ ਸਾਹਮਣੇ ਸਾਨੂੰ ਅਸੀਂ ਪ੍ਰਗਟ ਕਰਦੇ ਹਾਂ, ਖੁਸ਼ੀ ਹੋ ਰਹੀ ਹੈ ਕਿ ਅਸੀਂ ਬਾਈ ਐਂਡ ਆਫ ਮਾਰਚ ਅਸੀਂ 400 ਜੰਗਲ ਲਗਾ ਚੁੱਕੇ ਹਾਂ। ਸੋ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੈ ਕਿ 2019 ਦੇ ਵਿੱਚ ਪਹਿਲਾ ਜੰਗਲ ਅਸੀਂ ਲਗਾਇਆ ਬਠਿੰਡੇ ਤੇ ਹੁਣ ਅਸੀਂ 400 ਜੰਗਲ ਜਿਹੜੇ ਲਗਾ ਚੁੱਕੇ ਹੋਵਾਂਗੇ ਐਟ ਦੀ ਬਾਈ ਐਂਡ ਆਫ ਮਾਰਚ। ਤੇ ਹੁਣ ਤੱਕ ਅਸੀਂ 20 ਏਕੜ ਆਫ ਲੈਂਡ ਹੈਜ਼ ਕਵਰਡ ਵਿਦ over 200,000 ਟਰੀਜ਼। 2 ਲੱਖ ਰੁੱਖ ਉਹ ਲਗਾਏ ਗਏ ਨੇ ਜਿਹੜੇ ਕਿ ਨੇਟਿਵ ਸਪੀਸ਼ੀਜ਼ ਦੇ ਰੁੱਖ ਨੇ ਤੇ 99% ਸਰਵਾਈਵਲ ਹੈ। ਇਹਨਾਂ ਵਿੱਚ ਕੋਈ ਨਹੀਂ ਮਰਦਾ, ਬਹੁਤ ਘੱਟ ਨੇ ਜਿਹੜੇ ਮਰਦੇ ਨੇ। ਤੇ ਇਹ ਜਿਹੜੀ ਇੱਕ ਬਹੁਤ ਵੱਡੀ ਇਹਦੀ ਖਾਸੀਅਤ ਹੈ। ਤੇ ਇਹ ਤੁਸੀਂ ਮੈਨੇ ਹੁਣ ਇਹ ਜੰਗਲ ਨੇ ਕਿਤੇ ਨਹੀਂ ਜਾਣਾ, ਇਹ ਪ੍ਰੂਫ ਹੈ ਸਾਡੇ ਇਸ ਕੰਮ ਦਾ। ਇਸ ਨੂੰ ਕਿਤੇ ਤੁਹਾਨੂੰ ਇਹਦਾ ਕੋਈ ਮੈਨੇ ਇਹਨੂੰ ਜਰਬ ਨਹੀਂ ਕਰ ਸਕਦੇ, ਕੋਈ ਇਹਨੂੰ ਤੁਸੀਂ ਲਿਆ ਕੇ ਤੁਸੀਂ ਦਿਖਾ ਸਕਦੇ ਵੀ ਆਹ ਦੇਖੋ ਕੰਮ ਹੋਇਆ, ਇਹਨੂੰ ਘਟਾ ਕੇ ਨਹੀਂ ਦਿਖਾ ਸਕਦੇ। ਸੋ ਇਟਸ ਟੈਂਜੀਬਲ, ਇਟਸ ਮੈਜਰੇਬਲ ਐਂਡ ਇਟਸ ਕਾਸਟ ਇਫੈਕਟਿਵ। ਇਹੀ ਜੇ ਰੁੱਖ ਤੁਸੀਂ ਜੋ ਅੱਜ 1400 ਰੁੱਖ ਦੇਖ ਰਹੇ ਹੋ, ਜੇ 1400 ਰੁੱਖ ਤੁਸੀਂ 6-6 ਫੀਟ ਦੀ ਆ ਜਿੱਦਾਂ ਤੁਸੀਂ ਆਪਣੇ ਖੱਬੇ ਪਾਸੇ ਦੇਖ ਲਓ ਇੱਧਰ, ਜੇ ਇਸ ਢੰਗ ਨਾਲ ਇਹ ਰੁੱਖ ਲਗਾਏ ਜਾਣਗੇ ਇਹਨਾਂ ਦਾ ਪਹਿਲੀ ਗੱਲ ਤਾਂ ਸਰਵਾਈਵਲ ਰੇਟ ਘੱਟ ਹੋਏਗਾ, ਇਹਨਾਂ ਦੇ ਪਾਣੀ ਦੇਣ ਦਾ ਕੰਮ ਜ਼ਿਆਦਾ ਹੋਏਗਾ, ਫਿਰ ਇਹਦੇ ਤੇ ਫੈਂਸਿੰਗ ਕਰਨੀ ਪੈਣੀ ਹੈ। ਸੋ ਉਹ ਜਿਹੜਾ ਕੰਮ ਉਹਦੇ 'ਚ ਤਿੱਗਣਾ ਜਾਂ ਚੌਗਣਾ ਤੁਹਾਡਾ ਕਾਸਟ ਹੋਏਗੀ, ਤਾਂ ਵੀ ਨਹੀਂ ਤੁਹਾਨੂੰ ਉਹ ਰਿਜ਼ਲਟ ਨਹੀਂ ਮਿਲਣਾ ਜੋ ਤੁਹਾਨੂੰ ਇੱਕ ਜੰਗਲ ਦੇ ਵਿੱਚ ਮਿਲਦਾ। ਲੈਂਡ ਵਧੇਗਾ ਤੇ ਲੈਂਡ ਦੀ ਕਾਸਟ 30 ਟਾਈਮ। ਹਾਂ, we'll come to that point next। ਅੱਜ ਇੱਕ ਖਾਸੀਅਤ ਹੋਰ ਦੱਸਦੀ ਹੈ ਕਿ ਜਿਹੜੇ ਵੀ ਜੰਗਲ ਅਸੀਂ ਪੰਜਾਬ 'ਚ ਲਗਾਏ ਨੇ, ਹਰਿਆਣੇ 'ਚ, ਰਾਜਸਥਾਨ, ਜਿੱਥੇ ਕਿਤੇ ਵੀ ਤੁਸੀਂ ਗੂਗਲ 'ਚ ਪਾਓ, ਗੂਗਲ ਮੈਪਸ 'ਚ ਪਾਓ ਗੁਰੂ ਨਾਨਕ ਸੇਕਰਡ ਫੋਰੈਸਟ, ਤੁਹਾਨੂੰ ਸਾਰੇ ਇੰਡੀਆ ਦੇ ਵਿੱਚ ਮੈਪਸ ਵਿੱਚ ਨਜ਼ਰ ਆਏਗਾ। ਗੁਰੂ ਨਾਨਕ ਹੋਈ ਪਈ ਹੈ ਸਾਰੇ ਪਾਸੇ। ਉਹ 400 ਜੰਗਲ ਜਿਹੜੇ ਨੇ ਹਰ ਥਾਂ ਤੇ ਗੁਰੂ ਨਾਨਕ ਫੋਰੈਸਟ ਇਸ ਗੂਗਲ ਦੇ ਵਿੱਚ ਅਵੇਲੇਬਲ ਹੈ। ਉਹ ਨੀਤੀ ਆਯੋਗ ਵਾਲੇ ਅਮਿਤਾਭ ਜੀ ਬਹੁਤ ਖੁਸ਼ ਹੋ ਕਹਿੰਦੇ ਆਹ ਤਾਂ ਕਮਾਲ, ਇੱਦਾਂ ਤਾਂ ਕਿਸੇ ਨੇ ਕੀਤਾ ਹੀ ਨਹੀਂ ਕੰਮ ਵੀ ਗੂਗਲ ਮੈਪ ਦੇ ਵਿੱਚ ਅਵੇਲੇਬਲ ਹੋਵੇ ਇਨਫੋਰਮੇਸ਼ਨ। ਸੋ ਜਿਹੜਾ ਮੈਥਡੋਲੋਜੀ ਹੈ ਕਿ 4 ਢੰਗ ਦੇ ਜਿਹੜੇ ਰੁੱਖ ਲਗਾਏ ਜਾਂਦੇ ਨੇ। ਸਭ ਤੋਂ ਉੱਪਰ ਜਿਹੜਾ ਉੱਪਰ ਵੱਡੇ ਲੈਵਲ ਤੇ ਜਾਂਦੀ ਹੈ ਉਹਨੂੰ ਕੈਨੋਪੀ ਲੈਵਲ ਕਹਿੰਦੇ ਨੇ, ਫਿਰ ਟਰੀ ਲੈਵਲ ਹੈ, ਫਿਰ ਸਬ ਟਰੀ ਹੈ ਤੇ ਸ਼ਰਬਸ ਨੇ।
ਤੇ 1 ਸਕੁਆਇਰ ਮੀਟਰ ਦੇ ਵਿੱਚ 3 ਜਾਂ 4 ਰੁੱਖ ਲਗਾਏ ਜਾਂਦੇ ਨੇ। ਨੈਕਸਟ, ਤੇ ਤੁਸੀਂ ਦੇਖੋ ਕਿ ਇਹ 6 ਕਾਰ ਪਾਰਕਿੰਗ ਦੀ ਸਪੇਸ ਹੈ ਜੀ। 6 ਕਾਰ ਪਾਰਕਿੰਗ ਦੇ ਸਪੇਸ ਦੇ ਵਿੱਚ 200 ਸਕੁਆਇਰ ਮੀਟਰ ਬਣਦਾ ਤੇ ਉਹਦੇ ਵਿੱਚ ਤੁਸੀਂ ਜੰਗਲ ਲਗਾ ਸਕਦੇ। ਨੈਕਸਟ, ਆਹ ਦੇਖੋ ਜੰਗਲ ਲੱਗ ਗਿਆ। ਭਾਵੇਂ ਆਲੇ ਦੁਆਲੇ ਕੰਕਰੀਟ ਪਿਆ ਹੋਵੇ, ਭਾਵੇਂ ਆਲੇ ਦੁਆਲੇ ਇੰਡਸਟਰੀਅਲ ਏਰੀਆ ਹੋਵੇ, ਗੰਦ ਪਿਆ ਹੋਵੇ, ਡਜ਼ਨਟ ਮੈਟਰ, ਜੰਗਲ ਫਿਰ ਵੀ ਥਰਾਈਵ ਕਰੇਗਾ, ਜੰਗਲ ਫਿਰ ਵੀ ਵਧੇਗਾ। ਉੱਥੇ ਫਿਰ ਵੀ ਪੰਛੀ ਆਉਣਗੇ। ਤੇ ਤੁਹਾਨੂੰ ਇੱਕ ਸੁਣਾਵਾਂਗੇ ਵੀਡੀਓ, ਕਮਾਲ ਹੈ, ਉਹ ਤੁਸੀਂ ਦੇਖ ਕੇ ਖੁਸ਼ ਹੋ ਜਾਓਗੇ, ਤੁਹਾਡੀ ਰੂਹ ਖੁਸ਼ ਹੋ ਜਾਏਗੀ। ਨੈਕਸਟ, ਸੋ ਜਿਹੜਾ ਦਿਖਾਉਣਾ ਚਾਹੁੰਦੇ ਆ ਵੀ 95% ਸਰਵਾਈਵਲ ਹੈ, 10 ਟਾਈਮਸ ਫਾਸਟਰ ਇਹਦੀ ਗਰੋਥ ਹੈ। ਹਾਂਜੀ, 30 ਟਾਈਮਸ ਡੈਂਸਰ ਗਰੋਥ ਹੈ ਇਹਦੀ, ਤੇ 30 ਟਾਈਮਸ ਜਿਹੜਾ ਕਾਰਬਨ ਆਪਣੇ ਕੋਲ ਖਿੱਚਦਾ ਹੈ ਇਹ ਸਾਰੇ ਜਿਹੜੇ ਫੋਰੈਸਟ ਦੇ ਟਰੀਜ਼ ਨੇ। ਸੋ ਇਹਦਾ ਮਤਲਬ ਹੈ ਜਿਹੜਾ ਧਰਤੀ ਨਾਲ ਜਿਹੜਾ ਤਾਪਮਾਨ ਵੱਧ ਰਿਹਾ ਹੈ, ਜਿਹਦੇ ਕਰਕੇ ਸਾਰੀ ਡਿਸਟਰਕਸ਼ਨ ਹੋ ਰਹੀ ਹੈ। ਉੱਤਰਾਖੰਡ ਦੇ ਵਿੱਚ ਬਾੜ ਆਉਂਦੀ ਹੈ, ਸਾਡੇ ਅਮਰੀਕਾ 'ਚ ਅੱਗਾਂ ਲੱਗ ਰਹੀਆਂ ਨੇ, ਬਾੜ ਆ ਰਹੀ ਹੈ, ਲੋਕੀ ਮਰ ਗਏ। 200 ਬੰਦਾ ਜਰਮਨੀ ਤੇ ਬੈਲਜੀਅਮ ਵਿੱਚ ਮਰ ਗਿਆ। ਕੈਨ ਯੂ ਇਮੇਜਿਨ, ਯੂਰਪ ਵਰਗੀਆਂ ਕੰਟਰੀਜ਼ ਦੇ ਵਿੱਚ ਪਾਣੀ ਦੀ ਬਾੜ ਆਉਂਦੀ ਹੈ ਤਾਂ ਸਾਰੇ ਲੋਕੀ ਬਹਿ ਜਾਂਦੇ ਨੇ। ਉਹ ਸਾਰੇ ਨੂੰ ਰੋਕਣ ਲਈ ਇੱਕੋ ਇੱਕ ਤਰੀਕਾ ਕਿ ਜੰਗਲ ਲਗਾਈਏ। ਨੈਕਸਟ, ਤੇ 30% ਮੋਰ ਆਕਸੀਜਨ, 30% ਗ੍ਰੀਨ, ਮੋਰ ਜਿਹੜਾ 30 ਟਾਈਮਸ ਗ੍ਰੀਨ ਸਰਫੇਸ ਏਰੀਆ ਵਧਾਉਂਦਾ। ਨੈਕਸਟ, ਇਹ ਤੁਸੀਂ ਪਹਿਲਾਂ ਰੁੱਖ ਲਗਾਉਣ ਤੋਂ ਪਹਿਲਾਂ, ਜੰਗਲ ਲਗਾਉਣ ਤੋਂ ਪਹਿਲਾਂ, ਜੰਗਲ ਲਗਾਉਣ ਤੋਂ ਬਾਅਦ ਦੇਖੋ ਗਰੋਥ ਕਿੰਨੀ ਹੈ ਆਫਟਰ 2 years। ਨੈਕਸਟ, ਤੇ ਹੁਣ ਤੱਕ ਅਸੀਂ ਪੰਜਾਬ, ਹਰਿਆਣਾ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਚੰਡੀਗੜ੍ਹ, ਦਿੱਲੀ ਐਂਡ ਜੰਮੂ, ਤੇ ਆ ਜਿਹੜੀਆਂ ਫੋਟੋਆਂ ਦੇਖ ਰਹੇ ਹੋ ਇਹ ਤਿਤਲੀਆਂ ਦੀ ਤੇ ਹੋਰ ਜਿਹੜੇ ਵੀ ਬਾਇਓਲੋਜੀਕਲ ਕਿਸਮਾਂ ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਸਾਰੇ ਉਹਨਾਂ ਫੋਰੈਸਟ ਦੀ ਐਕਚੁਅਲ ਪਿਕਚਰਸ ਨੇ। ਹਾਂਜੀ, ਨੈਕਸਟ, ਤੇ ਇਹਦਾ ਜਿਹੜਾ ਇਕੋਲੋਜੀਕਲ ਬੈਨੀਫਿਟ ਕੀ ਹੈ ਸੇਕਰਡ ਫੋਰੈਸਟ ਦਾ, ਤੁਸੀਂ ਖੱਬੇ ਆਪਣੇ ਸੱਜੇ ਪਾਸੇ ਦੇਖੋ, ਇਹ ਐਕਚੁਅਲ ਐਕਸਪੈਰੀਮੈਂਟ ਕੀਤਾ ਹੋਇਆ ਹੈ। ਤੇ ਤੁਸੀਂ ਇੱਥੇ ਵੀ ਕਰ ਸਕਦੇ ਹੋ, ਕਿਸੇ ਦਿਨ ਵੀ ਆ ਕੇ ਕਰ ਸਕਦੇ ਹੋ। ਜਿੱਦਾਂ ਕੜਾਕੇ ਦੀ ਧੁੱਪ ਪੈਂਦੀ ਹੋਵੇ, ਗਰਮੀ ਪੈਂਦੀ ਹੋਵੇ, ਤੁਸੀਂ ਆਪਣਾ ਜਿਹੜਾ ਟੈਂਪਰੇਚਰ ਹੈ ਉਹਨੂੰ ਤੁਸੀਂ ਫੋਰੈਸਟ ਦੇ ਵਿੱਚ ਰੱਖ ਦਿਓ ਤੇ ਫੋਰੈਸਟ ਦੇ ਬਾਹਰ ਰੱਖ ਲਓ, ਤੁਸੀਂ ਦੇਖੋਗੇ 3 ਜਾਂ 4 ਡਿਗਰੀ ਦਾ ਡਿਫਰੈਂਸ ਹੈ ਟੈਂਪਰੇਚਰ। ਦੈਟ ਮੀਨਸ ਦਿਸ ਫੋਰੈਸਟ ਡਜ਼ ਦ ਵਰਕ ਦੈਟ ਇਜ਼ ਨੀਡਡ। ਸਾਰੀਆਂ ਗਵਰਨਮੈਂਟ, ਸਾਰੇ ਬੈਠੇ ਪਾਲਿਸੀ ਮੇਕਰ ਬੈਠੇ ਉੱਥੇ ਦਿਮਾਗ ਲੜਾਉਂਦੇ ਰਹਿੰਦੇ ਨੇ ਜੀ ਕਿੱਦਾਂ ਫਾਈਟ ਕਰਨੇ, ਕੀ ਕਰਨੇ। ਮੋਦੀ ਸਾਹਿਬ ਨੇ ਵੀ ਜਾ ਕੇ ਕਹਤਾ ਕਿ 2070 ਤੱਕ ਅਸੀਂ ਸ਼ਾਇਦ 70 ਸਾਲਾਂ ਬਾਅਦ ਜਾਂ 40 ਸਾਲ ਬਾਅਦ ਸ਼ਾਇਦ ਇੰਡੀਆ ਦਾ ਜਿਹੜਾ ਐਮਿਸ਼ਨਸ ਆ ਉਹਨੂੰ ਘਟਾ ਪਾਵਾਂਗੇ। ਪਰ ਅਸੀਂ ਕਹਿੰਦੇ ਹਾਂ ਕਿ ਜੇ ਸੇਕਰਡ ਫੋਰੈਸਟ ਲਗਾਉਣੇ ਸ਼ੁਰੂ ਕਰੀਏ ਆਪਾਂ 10-15 ਸਾਲਾਂ ਦੇ ਵਿੱਚ ਹੀ ਸਾਰਾ ਇਹਨੂੰ ਮੋੜਾ ਪਾ ਸਕਦੇ ਹਾਂ ਜਿਹੜਾ। ਸੋ ਟੈਂਪਰੇਚਰ ਰੈਗੂਲੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋਇਲ ਦੀ ਫਰਟੀਲਿਟੀ ਨੂੰ ਵਧਾਉਂਦਾ। ਸੋ ਇਹ ਜੇ ਜੰਗਲ ਤੁਸੀਂ ਈਵਨ ਫਸਲਾਂ ਦੇ ਕੋਲ ਵੀ ਲਗਾ ਦੋਗੇ, ਥਾਂ ਤੇ ਲਗਾਓਗੇ ਤੇ ਇਹਨੇ ਸੋਇਲ ਦੀ ਫਰਟੀਲਿਟੀ ਨੂੰ ਵੀ ਵਧਾਉਣਾ। ਜੀਵ ਜੰਤੂ ਜਿਹੜੇ ਇਹ ਇਨਵਾਈਟ ਕਰਦਾ। ਸਾਡੇ ਕੋਲ ਲਾਰਜੈਸਟ ਸੀਡ ਬੈਂਕ ਹੈ ਇਸ ਵੇਲੇ ਪੰਜਾਬ ਦੇ। ਜਿੰਨੇ ਰੁੱਖਾਂ ਦੇ ਤੁਹਾਨੂੰ ਬੀਜ ਚਾਹੀਦੇ ਹੋਣ ਜਿਹੜੇ ਕਿ ਜੱਦੀ ਇੱਥੋਂ ਦੇ ਰੁੱਖ ਨੇ, ਉਹਨਾਂ ਦਾ ਸਭ ਤੋਂ ਲਾਰਜੈਸਟ ਜਿਹੜਾ ਸੀਡ ਬੈਂਕ ਹੈ ਉਹ ਸਾਡੇ ਕੋਲ ਹੈਗਾ। ਹਾਂਜੀ, ਲਾਈਵ ਸੀਡ ਬੈਂਕ ਦਾ ਮਤਲਬ ਹੈ ਵੀ ਇਹ ਜਿਹੜੇ ਜਿਵੇਂ ਤੁਸੀਂ ਕਈ ਰੁੱਖ ਦੇਖੇ ਇਹਦੇ ਵਿੱਚ, ਜਿਵੇਂ ਸਰ ਨੇ ਉਦੋਂ ਕਿਹਾ ਸੀ ਵੀ ਹੋਰ ਕਿਤੇ ਨਹੀਂ ਮਿਲਣੇ। ਲਾਈਵ ਮਤਲਬ ਇਹ ਲਾਈਵ ਨੇ, ਅਸੀਂ ਕਿਸੇ ਡੱਬੇ 'ਚ ਪਾ ਕੇ ਨਹੀਂ ਰੱਖੇ ਹੋਏ ਸੀਡਸ। ਇੱਥੋਂ ਅਸੀਂ ਸੀਡ ਲੈ ਕੇ ਹੋਰ ਪ੍ਰੋਪਗੇਟ ਕਰ ਸਕਦੇ ਹਾਂ। ਸੋ ਇਹ ਲਿਵਿੰਗ ਸੀਡ ਬੈਂਕ ਹੈ, ਲਿਵਿੰਗ ਮਿਊਜ਼ੀਅਮ ਹੈ। ਤੇ ਸਰ ਨਰਸਰੀ ਬਾਰੇ ਗੱਲ ਕਰ ਰਹੇ ਸੀ। ਹਾਂਜੀ, ਸੋ ਜਿਹੜਾ ਇਹ ਹੈਬਿਟਾਟ ਪੋਲੀਨੇਟਰਸ ਲਈ ਕੀ ਹੈ ਜੀ, ਇੱਥੇ ਕਈ ਜਿਹੜੀਆਂ ਤਿਤਲੀਆਂ, ਮਧੂਮੱਖੀਆਂ, ਹੋਰ ਕਿਸਮ ਦੇ ਜੀਵ ਜੰਤੂ ਜਿਹੜੇ ਆ ਰਹੇ ਨੇ, ਉਹਦੇ ਨਾਲ ਜਿਹੜੀ ਫਸਲ ਨੂੰ ਵੀ ਫਾਇਦਾ ਹੁੰਦਾ ਤੇ ਹੋਰ ਵੈਜੀਟੇਸ਼ਨ ਇਨਕਰੀਜ਼ ਹੁੰਦੀ ਹੈ। ਤੇ ਇਹ ਧਰਤੀ ਦਾ ਜਿਹੜਾ ਰੇਨ ਵਾਟਰ ਹੈ ਉਹਨੂੰ ਵੀ ਰੈਗੂਲੇਟ ਕਰਦਾ। ਸੋ ਬੱਦਲ ਜੇ ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਇਹ ਜੰਗਲ ਲਗਾ ਦਾਂਗੇ ਤੇ ਮੀਂਹ ਦਾ ਜਿਹੜਾ ਹੁਣ ਇਸ ਵੇਲੇ ਅਨਟਾਈਮਲੀ ਮੀਂਹ ਪੈ ਰਿਹਾ ਹੈ, ਅਨਟਾਈਮਲੀ ਜਿਹੜਾ ਡਿਸਟਰਕਸ਼ਨ ਹੁੰਦੀ ਹੈ ਪੰਜਾਬ ਦੇ ਜਿਹੜੀ ਫਸਲਾਂ ਦੀ, ਉਹਨੂੰ ਵੀ ਇਹ ਰੈਗੂਲੇਟ ਕਰਦੇ ਨੇ। ਸੋ ਇੰਨਾ ਇਹਦਾ ਮਹੱਤਵ ਹੈਗਾ ਜੀ। ਤੇ ਵਾਟਰ ਟੇਬਲ ਜਿਹੜਾ ਥੱਲੇ ਚਲਾ ਜਾਂਦਾ ਉਹ ਇਹ ਜਿਹੜੀਆਂ ਜੰਗਲ ਦੀਆਂ ਜਿਹੜੀਆਂ ਰੁੱਖਾਂ ਦੀਆਂ ਜਿਹੜੀਆਂ ਰੂਟਸ ਨੇ ਉਹ ਪਾਣੀ ਨੂੰ ਉੱਪਰ ਲਿਆਉਂਦੀਆਂ। ਸੋ ਇਹ ਵੀ ਇਹਦਾ ਇੱਕ ਬਹੁਤ ਵੱਡਾ ਇੰਪੋਰਟੈਂਟ ਹੈ। ਪ੍ਰੋਟੈਕਸ਼ਨ ਫॉर ਸੋਇਲ ਇਰੋਜ਼ਨ, ਸੋਇਲ ਨੂੰ ਤਾਂ ਫਰਟਾਈਲ ਵੀ ਬਣਾਉਂਦਾ ਪਰ ਸੋਇਲ ਨੂੰ ਇਰੋਜ਼ਨ ਤੋਂ ਵੀ ਰੋਕਦਾ। ਤੇ ਕਾਰਬਨ ਸਿੰਕ ਹੈ, ਉਹ ਵੀ ਤੁਹਾਨੂੰ ਅਸੀਂ ਕੈਲਕੂਲੇਸ਼ਨ ਦਿਖਾਵਾਂਗੇ। ਤੇ ਬਾਇਓਡਾਇਵਰਸਿਟੀ ਹੱਬ ਹੈ, ਹਰ ਕਿਸਮ ਦਾ ਜਿਹੜਾ ਇੱਥੇ ਅੱਜ ਸਵੇਰੇ ਮੈਂ ਉੱਠਿਆ ਤੇ ਬਾਹਰ ਮੈਂ 6:30 ਵਜੇ ਇੱਥੇ ਆਇਆ ਤੇ ਕਿੰਨੇ ਕਿਸਮ ਦੇ ਪੰਛੀ ਇੱਥੇ ਬੋਲ ਰਹੇ ਸੀ। ਦਿੱਲੀ ਦੇ ਵਿੱਚ ਅਸੀਂ ਤਿਲਕ ਨਗਰ ਦੇ ਵਿੱਚ ਇੱਕ ਜੰਗਲ ਲਗਾਇਆ
2 ਜੰਗਲ ਲਗਾਏ ਨੇ ਉੱਥੇ 1100 ਰੁੱਖਾਂ ਦਾ। ਕਮਾਲ ਹੈ, ਇੰਨਾ ਕੰਜੈਸਟਡ ਏਰੀਆ, ਪੋਲੂਟਡ ਏਰੀਆ ਤਿਲਕ ਨਗਰ ਦੇ ਵਿੱਚ, ਔਰ ਅਸੀਂ ਜਿਹੜੇ ਜਿੱਥੇ ਜੰਗਲ ਲਗਾਇਆ ਉਥੋਂ ਸਾਰਾ ਉਹ ਕਚਰੇ ਦਾ, ਉਹ ਪਾਰਕ ਕਚਰੇ ਦਾ ਸਾਰਾ ਉਹ ਡੰਪ ਸੀ, ਉਥੋਂ ਸਾਫ਼ ਕਰਕੇ ਉਹਨਾਂ ਨੇ ਪਾਰਕ ਬਣਾਇਆ। ਪਾਰਕ ਦੇ ਵਿੱਚ ਉਹਨਾਂ ਨੇ ਕਹਿੰਦੇ ਜੀ ਆਹ ਏਰੀਆ 'ਚ ਤੁਸੀਂ ਜੰਗਲ ਲਗਾ ਲਓ। ਅਸੀਂ ਜੰਗਲ ਲਗਾਤਾ ਗੁਰੂ ਨਾਨਕ ਸੀਕ੍ਰੇਟ ਫੋਰੈਸਟ। ਤੇ ਮੈਂ ਉੱਥੇ ਪਿਛਲੇ ਹਫ਼ਤੇ ਫਰਾਈਡੇ ਨੂੰ ਗਿਆ ਤੇ ਉੱਥੇ ਦਿਨ ਵੇਲੇ ਧੁੱਪ ਚੜੀ ਹੋਈ ਹੈ ਬੁਰਾ, ਮੈਨੇ ਕਾਫੀ ਗਰਮੀ ਸੀ, ਪਰ ਜੰਗਲ ਦੇ ਵਿੱਚ ਵੜੇ ਤੇ ਐਨ ਠੰਡੀ ਛਾਂ। ਤੇ ਤੁਸੀਂ ਮੰਨੋਗੇ ਨਹੀਂ ਕਿ 5 ਕਿਸਮ ਦੇ ਡਿਫਰੈਂਟ ਬਰਡਸ ਮੈਂ ਉਸ ਜੰਗਲ ਦੇ ਵਿੱਚ ਦੇਖੇ, ਤੇ ਇੱਕ ਨੇਵਲਾ ਵੀ ਦੇਖਿਆ। ਤੇ ਉੱਪਰ ਉਹ ਜਿਹੜੀ ਆਪਣੀ ਉਹ ਫਿਰ ਰਹੀ ਸੀ ਨੇਵਲਾ ਨੂੰ ਦੇਖ ਕੇ ਉਹ ਕਹਿੰਦੇ ਜੀ ਇੱਥੇ ਸੱਪ ਵੀ ਆਉਂਦੇ ਨੇ। ਕੈਨ ਯੂ ਇਮੈਜਿਨ ਕਿ ਦਿੱਲੀ ਵਰਗੇ ਪੋਲੂਟਡ ਸ਼ਹਿਰ ਦੇ ਵਿੱਚ, ਮੋਸਟ ਪੋਲੂਟਡ ਸਿਟੀ ਦੇ ਵਿੱਚ 2 ਜੰਗਲ ਦੇ ਵਿੱਚ ਆਹ ਬਹਾਰ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਨੈਕਸਟ, ਹੁਣ ਅਸੀਂ ਇਹ ਵਾਈਟ ਹਾਊਸ ਦੇ ਵਿੱਚ ਪ੍ਰੈਜੈਂਟੇਸ਼ਨ ਕੀਤੀ ਹੈ, ਪ੍ਰੈਜ਼ੀਡੈਂਟ ਟਰੰਪ ਨੂੰ ਵੀ, ਪ੍ਰੈਜ਼ੀਡੈਂਟ ਬਾਈਡਨ ਦੇ ਐਡਵਾਈਜ਼ਰਸ ਨੂੰ ਵੀ। ਜੌਨ ਕੈਰੀ ਜਿਹੜਾ ਹੈਗਾ ਇਸ ਵੇਲੇ ਸਾਡਾ ਕਲਾਈਮੇਟ ਦਾ czar ਹੈ, ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਪ੍ਰੈਜ਼ੈਂਟ ਕੀਤੀ। ਦੇ ਆਰ ਆਲ ਥ੍ਰਿਲਡ ਬਾਈ ਦੈਟ। ਉਹਨਾਂ ਦਾ ਕੀ ਹੈ, ਉੱਥੇ ਵੱਡੇ ਵੱਡੇ ਪਾਲਿਸੀ ਮੇਕਰਸ ਬਹਿ ਜਾਂਦੇ ਨੇ, ਹਾਂਜੀ $200 ਦਾ ਜੀ ਇੱਕ ਟਰੀ ਆਏਗਾ ਜੀ, ਇਹ ਜੀ $150 ਦਾ ਟਰੀ ਆਏਗਾ ਜੀ, ਇਹ ਅਸੀਂ ਇੰਨੇ ਕਾਰਪੋਰੇਸ਼ਨ ਦੇ ਦਾਂਗੇ ਜੀ, ਇੰਨੇ ਪੈਸੇ ਦੇ ਦਾਂਗੇ ਜੀ, ਇੱਦਾਂ ਅਸੀਂ ਕਾਰਬਨ ਕਲਾਈਮੇਟ ਚੇਂਜ ਨੂੰ ਰੋਕਾਂਗੇ। ਅਸੀਂ ਕਿਹਾ ਵੀ ਆਹ ਸਸਤੇ ਤੋਂ ਸਸਤੇ ਢੰਗ ਨਾਲ ਤੁਸੀਂ ਕਰ ਸਕਦੇ ਹੋ। ਸੋ ਦੇ ਆਰ ਆਲ ਵੈਰੀ ਥ੍ਰਿਲਡ। ਸਾਡੇ ਲੋਕਲ, ਮੈਂ ਦੱਸਣਾ ਚਾਹੁੰਦਾ ਕੈਰੋ ਸਾਹਿਬ, ਲੋਕਲ ਸਾਡੀ ਕਾਉਂਟੀ ਦੇ ਵਿੱਚ 4 ਮੇਜਰ ਜਿਹੜੇ ਇਨਵਾਇਰਨਮੈਂਟਲ ਡਿਪਾਰਟਮੈਂਟ ਦੇ ਲੋਕ, ਉਹਨਾਂ ਨੂੰ ਅਸੀਂ ਪ੍ਰੈਜੈਂਟੇਸ਼ਨ ਦਿੱਤੀ। ਤੁਸੀਂ ਮੰਨੋਗੇ ਨਹੀਂ, 4 ਡਿਪਾਰਟਮੈਂਟਸ ਦੇ ਹੈਡ ਸਾਡੇ ਗੁਰਦੁਆਰੇ ਪਹੁੰਚ ਗਏ, ਔਰ ਉਹਨਾਂ ਨੇ ਕਿਹਾ ਜੀ ਵੀ ਇਹ ਤਾਂ ਤੁਸੀਂ ਕਮਾਲ ਕਰਦੇ ਹੋ, ਤੇ ਜੋ ਜਿੰਨਾ ਪੈਸਾ ਚਾਹੁੰਦੇ ਹੋ ਅਸੀਂ ਪਰ ਜੰਗਲ ਲਗਾਉਣ ਦਾ ਅਸੀਂ ਤੁਹਾਨੂੰ $20,000 ਦੇਵਾਂਗੇ। ਆਹ ਹੈ ਕੰਮ ਦਾ। ਮੈਨੇ ਜੇ ਸਹੀ ਢੰਗ ਨਾਲ, ਸਾਇੰਟੀਫਿਕ ਢੰਗ ਦੇ ਨਾਲ ਕੰਮ ਕੀਤਾ ਜਾਵੇ ਤੇ ਜਿਹੜੇ ਰੀਅਲ ਐਕਸਪਰਟਸ ਨੇ ਦੇ ਆਨਰ ਦਿਸ ਵਰਕ। ਸੋ ਹੁਣ ਸਾਨੂੰ ਇਨਵੀਟੇਸ਼ਨ ਜਰਮਨੀ ਤੋਂ ਵੀ ਆਇਆ, ਇਜ਼ਰਾਈਲ ਤੋਂ ਵੀ ਆਇਆ, ਘਾਨਾ ਤੋਂ ਵੀ ਆਇਆ, ਤੇ ਕੈਨੇਡੀਅਨ ਗਵਰਨਮੈਂਟ ਨਾਲ ਵੀ ਸਾਡੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਕਿਉਂਕਿ ਉਹਨਾਂ ਨੇ 1 ਬਿਲੀਅਨ ਟਰੀਜ਼ ਲਗਾਉਣੇ ਨੇ ਸਾਰੇ ਕੈਨੇਡਾ ਦੇ ਵਿੱਚ। ਅਸੀਂ ਹੁਣੇ ਪ੍ਰਪੋਜ਼ਲ ਸਬਮਿਟ ਕੀਤੀ ਹੈ ਕਿ ਅਸੀਂ ਇਸੇ ਢੰਗ ਦੇ ਨਾਲ ਗੁਰੂ ਨਾਨਕ ਸੀਕ੍ਰੇਟ ਫੋਰੈਸਟ ਲਗਾਵਾਂਗੇ। ਅਸੀਂ ਜੇ ਅਮਰੀਕਾ 'ਚ ਵੀ ਲਗਾਵਾਂਗੇ ਉੱਥੇ ਵੀ ਗੁਰੂ ਨਾਨਕ ਸੀਕ੍ਰੇਟ ਫੋਰੈਸਟ ਹੀ ਹੋਏਗਾ, ਉਹਦਾ ਨਾਮ ਵੀ ਉਹੀ ਰੱਖਾਂਗੇ। ਨੈਕਸਟ, ਇਹ ਜਿਹੜੇ ਪੰਛੀਆਂ ਦੀਆਂ ਫੋਟੋਆਂ ਦੇਖ ਰਹੇ ਹੋ ਜੀ, ਇਹ ਪੰਜਾਬ ਦੇ ਪੰਛੀ ਨੇ ਜਿਹੜੇ ਸ਼ਾਇਦ ਆਪਣੇ ਵਿੱਚੋਂ ਕਈਆਂ ਨੇ ਦੇਖੇ ਵੀ ਨਾ ਹੋਣ। We don't even know the names. ਇਹ ਪੰਛੀ ਐਗਜ਼ੈਕਟ ਪਿਕਚਰਸ ਅਸੀਂ ਆਪਣੇ ਪੰਜਾਬ ਦੇ ਵਿੱਚ ਲੱਗੇ ਫੋਰੈਸਟ ਦੇ ਵਿੱਚੋਂ ਖਿੱਚੀਆਂ ਫੋਟੋਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਵੀ ਇਸ ਕਿਸਮ ਦੀ ਬੜੇ ਕਮਾਲ ਦੀ ਜਿਹੜੀ ਕੁਦਰਤ ਪੰਜਾਬ ਦੇ ਵਿੱਚ ਹੈ, ਪਰ ਉਹ ਵਿਚਾਰੀ ਲੁਕਦੀ ਫਿਰਦੀ ਹੈ, ਉਹਨੂੰ ਥਾਂ ਨਹੀਂ ਮਿਲਦਾ। ਜੇ ਅਸੀਂ ਇੱਦਾਂ ਦੀ ਥਾਂ ਬਣਾਵਾਂਗੇ ਤਾਂ ਸਾਰੇ ਪੰਛੀ ਆਉਣਗੇ। ਉਹੀ ਜਿਹੜੇ ਸਾਡੇ ਨਿਆਣਿਆਂ ਨੇ ਕਦੀ ਦੇਖਣੇ ਵੀ ਨਹੀਂ ਜਾਂ ਦੇਖੇ ਹੀ ਨਹੀਂ, ਉਹਨਾਂ ਨੂੰ ਅਸੀਂ ਦਿਖਾਉਣ ਜੋਗੇ ਤਾਂ ਹੋਵਾਂਗੇ, ਪਰ ਉਹ ਤਾਂ ਹੀ ਹੋਊਗਾ ਜੇ ਅਸੀਂ ਜੰਗਲ ਲਗਾਵਾਂਗੇ। ਸੋ ਇਹ ਫੋਟੋਆਂ ਅਸੀਂ ਖਿੱਚੀਆਂ ਹੋਈਆਂ ਨੇ ਜੀ ਬਾਇਓਡਾਇਵਰਸਿਟੀ ਦੀਆਂ, ਜਿਹੜੀ ਕਿ ਤਿਤਲੀਆਂ, ਭੌਰੇ, ਕਈ ਕੀੜੇ ਮਕੌੜੇ ਤਾਂ ਇੰਨੇ ਸੋਹਣੇ ਨੇ ਛੋਟੇ ਛੋਟੇ, ਜਿਹੜੇ ਕਿ ਤੁਹਾਨੂੰ ਕਦੀ ਵੀ ਦੇਖਣ ਨੂੰ ਨਹੀਂ ਮਿਲਣਗੇ, ਪਰ ਇਹਨਾਂ ਫੋਰੈਸਟ ਦੇ ਵਿੱਚ ਤੁਸੀਂ ਦੇਖ ਸਕਦੇ। ਨੈਕਸਟ, ਆਹ ਜੀ ਆਪਣਾ 1.5 ਸਾਲ ਦੇ ਵਿੱਚ ਆ ਪੂਰਾ ਛੱਤਾ ਬਣਿਆ ਹੋਇਆ ਮਧੂਮੱਖੀਆਂ ਦਾ, ਤੁਸੀਂ ਦੇਖ ਸਕਦੇ ਹੋ ਹਨੀ ਬੀ ਫੋਰੈਸਟ ਦੇ ਵਿੱਚ ਆਪਣੇ। ਆਹ ਸੁਣੋ ਜੀ ਆਵਾਜ਼, ਲੁਧਿਆਣੇ ਦਾ ਜਿਹੜਾ ਮੋਸਟ ਇੰਡਸਟਰੀਅਲ ਏਰੀਆ ਦੇ ਜੰਗਲ ਦਾ ਗੀਤ ਸੁਣੋ। ਇਹ ਜੰਗਲ ਦੀ ਆਵਾਜ਼ ਮੈਂ ਜਦੋਂ ਵੈਟੀਕਨ ਤੇ ਮੀਟਿੰਗ ਤੋਂ ਬਾਅਦ, ਪੋਪ ਦੀ ਮੀਟਿੰਗ ਤੋਂ ਬਾਅਦ ਜਦੋਂ ਬਾਹਰ ਨਿਕਲਿਆ, ਤੇ ਇਹ ਮੈਂ ਜਿਹੜੀ ਵੀਡੀਓ ਹੈ, ਇਹ ਜਿਹੜੇ ਟੌਪ ਦੇ ਸਾਰੇ ਰਿਲੀਜੀਅਸ ਲੀਡਰਸ ਆਏ ਹੋਏ ਸੀਗੇ। ਆਇਟੋਲਾ ਟਹਿਰਾਨ ਤੋਂ ਆਇਆ ਹੋਇਆ ਸੀ, ਇੱਕ ਬ੍ਰਾਜ਼ੀਲ ਤੋਂ ਆਇਆ ਹੋਇਆ ਸੀਗਾ ਕ੍ਰਿਸਚੀਅਨ ਲੀਡਰ, ਇਸੇ ਤਰ੍ਹਾਂ ਆਪਣਾ ਜਰਮਨੀ ਤੋਂ ਆਏ ਹੋਏ ਸੀਗੇ, ਤੇ ਉਹਨਾਂ ਸਾਰਿਆਂ ਨੂੰ ਸੁਣਾਈਆਂ, ਸਾਰੇ ਦੰਗ ਰਹਿ ਗਏ। ਇਹ ਯਾਰ ਇਹ ਫੋਰੈਸਟ ਕਿੱਦਾਂ, ਇਹ 1.5 ਸਾਲ ਦੇ ਵਿੱਚ 2 ਸਾਲ ਦੇ ਵਿੱਚ ਇੱਦਾਂ ਦੀ ਬਰਡਸ ਦੀ ਗੱਲ ਹੀ ਕਮਾਲ ਦੀ ਹੈ। ਸੋ ਜਿਹਨੂੰ ਮੈਂ ਦਿਖਾਇਆ, ਇਹ COP26 ਦੇ ਵਿੱਚ ਗਲਾਸਗੋ ਦੇ ਵਿੱਚ ਭਰੇ ਦਰਬਾਰ ਦੇ ਵਿੱਚ ਇਹ ਮੈਂ ਵੀਡੀਓ ਦਿਖਾਈ, ਤੇ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹੈੱਡ ਸੀਗਾ ਡਿਵੈਲਪਮੈਂਟ ਪ੍ਰੋਗਰਾਮ ਦਾ, ਜਿਹਦੇ ਨਾਲ ਮਿਲ ਕੇ ਅਸੀਂ ਇਕੋਸਿਕ ਲਾਂਚ ਕੀਤੀ ਸੀ, ਉਹ ਬੰਦਾ ਇਹਨੇ ਸਟੇਜ ਦੇ ਉੱਤੇ ਬੈਠੇ ਅੱਖਾਂ 'ਚ ਹੰਝੂ ਆ ਗਏ, ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਸ ਕਿਸਮ ਦਾ ਕੰਮ ਵੀ ਹੋ ਸਕਦਾ। ਮੈਨੇ ਸਾਡੇ ਪੰਜਾਬੀ ਮੁੰਡੇ ਜੰਗਲ ਲਗਾਉਂਦੇ, ਉਹ ਤੁਹਾਨੂੰ ਵੀਡੀਓ ਦਿਖਾਵਾਂਗੇ, ਹਿਰਦਾ ਗਦਗਦ ਹੋ ਜਾਂਦਾ। ਨੈਕਸਟ, ਇਹ ਜੀ ਜਿਹੜੇ ਸਾਰੇ ਸੀਡ ਆਪਾਂ ਇਕੱਠੇ ਕੀਤੇ ਨੇ,
ਕਈ ਰੁੱਖ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੇ ਕਈ ਰੁੱਖ ਲਗਾਏ ਸੀਗੇ, ਉਹ ਜਿਹੜੇ ਗੁਰਦੁਆਰਿਆਂ ਦੇ ਵਿੱਚ ਰੁੱਖ ਲੱਗੇ ਨੇ ਉਹਨਾਂ ਦੇ ਅਸੀਂ ਸੀਡ ਰੈਪਲੀਕੇਟ ਕਰਕੇ ਉਹ ਸੀਡ ਦੇ ਅਸੀਂ ਹੁਣ ਕਈ ਜੰਗਲਾਂ 'ਚ ਲਗਾਏ ਨੇ, ਉਹ ਵੀ ਸੀਡ ਬੈਂਕ ਦੇ ਵਿੱਚ ਹੈਗੇ ਨੇ। ਸੋ ਇੱਕ ਪੂਰੀ ਵੀਡੀਓ ਹੈਗੀ ਜਿਹੜੀ ਤੁਸੀਂ ਗੂਗਲ ਕਰ ਸਕਦੇ ਹੋ, YouTube ਤੇ ਜਾ ਕੇ ਦੇਖ ਸਕਦੇ ਹੋ, ਈਕੋਸਿਕ ਸੀਡ ਬੈਂਕ। ਉਹਦੇ 'ਚ ਤੁਹਾਨੂੰ ਸਾਰੀ ਉਹ 3 ਮਿੰਟ ਦੀ ਵੀਡੀਓ ਹੈਗੀ, ਉਹ ਤੁਹਾਨੂੰ ਦੇਖ ਕੇ ਤੁਹਾਨੂੰ ਬੜੀ ਖੁਸ਼ੀ ਹੋਏਗੀ ਕਿ ਕਿਸ ਤਰ੍ਹਾਂ ਇਹ ਸੀਡਸ ਪ੍ਰੋਟੈਕਟ ਕੀਤੇ ਗਏ ਨੇ। 100 ਤੋਂ ਵੱਧ ਨੇਟਿਵ ਸਪੀਸ਼ੀਜ਼ ਦੇ ਜਿਹੜੇ ਇਸ ਵੇਲੇ ਸੀਡਸ ਨੇ ਉਹ ਅਸੀਂ ਪ੍ਰੀਜ਼ਰਵ ਕੀਤੇ ਨੇ, ਤੇ ਕਈ ਜਿਹੜੇ ਬਹੁਤੇ ਇੰਡੈਂਜਰਡ ਸਪੀਸ਼ੀਜ਼ ਨੇ ਅੱਜ ਵੀ ਇਹਦੇ ਵਿੱਚ ਵੀ ਕਈ ਆਪਣੇ ਲਗਾਏ ਨੇ। ਬਿਲਕੁਲ ਟੱਕ ਇੰਡੇਂਜਰਡ ਹੈ, ਫਲਾਈ ਖਤਮ ਹੁੰਦੇ ਆ ਲਗਭਗ, ਮਤਲਬ ਕਈ ਨੇ ਆਮ ਨਹੀਂ ਮਿਲਦੇ, ਲਗਭਗ ਸਮਝ ਲਓ ਇਹਦੇ ਵਿੱਚ 70% ਸਪੀਸ਼ੀਜ਼ ਐਸੀਆਂ ਨੇ ਆਮ ਨਹੀਂ ਮਿਲਦੀਆਂ, ਅਪਾਰਟ ਫਰੋਮ ਜਿਹੜੀਆਂ ਕਮਰਸ਼ੀਅਲਾਈਜ਼ ਹੋ ਗਈਆਂ ਜਿਵੇਂ ਟਾਲੀ ਵਗੈਰਾ, ਬਾਕੀ ਆਮ ਨਹੀਂ ਮਿਲਦੀਆਂ। ਨੈਕਸਟ ਇਹ ਜੀ ਅਸੀਂ ਉੱਥੇ ਹੁਣ ਨਰਸਰੀ ਬਣਾਈ ਹੈ ਲੁਧਿਆਣੇ ਦੇ ਵਿੱਚ। 25,000 ਰੁੱਖਾਂ ਦਾ ਇਸ ਵੇਲੇ ਸਾਡੇ ਕੋਲ ਕਪੈਸਿਟੀ ਹੈਗੀ ਹੈ, ਤੇ ਇਹ ਵੀ ਸਰਦਾਰ ਸਾਹਿਬ ਬੜੇ ਮੈਨੇ ਦਿਲੋਂ ਇਹਨਾਂ ਨੂੰ ਪਿਆਰ ਹੈ ਕੁਦਰਤ ਦੇ ਨਾਲ, ਤੇ ਜਦੋਂ ਇਹਨਾਂ ਨੇ ਕੰਮ ਦੇਖਿਆ ਵੀ ਗੁਰੂ ਨਾਨਕ ਦੇ ਨਾਂ ਤੇ ਹੋ ਰਿਹਾ, ਉਹਨਾਂ ਨੇ ਕਿਹਾ ਜੀ ਮੇਰੀ ਫੈਕਟਰੀ ਦੇ ਵਿੱਚ ਤੁਸੀਂ ਨਰਸਰੀ ਬਣਾ ਲਓ। ਅਸੀਂ ਉੱਥੇ ਨਰਸਰੀ ਬਣਾਈ ਹੈ, ਹੁਣ ਉਹਨੂੰ ਹੋਰ ਐਕਸਪੈਂਡ ਕਰ ਰਹੇ ਹਾਂ, ਤੇ ਇਹ ਹੁਣ ਇਸ ਵੇਲੇ ਸਾਡੇ ਕੋਲ ਜਿਹੜੇ ਨੇਟਿਵ ਸਪੀਸ਼ੀਜ਼ ਦੇ ਰੁੱਖਾਂ ਦੀ ਪੂਰੀ ਨਰਸਰੀ ਤਿਆਰ ਹੈ ਜੀ। ਨੈਕਸਟ ਇਹ ਅਸੀਂ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ, ਹੁਣ ਬਾਕੀ ਸਟੇਟਾਂ 'ਚ ਵੀ ਜਾਵਾਂਗੇ, ਅਸੀਂ ਨੌਜਵਾਨਾਂ ਨੂੰ ਟ੍ਰੇਨ ਕਰ ਰਹੇ ਹਾਂ। ਇਹ ਫਤਿਹਗੜ੍ਹ ਸਾਹਿਬ ਦੀ ਫੋਟੋ ਹੈ ਜੀ। ਅਸੀਂ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ 50 ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਐਜ਼ ਫੋਰੈਸਟ ਮੇਕਰ, ਤੇ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇਸ ਹਫ਼ਤੇ ਹਰਿਆਣੇ ਦੇ ਵਿੱਚ ਜੰਗਲ ਲੱਗ ਰਿਹਾ 1100 ਬੂਟਿਆਂ ਦਾ, ਉਸ ਦੇ ਵਿੱਚ ਸਾਡਾ ਪੰਜਾਬ ਦਾ ਮੁੰਡਾ ਨੌਜਵਾਨ ਜਿਹਨੇ ਇੱਥੋਂ ਟ੍ਰੇਨਿੰਗ ਲਈ ਹੈ ਉਹ ਜਾ ਕੇ ਹੁਣ ਉਹਦੇ ਜੰਗਲ ਲਗਾ ਰਿਹਾ, ਪਰ ਉਹਨੂੰ ਫਾਈਨੈਂਸ਼ੀਅਲ ਫਾਇਦਾ ਵੀ ਹੋ ਰਿਹਾ। ਅਸੀਂ ਉਹਨੂੰ ਸਟਿਪੈਂਡ ਦਿੰਦੇ ਹਾਂ ਜੀ, ਉਹਦੀ ਇੰਪਲੋਏਬਿਲਿਟੀ ਹੋ ਗਈ ਹੈ, ਉਹਨੂੰ ਕੰਮ ਮਿਲ ਗਿਆ, ਨਾਲੇ ਪੁੰਨ ਨਾਲੇ ਫਲੀਆਂ ਨਾਲੇ ਕੰਮ ਕਰ ਰਿਹਾ, ਨਾਲੇ ਉਹਨੂੰ ਇੰਪਲੋਇਮੈਂਟ ਮਿਲ ਗਈ। ਨੈਕਸਟ ਇਹ ਸਾਡੇ ਟੀਮ ਮੈਂਬਰਸ ਨੇ ਜੀ, ਡੈਡੀਕੇਟਿਡ ਟੀਮ ਮੈਂਬਰਸ ਨੇ, ਤੇ ਇਹ ਪਵਨੀਤ ਸਿੰਘ ਵੀ ਇਜ਼ ਵਨ ਆਫ ਦੈਮ। ਬਾਕੀ ਇਹ ਸਾਡੇ ਹੁਣ ਇਸ ਵੇਲੇ ਐਕਸਪਰਟ ਇਹ ਸਾਡੇ ਫੋਰੈਸਟ ਮੇਕਰਸ ਨੇ। ਨੈਕਸਟ ਸੋ ਜਿਹੜੇ ਇਸ ਯੂਨਾਈਟਿਡ ਨੇਸ਼ਨਸ ਦੇ ਡਿਵੈਲਪਮੈਂਟ ਗੋਲਸ ਨੇ, ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ, ਉਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ 10 ਡਿਵੈਲਪਮੈਂਟ ਗੋਲਸ ਨੂੰ ਅਸੀਂ ਟੱਚ ਕਰਦੇ ਹਾਂ। ਇੱਕ ਫੋਰੈਸਟ ਜਦੋਂ 550 ਰੁੱਖਾਂ ਦਾ ਲਗਾਉਂਦੇ ਆ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਵੀ, so we want to make sure that this is just not a freebie given to anybody. Everybody is investing, and village वाले भी invest करते हैं, जत्थेबंदी वालों भी investment होती है, ਤੇ society वालों भी, civil society वालों भी लोग contribute करते हैं। Next ਇਹ ਹੈ ਜੀ ਸਾਡਾ ਸਾਰਾ ਟੋਟਲ ਰਿਜ਼ਲਟ ਹੈ। ਇਹ ਹੁਣ ਤੱਕ ਜਿਹੜੇ 400 ਜੰਗਲ ਲੱਗ ਚੁੱਕੇ ਨੇ, ਤੇ we invite you to visit each one of them. ਤੁਸੀਂ ਜਦੋਂ ਵੀ ਹਾਈਵੇ ਤੇ ਜਾ ਰਹੇ ਹੋ, ਗੂਗਲ ਕਰੋ, stop by to any forest, feel the fresh air, and you will feel really elated, because this is the most positive work we can all do for our mother and Mother Earth, as well as for our coming generations. You know, person like him, he could be very busy making money, or doing what he is doing, whatever his role is in society, but he has a larger vision that life is just not about status. Life is not all about how much bank balance you have, how much property you have. Life is all about how do you make other people happy and heal the world. And healing the world is the best thing you can do as a follower of Guru Nanak. Guru Nanak ne ਹੋਰ ਕੀ ਕੀਤਾ? Guru Nanak ਨੇ ਕਿਹਾ ਪਿਆਰ ਕਰੋ, ਪਿਆਰ ਵੰਡੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਹੀ ਕਿਹਾ। ਸੋ ਇਹ ਪ੍ਰੇਮ ਦਾ ਮੇਰੇ ਖਿਆਲ 'ਚ ਇੱਕ ਸੋਹਣਾ ਰੂਪ ਹੈ ਕਿ ਇਸ ਪ੍ਰੇਮ ਦੇ ਵਿੱਚ ਜੰਗਲ ਲਗਾ ਕੇ ਦੂਜਿਆਂ ਨੂੰ ਸੁੱਖ ਪਹੁੰਚਾ ਰਹੇ ਹਾਂ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਇੱਕ ਵੀਡੀਓ ਸਾਡੀ ਕਮਿਊਨਿਟੀ ਲਈ ਬਹੁਤ ਚੰਗੀ ਗੱਲ ਹੈ, ਤੇ ਇਹ ਰੈਕੋਗਨਾਈਜੇਸ਼ਨ ਹੁਣ ਸ਼ੁਰੂ ਹੋ ਗਈ ਹੈ। ਮੈਨੇ ਅੱਜ ਜਿਹੜਾ ਨੀਤੀ ਆਯੋਗ ਦਾ ਜਿਹੜਾ ਚੀਫ ਹੈ ਉਹ ਸਾਨੂੰ ਇਨਵਾਈਟ ਕਰਦਾ ਹੈ ਕਿ ਆ ਕੇ ਸਾਨੂੰ ਦੱਸੋ ਕਿ ਹਿੰਦੁਸਤਾਨ ਦੇ ਵਿੱਚ, ਔਰ ਉਹਨਾਂ ਦਾ ਪਲਾਨ ਹੈ ਜੀ ਵਰਲਡ ਇਕਨੋਮਿਕ ਫੋਰਮ ਦੇ ਨਾਲ ਐਗਰੀਮੈਂਟ ਸਾਈਨ ਹੋਇਆ ਹੈ। ਇੱਕ ਨੌਜਵਾਨਾਂ ਦਾ ਗਰੁੱਪ ਹੈ, ਉਹ ਵੀ ਆਪਣਾ ਸਰਦਾਰ ਮੁੰਡਾ ਹੈ, ਉਹਨੇ ਸਾਈਨ ਕੀਤਾ ਕਿ ਅਸੀਂ 1 ਬਿਲੀਅਨ ਟਰੀ ਇੰਡੀਆ 'ਚ ਲਗਾਵਾਂਗੇ, ਤੇ ਉਹ ਸਾਈਨ ਤਾਂ ਕਰ ਲਿਆ,
ਪਰ ਉਹਨੇ ਸਾਰੇ ਚੈੱਕ ਕੀਤੇ ਵੀ ਕਿਹਨਾਂ ਨਾਲ ਅਸੀਂ ਪਾਰਟਨਰਸ਼ਿਪ ਕਰਕੇ ਕੰਮ ਕਰ ਸਕਦੇ ਹਾਂ। ਤੇ ਗੈਸ ਵਾਟ, ਵਾਹਿਗੁਰੂ ਦੀ ਮਿਹਰ ਹੈ, ਇਹ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਦਾਤ ਹੈ ਕਿ ਉਹਨਾਂ ਨੇ ਈਕੋਸਿਕ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਅਗਰੀਮੈਂਟ ਕਰਕੇ 1 ਬਿਲੀਅਨ ਟਰੀ ਇੱਥੇ ਇੰਡੀਆ 'ਚ ਲਗਾਉਣੇ ਆ। ਸੋ ਵਾਹਿਗੁਰੂ ਮਿਹਰ ਕਰੇ। we accepted the challenge, we told them, ਉਹ ਕਹਿੰਦੇ ਜੀ ਤੁਹਾਡੇ ਕੋਲ ਇੰਨੀ ਸ਼ਕਤੀ ਹੈ, ਤੁਹਾਡੇ ਕੋਲ ਇੰਨੀ ਕਪੈਸਿਟੀ ਹੈ, will you be able to handle it? We said yes, we can handle it। ਅਸੀਂ ਜੇ ਇਹ ਸਾਡੇ ਪੰਜਾਬ ਦੇ ਜੰਮੇ ਪਲੇ ਪੁੱਤ ਜੇ ਇਹ ਜੁਟ ਜਾਣ ਜਾਂ ਪੁੱਤਰੀਆਂ ਜੇ ਜੁਟ ਜਾਣ ਤੇ ਕੌਣ ਰੋਕ ਸਕਦਾ? ਜੇ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਘਰ ਵਾਪਸ ਭੇਜ ਦਿੱਤਾ ਸੀ ਤੇ ਅਸੀਂ ਰੁਕ ਨਹੀਂ ਲਗਾ ਸਕਦੇ ਇੱਥੇ, ਕਿਉਂ ਜੀ? ਯੂ ਆਲ ਅਗਰੀ? ਉਸ ਦੇ ਉਹਨੂੰ ਜਦੋਂ ਅਸੀਂ ਕਨਵਿੰਸ ਕਰਤਾ ਕਿ ਇਹ ਜੰਗਲ ਹਾਂਜੀ ਤੇ ਹੁਣ ਇਸ ਵੇਲੇ DGFT ਹੈ, ਮਤਲਬ ਵੀ ਹੀ ਇਜ਼ ਦੀ ਡਾਇਰੈਕਟਰ ਜਨਰਲ ਆਫ ਆਲ ਦ ਫੋਰਨ ਟ੍ਰੇਡ ਇਨ ਇੰਡੀਆ। ਸਿੱਖਾਂ ਦੇ ਵੀ ਇਹ ਕੰਮ ਉੱਥੇ ਜਿੱਦਾਂ ਕਰਕੇ ਦਿਖਾਇਆ, ਕਹਿੰਦਾ ਮੈਨੂੰ ਇੰਨੇ ਸਕੈਪਟੀਕਲ ਲੋਕਾਂ ਨੇ ਡਿਸਕਰੇਜ ਕੀਤਾ ਹੈ, ਕੀ ਕਰ ਰਹੇ, ਕੁਝ ਨਹੀਂ ਹੋਣਾ, ਕੁਝ ਨਹੀਂ ਹੋ ਸਕਦਾ। ਹੁਣ ਇਸ ਵੇਲੇ ਤੁਸੀਂ ਮੰਨੋਗੇ ਨਹੀਂ ਕਿ ਉੱਥੇ 1 ਲੱਖ ਬੂਟਾ ਅਸੀਂ ਲਗਾਇਆ, 1 ਲੱਖ ਰੁੱਖਾਂ ਦਾ ਜੰਗਲ ਹੈ। ਤੇ ਕੈਰੋ ਸਾਹਿਬ ਤੁਸੀਂ ਮੰਨੋਗੇ ਨਹੀਂ ਕਿ ਕੋਬਰਾਸ ਦੀਆਂ ਫੈਮਲੀਆਂ ਉੱਥੇ ਆ ਗਈਆਂ ਨੇ, ਕਿਸਮ ਦੇ ਜਿਹੜੇ ਜੀਵ ਜੰਤੂ ਉਹਨਾਂ ਨੇ ਆਪਣੇ ਘਰ ਬਣਾ ਲਏ ਨੇ, ਤੇ ਫੌਕਸ ਆ ਗਏ ਨੇ। ਤੇ ਉਹ ਅਮੀਆ ਚੰਦਰਾ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਅਗਲੇ ਜਨਮ 'ਚ ਕੀ ਬਣਨਾ, ਪਰ ਜੇ ਦੁਬਾਰਾ ਇਸ ਧਰਤੀ ਤੇ, ਵੈਸੇ ਕਹਿੰਦਾ ਮੈਂ ਆਉਣਾ ਨਹੀਂ ਚਾਹੁੰਦਾ, ਪਰ ਜੇ ਮੈਂ ਆਉਣਾ ਚਾਹਾਂ ਤੇ ਮੈਂ ਚਾਹੁੰਦਾ ਕਿ ਮੈਂ ਇੱਕ ਪੰਛੀ ਬਣ ਕੇ ਉਸ ਜੰਗਲ 'ਚ ਜਾਵਾਂ, ਕਾਂਡਲਾ ਦੇ ਵਿੱਚ। ਸੋ ਉਹ ਇੱਕ ਜਾਗਦੀ ਤਸਵੀਰ ਹੈ ਆਪਣੇ ਇਸ ਪ੍ਰੋਜੈਕਟ ਦੇ ਵਿੱਚ ਜੋ ਕੁਛ ਪ੍ਰੋਡਿਊਸ ਹੋਇਆ। ਤੇ ਮੈਂ 4 ਤਰੀਕ ਨੂੰ ਉੱਥੇ ਜਾ ਰਿਹਾ, ਜੇ ਕਿਸੇ ਨੂੰ ਤੁਹਾਡੇ ਵਿੱਚ ਚੱਲਣਾ ਹੋਵੇ ਮੇਰੇ ਨਾਲ ਤੇ ਚਲੋ, ਆਪਾਂ 1 ਦਿਨ ਦਾ ਟ੍ਰਿਪ ਹੈ, ਤੁਹਾਨੂੰ ਦਿਖਾ ਕੇ ਲਿਆਉਂਦੇ ਹਾਂ 1 ਲੱਖ ਰੁੱਖਾਂ ਦਾ ਜੰਗਲ, ਜਿਹੜਾ ਕਿ ਲਾਰਜੈਸਟ ਫੋਰੈਸਟ ਮੈਂ ਆਪ ਹੀ ਨਹੀਂ ਦੇਖਿਆ, ਪਰ ਇਟ ਵਿਲ ਬੀ ਅ ਗ੍ਰੇਟ ਥਿੰਗ ਟੂ ਵਿਜ਼ਿਟ। ਤੇ ਅਖੀਰ ਦੇ ਵਿੱਚ 1 ਮਿੰਟ ਦੇ ਵਿੱਚ 2 ਮਿੰਟ ਦੇ ਵਿੱਚ ਮੈਂ ਤੁਹਾਨੂੰ ਇੱਕ ਜਿਹੜਾ ਪ੍ਰੋਜੈਕਟ ਅਸੀਂ ਕੀਤਾ ਉਹਦੇ ਬਾਰੇ ਵੀ ਦੱਸ ਦਵਾਂ ਕਿ ਮੋਗੇ ਦੇ ਵਿੱਚ ਪਿੰਡ ਪੱਤੋ ਹੀਰਾ ਸਿੰਘ ਦੇ ਵਿੱਚ ਇੱਕ ਥਾਂ ਹੈਗੀ ਹੈ ਜਿੱਥੇ 4 ਗੁਰੂ ਸਾਹਿਬਾਨ ਨੇ ਆਪਣੇ ਚਰਨ ਛੋਏ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਿਰਾਏ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ। ਉਹ ਪਿੰਡ ਪੱਤੋ ਹੀਰਾ ਸਿੰਘ ਦੇ ਵਿੱਚ ਅਸੀਂ ਇੱਕ ਬਾਗ ਕ੍ਰੀਏਟ ਕੀਤਾ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਬਾਗ। ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਤੱਕ ਰੁੱਖਾਂ ਦਾ ਨਾਮ ਆਇਆ ਹੈ, ਕਿਸੇ ਫਸਲ ਦਾ ਨਾਮ ਆਇਆ, ਕਿਸੇ ਝਾੜੀ ਦਾ ਨਾਮ ਆਇਆ, ਕਿਸੇ ਵੀ ਫਲ ਬੂਟੇ ਦਾ ਨਾਮ ਆਇਆ, ਉਹ ਸਾਰੇ ਅਸੀਂ ਉਸ ਬਾਗ ਦੇ ਵਿੱਚ ਲਗਾ ਦਿੱਤੇ ਨੇ। 6000 ਤੋਂ ਵੱਧ ਇਸ ਵੇਲੇ ਰੁੱਖ ਤੇ ਬੂਟੇ ਤੇ ਸਾਰੇ ਪਲਾਂਟਸ ਉੱਥੇ ਲੱਗੇ ਨੇ ਤੇ ਉਹਦੀ ਵੀ ਜੈ ਜੈਕਾਰ ਹੋ ਰਹੀ ਹੈ, ਕਿਉਂਕਿ ਪਹਿਲਾ ਗੁਰੂ ਗ੍ਰੰਥ ਸਾਹਿਬ ਬੇਸ ਬਾਗ ਲੱਗਿਆ, ਗੁਰੂ ਗ੍ਰੰਥ ਸਾਹਿਬ ਗਾਰਡਨ ਉਹਦਾ ਨਾਮ ਰੱਖਿਆ। ਜੇ ਤੁਸੀਂ ਉੱਥੇ ਪਲੀਜ਼ ਵਿਜ਼ਿਟ ਕਰੋ ਤੇ ਉਹਨੂੰ ਉੱਥੇ ਦੀ ਝਲਕ ਦੇਖੋ ਕਿ ਗੁਰੂਆਂ ਦਾ ਸਾਡਾ ਇੰਨਾ ਮਹਾਨ ਵਿਜ਼ਨ। ਔਰ ਹਰ ਰੁੱਖ ਜਿਹੜਾ ਵੀ ਜੇ ਸਿਮਲ ਦਾ ਸੈਕਸ਼ਨ ਹੈ ਤੇ ਸਿਮਲ ਦੀ ਰੁੱਖ ਜਿਹੜੀ ਉਹ ਲਿਖੋ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਈ, ਉਹ ਲਿਖ ਕੇ ਉਹਦਾ ਟ੍ਰਾਂਸਲੇਸ਼ਨ ਦਿੱਤਾ ਹੋਇਆ। ਜੇ ਢੱਕ ਹੈ, ਢੱਕ ਦੇ ਥੱਲੇ ਚੰਦਨ ਹੈ, ਚੰਦਨ ਦਾ। ਸੋ ਹਰੇਕ ਰੁੱਖਾਂ ਦਾ ਇੱਕ ਸੈਕਸ਼ਨ ਬਣਾਇਆ ਹੋਇਆ ਤੇ ਨਾਲ ਅਸੀਂ ਉੱਥੇ ਇੱਕ ਝੀਲ ਵੀ ਬਣੀ ਹੋਈ ਹੈ। ਉਹਦੇ ਵਿੱਚ ਮੱਛੀਆਂ ਛੱਡੀਆਂ ਨੇ, ਬਤਕਾਂ ਆ ਰਹੀਆਂ ਨੇ, ਮੁਰਗਾਬੀਆਂ ਦੇਖੀਆਂ ਜਿਹੜੀਆਂ ਕਿ ਮੈਂ ਕਦੀ ਦੇਖੀਆਂ ਨਹੀਂ ਪੰਜਾਬ 'ਚ, ਉੱਥੇ ਮੁਰਗਾਬੀਆਂ ਪਹੁੰਚੀਆਂ ਹੋਈਆਂ ਨੇ। ਸੋ ਗੁਰੂ ਗ੍ਰੰਥ ਸਾਹਿਬ ਬਾਗ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਆਉਣ ਵਾਲੀਆਂ ਜਨਰੇਸ਼ਨਸ ਨੂੰ ਪਤਾ ਲੱਗੇਗਾ ਕਿ ਸਿੱਖ ਧਰਮ ਦਾ ਤੇ ਗੁਰਬਾਣੀ ਦਾ ਇੱਕਦਮ ਅਨਿੱਖੜਵਾਂ ਜਿਹੜਾ ਪਿਆਰ ਹੈ ਕੁਦਰਤ ਦੇ ਨਾਲ। ਉਹ ਮਿੱਟੀ ਪੁੱਟ ਕੇ ਉਹਦੇ ਵਿੱਚ ਤੂੜੀ ਰੂੜੀ ਤੇ ਆਰਗੈਨਿਕ ਮਟੀਰੀਅਲ ਮਿਲਾ ਕੇ ਉਹ ਦੁਬਾਰਾ ਉਹਦੇ ਵਿੱਚ ਪਾ ਦਿੱਤਾ ਜਾਂਦਾ ਹੈ। ਫਿਰ 6-6 ਇੰਚ ਦੇ ਉੱਤੇ ਇਹ ਜਿਹੜੇ ਬੂਟੇ ਲਗਾ ਦਿੱਤੇ ਜਾਂਦੇ ਨੇ ਤੇ ਇਹਦੇ ਵਿੱਚ ਇਹ ਆਪਣੇ ਆਪ ਸੈਲਫ ਸਸਟੇਨਿੰਗ ਹੈ। ਸੋ ਤੁਹਾਨੂੰ ਇਹਦਾ ਘੱਟ ਤੋਂ ਘੱਟ ਖਰਚਾ ਤੇ ਘੱਟ ਤੋਂ ਘੱਟ ਮੇਨਟੇਨੈਂਸ ਹੈ, ਵੱਧ ਤੋਂ ਵੱਧ ਫੈਲਦਾ ਤੇ ਵੱਧ ਤੋਂ ਵੱਧ ਇਹਦੀ ਉਮਰ ਹੁੰਦੀ ਹੈ ਤੇ ਸਰਵਾਈਵਲ ਰੇਟ 100% ਦੇ ਨੇੜੇ ਹੈ। ਸੋ ਇੱਥੇ ਮੈਂ ਸਮਾਪਤ ਕਰਾਂਗਾ। ਜੇ ਕੋਈ ਸਵਾਲ ਹੋਣ, ਮੈਂ ਤੇ ਪਵਨੀਤ ਸਿੰਘ ਵੀ ਆਰ ਅਵੇਲੇਬਲ। ਕਿਸੇ ਨੇ ਸਵਾਲ ਇੱਥੇ ਪੁੱਛਣਾ ਹੋਵੇ ਤਾਂ ਵੀ ਕੈਨ ਆਨਸਰ ਰਾਈਟ ਨਾਓ। ਪਰ ਜਿੱਥੇ ਅਸੀਂ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਵੱਡੇ ਤੋਂ ਵੱਡੇ ਪੱਧਰ 'ਤੇ ਲੈ ਕੇ ਜਾਈਏ, ਜੇ ਇਨੋਵੇਸ਼ਨ ਕਰਕੇ ਇਸ ਤਰ੍ਹਾਂ ਕੀਤਾ ਜਾਵੇ ਵੀ 4x4 ਮੀਟਰ ਦਾ ਇੱਕ ਪਰਸਨਲ ਜੰਗਲ ਆਪਣਾ ਬੰਦਾ ਘਰ ਵਿੱਚ ਬਣਾ ਲਵੇ, ਉਹ ਵੀ ਸਾਨੂੰ ਮਿਲ ਹੈ ਕਿਉਂਕਿ ਸਾਡੇ ਪਰਸਨ ਲਾਈਕ ਮੀ ਆਈ ਵਾਂਟ ਅ ਸਮਾਲ ਥਾਟ। ਉਹਦੇ ਵਿੱਚ ਮੈਂ ਪਲਾਂਟੇਸ਼ਨ ਕੀ ਲਗਾਵਾਂ, ਉਹ ਵੀ ਥੋੜੀ ਇਨੋਵੇਸ਼ਨ ਕਰਕੇ। ਪਵਨੀਤ ਸਿੰਘ, ਯੂ ਕੈਨ ਆਨਸਰ ਦਿਸ ਕੁਐਸਚਨ। ਭਾਵੇਂ ਤੁਹਾਡਾ 10 ਸਕੁਆਇਰ ਮੀਟਰ ਦਾ ਪਲਾਟ ਹੈ, ਭਾਵੇਂ 100 ਸਕੁਆਇਰ ਮੀਟਰ ਦਾ, 50 ਗੱਜ ਹੈ, 100 ਗੱਜ ਹੈ, ਉਹਦੇ ਵਿੱਚ ਵੀ ਲੱਗਦਾ 100 ਗੱਜ ਦੇ ਵਿੱਚ ਲਗਭਗ 300 ਬੂਟੇ ਲੱਗਦੇ।
ਇੱਕ ਆਪਣਾ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਹੈਗਾ ਜਿਹੜਾ ਲੁਧਿਆਣੇ ਦੇ ਵਿੱਚ ਹੈਗਾ, ਬਹੁਤ ਹੀ ਉਹਨਾਂ ਕੋਲ ਘੱਟ ਜ਼ਮੀਨ ਹੈ ਤੇ ਉਹਨਾਂ ਨੇ 100 ਸਕੁਅਰ ਫੁੱਟ ਦੇ ਵਿੱਚ ਹੀ ਅਸੀਂ ਉੱਥੇ ਜੰਗਲ ਲਗਾਏ ਨੇ। I had a research proposal because I really worked on the research तो मुझे लगता है कि अगर इसी तरह से proper research की जाए कि ਅਸੀਂ ਕਿੰਨਾ increase ਕਰ ਰਹੇ ਹਾਂ। Supposing ਇੱਕ ਤੁਸੀਂ ਜੰਗਲ ਲਗਾਇਆ, ਉਸ ਤੁਸੀਂ ਜਿੰਨੇ ਵੀ ਪੇੜ ਲਗਾਏ, ਉਸ ਨਾਲ ਦਾ ਇੱਕ ਪੌਦਾ ਅਲੱਗ ਜਗ੍ਹਾ ਤੇ ਲਗਾ ਦਿਓ, ਉਸ ਨਾਲ ਤੁਸੀਂ ਉਹਨਾਂ ਦੇ ਕੰਪੈਰੀਜ਼ਨ ਕਰ ਸਕਦੇ ਹੋ, ਉਹ ਕੰਟਰੋਲ ਹੋਏਗਾ। then you can really see कि कितनी percent increase हुई, कितनी death rate increase हुई। Even I was proposing this project, but because I was not having land or economic resources भी नहीं थी currently, this is basically this would be true research, then you can even publish your data, so that is one proposal. No, actually, Ranjit, thank you so much. Actually, we have already done an experiment, but it needs to be done at a larger level. ਚਨਾਰਥਲ ਇੱਥੇ ਜਗ੍ਹਾ ਹੈਗੀ ਫਤਿਹਗੜ੍ਹ ਸਾਹਿਬ ਦੇ ਕੋਲ, ਅਸੀਂ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਪਿੰਡ ਵਾਲਿਆਂ ਨੇ ਕਿਹਾ ਵੀ ਇੱਥੇ ਜੰਗਲ ਲਗਾ ਦਿਓ। ਅਸੀਂ ਜੰਗਲ ਲਗਾਇਆ। ਜੰਗਲ ਲਗਾਉਣ ਵੇਲੇ ਅਸੀਂ ਕਈ ਰੁੱਖ ਜਿਹੜੇ ਸੀਗੇ ਉਹਨਾਂ ਨੂੰ ਅਸੀਂ 6-6 ਫੀਟ 12-12 ਫੀਟ ਦੂਰ ਇਕੱਲੇ ਲਗਾ ਦਿੱਤਾ ਤੇ ਅਸੀਂ ਦੇਖਿਆ ਕਿ 6 ਮਹੀਨੇ ਬਾਅਦ ਉਹਨਾਂ ਦੀ ਗਰੋਥ ਉਹ 4 ਫੀਟ ਤੋਂ ਵੱਧ ਨਹੀਂ ਵਧੇ। ਪੱਤੇ ਛੋਟੇ ਜਿਹੜੇ ਉਹੀ ਸੇਮ ਰੁੱਖ ਜਿਹੜੇ ਜੰਗਲ ਦੇ ਵਿੱਚ ਲੱਗੇ ਸੀ ਉਹਨਾਂ ਦੇ 12-12 ਫੀਟ ਔਰ ਉਹਨਾਂ ਦੇ ਪੱਤੇ ਡਬਲ। ਸਰ ਇਹ ਅਸੀਂ ਸਟੱਡੀ ਪਾ ਸਕਦੇ ਕਿਤੇ ਜਾ ਸਕਦੇ ਅਸੀਂ? ਯੈਸ ਤੁਹਾਨੂੰ ਅਸੀਂ ਚਨਾਰਥਲ ਦਾ ਐਡਰੈਸ ਦੇ ਦਾਂਗੇ ਤੇ we can call them, they will welcome your going there and you can research that definitely. Yes. ਤੇ ਇਨਫੈਕਟ ਜਿਹੜੀ ਇੱਕ ਗੱਲ ਰਵਨੀਤ ਸਿੰਘ ਕੈਨ ਟੈਲ ਯੂ ਕਿ ਅਸੀਂ ਜਿਹੜੇ ਹੁਣ ਇਹ ਵੀ ਰਿਕਾਰਡ ਕਰਨਾ ਚਾਹੁੰਦੇ ਹਾਂ ਵੀ ਕਿਹੜੇ ਪੰਛੀ ਕਿਹੜੇ ਰੁੱਖਾਂ ਦੇ ਉੱਤੇ ਆਉਂਦੇ ਨੇ, ਕਿਉਂਕਿ ਹਰੇਕ ਰੁੱਖ ਆਪਣੇ ਕਿਸਮ ਦਾ ਪੰਛੀ ਬੁਲਾਉਂਦਾ ਹੈ। ਉਹ ਪੰਛੀ ਲੱਭਦੇ ਹੁੰਦੇ ਨੇ ਕਿ ਮੈਂ ਸਿਰਫ ਇਸੇ ਰੁੱਖ ਤੇ ਬਹਿਣਾ ਔਰ ਉਹਨਾਂ ਨੇ ਲੱਭ ਕੇ ਉਹ ਰੁੱਖ ਦੇ ਉੱਤੇ ਬਹਿਣਾ ਆ ਕੇ। ਬਰਡ ਕਾਲਸ ਨੂੰ ਰਿਕਾਰਡ ਕਰਕੇ ਸਾਊਂਡ ਦੀਆਂ ਫਾਈਲਸ ਨੂੰ ਐਨਾਲਾਈਜ਼ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਇਹ ਅਸੀਂ ਪਤਾ ਕਰ ਸਕਦੇ ਹਾਂ ਕਿ ਕਿਹੜੀਆਂ ਸਪੀਸੀਜ਼ ਦੇ ਕਿੰਨੇ ਬਰਡਸ ਕਿਸ ਮੌਸਮ ਤੇ ਕਿਹੜੇ ਪੇੜ ਤੇ ਆਉਂਦੇ। ਸੋ ਅਸੀਂ ਇੱਕ ਐਕਸਪੈਰੀਮੈਂਟ ਲਈ ਲੁਧਿਆਣੇ ਦੇ ਸਕੂਲ ਦੇ ਵਿੱਚ ਫੋਰੈਸਟ ਹੈ, ਉੱਥੇ 3 ਮੋਨੀਟਰਸ ਐਸਟੈਬਲਿਸ਼ ਕੀਤੇ ਨੇ, ਉਹਦਾ ਡਾਟਾ ਜਨਰੇਟ ਹੋ ਰਿਹਾ ਤੇ ਆਉਣ ਵਾਲੇ ਟਾਈਮ ਤੇ ਰਿਜ਼ਲਟਸ ਆਉਣਗੇ। ਸੋ ਸਿਮਿਲਰ ਜਿਵੇਂ ਮੈਮ ਦੱਸ ਰਹੇ ਨੇ ਇੱਦਾਂ ਹੋਰ ਵੀ ਸਾਡੇ ਰਿਸਰਚ ਆਬਜੈਕਟਿਵਸ ਨੇ ਤੇ ਵੀ ਆਰ ਵਿਲਿੰਗ ਟੂ ਐਕਸੈਪਟ ਐਨੀ ਕਾਈਂਡ ਆਫ ਹੈਲਪ ਵੀ ਕੈਨ ਗੈਟ, ਕਿਉਂਕਿ ਇੱਥੇ ਬੋਟਨਿਸਟ ਨੇ, ਇੱਥੇ ਇੰਡਸਟਰੀਲਿਸਟ ਨੇ, ਸਾਰੇ ਬੰਦੇ ਨੇ ਤੇ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਆਪਣੇ ਹਿਸਾਬ ਨਾਲ ਇਨਵੈਸਟ ਕਰ ਸਕਦਾ। ਸੋ ਵੀ ਆਰ ਓਪਨ ਟੂ ਆਈਡੀਆਜ਼ ਐਂਡ ਸੁਜੈਸ਼ਨਸ। ਐਨੀ ਅਦਰ ਕੁਐਸਚਨ? अगर आप टारगेट कर लिए कि एवरी गुरुद्वारा शुड हैव स्मॉल जंगल, क्योंकि गुरुद्वारा साहब में बहुत स्पेस भी होती है एंड दे कैन अफोर्ड ते आप अगर इस चीज़ को टारगेट कर लेने हैं तब आई थिंक काफ़ी ज़्यादा टारगेट हो जाएगा। जिवें पिंडां च भी गुरुद्वारा साहब ने ਆਪਾਂ ਜਾ ਕੇ ਉਹਨਾਂ ਨੂੰ ਕਹੀਏ, ਮੈਂ 2-3 ਪਿੰਡਾਂ 'ਚ ਟਰਾਈ ਕੀਤਾ ਸੀਗਾ, ਪਰ ਜਦੋਂ ਗੱਲ ਫਾਈਨਾਂਸ ਦੀ ਆਉਂਦੀ ਹੈ ਤੇ ਉੱਥੇ ਉਹਦੇ ਪੈਰ ਪਿੱਛੇ ਖਿੱਚ ਲੈਂਦੇ ਆ ਕਿ they don't want to invest, environment ਦੇ ਵਿੱਚ ਕੋਈ ਵੀ ਇਨਵੈਸਟ ਨਹੀਂ ਕਰਨਾ ਚਾਹੁੰਦਾ। ਤੇ ਜਦੋਂ ਆਪਾਂ ਉਹਨੂੰ ਥਰੂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਤੇ somehow they are bound to do ਉਹਦੇ ਆਪਾਂ ਥੋੜਾ ਜਿਹਾ ਠੀਕ ਹੈ। ਐਕਚੁਅਲੀ ਜੀ ਅਸੀਂ ਪ੍ਰਪੋਜ਼ ਤਾਂ ਕੀਤਾ ਹੈ ਐਚਜੀਪੀਸੀ ਨੂੰ, ਪਰ ਉਹ ਸੇਮ ਰਿਸਪੌਂਸ ਹੈ ਕਿ ਤੁਸੀਂ ਆ ਕੇ ਲਗਾ ਦਿਓ ਤੇ ਵੀ ਡੋਂਟ ਹੈਵ ਦ ਕਮਿਟਮੈਂਟ ਕਿ ਜੀ ਐਟਲੀਸਟ ਉਹ ਇਵਨ ਹੋਸਟ ਵੀ ਕਰ ਸਕਣ ਜਾਂ ਉੱਥੇ ਕੋਈ ਬੰਦਾ ਰੱਖ ਸਕਣ ਵੀ ਧਿਆਨ ਰੱਖਣ। So what we have found is कि people like individuals like us, we need to take the responsibility, क्योंकि ਜਿਹੜੀਆਂ organization ਜਾਂ bureaucratic approach ਦੇ ਨਾਲ ਉਹ ਲੋਕੀ ਕੰਮ ਨਹੀਂ ਕਰਦੇ ਹੈਗੇ। So ਹੁਣ ਦੇਖੋ 400 ਜੰਗਲ ਲਗਾਇਆ ਤੇ majority of the ਜੰਗਲ ਜਿਹੜੇ ਲੱਗੇ ਨੇ ਉਹ individual efforts ਨਾਲ ਲੱਗੇ। ਤੁਹਾਡੇ ਮੇਰੇ ਵਰਗੇ ਬੰਦਿਆਂ ਨੇ ਕਿਹਾ ਯਾਰ ਮੈਂ ਆਪਣੀ ਪ੍ਰਾਪਰਟੀ ਲਗਾਉਣਾ, ਮੈਂ ਆਪਣੇ ਬੈਕਯਾਰਡ ਲਗਾਉਣਾ, ਮੈਂ ਆਪਣੇ ਜੰਗਲ 'ਚ ਆਪਣੇ ਫੋਰੈਸਟ ਆਪਣੇ ਫਸਲ ਦੇ ਤਾਂ ਸਫਲ ਹੋਇਆ ਕੰਮ। ਤੇ ਮੈਨੂੰ ਲੱਗਦਾ ਵੀ ਇਸੇ ਰਫਤਾਰ ਨਾਲ ਅੱਗੇ ਜਾਣਾ ਪੈਣਾ, ਜਾਂ ਇਫ ਸਮ ਅਦਰ ਇੰਡਸਟਰੀਅਲਿਸਟ ਇਕੱਠੇ ਹੋ ਕੇ ਜਿਸ ਤਰ੍ਹਾਂ ਇਹ 1 ਬਿਲੀਅਨ ਟਰੀਜ਼ ਦਾ ਲਗਾਉਣ ਦਾ ਅਪਰੋਚ ਹੈਗੀ ਹੈ, ਉਹਨਾਂ ਨੇ ਵੀ ਕਿਹਾ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕੰਮ ਕਰਨ ਹੋਵੇ। ਅਸੀਂ ਦੇਖਾਂਗੇ ਕਿ ਜਿਹੜੀ ਫੰਡਿੰਗ ਕਾਰਪੋਰੇਟ CSR ਤੋਂ ਆਵੇ ਜਾਂ ATG ਕਰਕੇ ਆਵੇ ਤਾਂ ਹੋ ਸਕਦਾ।
ਸੋ ਵੀ ਆਰ ਰੈਡੀ ਟੂ ਵਰਕ ਵਿਦ ਐਨੀਬਡੀ। ਅਸੀਂ ਇੰਡੀਵਿਜੂਅਲ ਪਿੰਡ ਵਾਲੇ ਕਈ ਸਾਡੇ ਕੋਲ ਆਉਂਦੇ ਨੇ ਕਿ ਅਸੀਂ ਜੰਗਲ ਤੁਹਾਨੂੰ ਜ਼ਮੀਨ ਦੇ ਦਿੰਦੇ, ਸਾਡੇ ਕੋਲ ਪੈਸੇ ਨਹੀਂ ਹੈਗੇ। ਉੱਥੇ ਕਈ ਡੋਨਰ ਹੈਗੇ ਨੇ, ਬਾਹਰ ਵੀ ਨੇ, ਇੱਥੇ ਵੀ ਨੇ, ਲਓ ਜੀ ਪੈਸੇ ਲੈ ਲਓ, ਮੇਰੇ ਕੋਲ ਜ਼ਮੀਨ ਨਹੀਂ ਹੈ, ਜਿੱਥੇ ਕੋਈ ਭਲਾ ਕੰਮ ਹੁਣ ਕਰ ਦਿਓ, ਅਸੀਂ ਉੱਥੇ ਫਿਰ ਉਹਨੂੰ ਮੈਚ ਕਰ ਦਿੰਦੇ ਹਾਂ, ਉੱਥੇ ਜੰਗਲ ਲਗਾ ਦਿੰਦੇ। ਸੋ ਦੈਟ ਇਜ਼ ਹਾਊ ਵੀ ਆਰ ਗੋਣਾ ਕੰਟੀਨਿਊ। ਪਰ ਥੈਂਕ ਯੂ ਫॉर योर ਸੁਜੈਸ਼ਨ। ਵੀ ਆਰ ਅਸੀਂ ਬਾਹਰਲੇ ਗੁਰਦੁਆਰਿਆਂ ਨੂੰ ਵੀ ਕਹਿੰਦੇ ਹਾਂ ਵੀ ਜੇ ਤੁਸੀਂ ਇੱਥੇ ਗੁਰਦੁਆਰੇ ਲਈ ਨਹੀਂ ਕਰ ਸਕਦੇ, ਬਾਹਰਲੇ ਗੁਰਦੁਆਰੇ ਸਪਾਂਸਰ ਕਰ ਸਕਦੇ ਕਿ ਸਾਡੇ ਜੰਗਲ ਜਾ ਕੇ ਫਤਿਹਗੜ੍ਹ ਸਾਹਿਬ ਲਗਾ ਦਿਓ, ਸਾਡਾ ਜੰਗਲ ਤੁਸੀਂ ਅਨੰਦਪੁਰ ਸਾਹਿਬ ਲਗਾ ਦਿਓ। ਉਹ ਅਪਰੋਚ ਵੀ ਅਸੀਂ ਖੁੱਲੀ ਰੱਖੀ ਹੋਈ ਹੈ। मतलब थोड़ा जिहा अगर कोई बजट का पता चल जाए तो हम सारे करते हैं। हाँ जी ਅਸੀਂ स्पॉन्सर कर दें मेरे को 5 जन। हाँ जी पवनीत ਸਿੰਘ ਇਹ ਤੁਸੀਂ ਇੱਕ ਸਵਾਲ ਦੇ ਇੱਥੇ ਜਵਾਬ ਦੇ ਦਿਓ। ਪੁੱਛਦੇ ਹਾਂ ਜਿਸ ਤਰ੍ਹਾਂ ਮੈਡਮ ਨੇ ਪੁਆਇੰਟ ਨੂੰ ਸਪਲੀਮੈਂਟ ਕਰ ਲਿਆ, ਜਿਸ ਤਰ੍ਹਾਂ ਉਹ ਕਹਿੰਦੇ ਨੇ ਕੋਈ ਸਪਾਂਸਰ ਆ ਜਾਂਦਾ ਲਗਾਉਣ ਵਾਸਤੇ, ਅਸੀਂ ਉਹਨਾਂ ਨੂੰ ਕੀ ਕੋਸਟ ਦੱਸੀਏ? ਉਹ ਤਾਂ ਹਰ ਕੋਈ ਦਸਵਾਨ ਕਰਦਾ ਹੈ, ਤੁਹਾਨੂੰ ਪਤਾ ਵੀ 80 ਕਾਲ ਵਾਸਤੇ ਪੈਸਾ ਜਾ ਰਿਹਾ, ਹਰ ਕੋਈ ਕਹਿੰਦਾ ਵੀ ਮੇਰੇ ਵੱਲੋਂ ਇਹ ਲਾ ਦਿਓ ਜੀ, ਉਹ ਗੁਰਦੁਆਰੇ ਮੇਰੇ ਵੱਲੋਂ ਲਾ ਦਿਓ, ਚਾਰਜ ਮੇਰੇ ਵੱਲੋਂ ਲਾ ਦਿਓ। ਥੋੜ੍ਹਾ ਜਿਹਾ ਅਗਰ ਤੁਸੀਂ ਕੋਸਟ ਦਾ ਆਈਡੀਆ ਹੋ ਜੇ ਤੇ ਉਹਦੇ ਕੁਝ ਮੇਰਾ ਖਿਆਲ ਤਾਂ ਕੋਈ ਫੰਡਿੰਗ ਦੀ ਇੰਨੀ ਜ਼ਿਆਦਾ ਦਿੱਕਤ ਨਹੀਂ ਆਈ ਚਾਹੀਦੀ। ਕਾਸਟਿੰਗ ਦੇ ਨਾਲ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਘੱਟ ਤੋਂ ਘੱਟ ਦੇ ਵਿੱਚ ਵੱਧ ਤੋਂ ਵੱਧ ਰੁੱਖ ਲੱਗਣ। ਸੋ ਜਿਹੜਾ 1 ਏਕੜ ਤੋਂ ਘੱਟ ਲੈਂਡ ਹੈ ਉਹ ਲਗਭਗ 150 ਰੁਪਏ ਪਰ ਸੈਪਲਿੰਗ ਤੇ ਸਾਨੂੰ ਕਾਸਟ ਪੈਂਦੀ, ਤੇ ਜਿਹੜੇ 1 ਏਕੜ ਦੇ ਲੈਂਡ ਨੇ ਉਹ 100 ਰੁਪਏ ਪਰ ਬੂਟਾ। ਇੱਕ ਤੋਂ 10 ਏਕੜ ਤੋਂ ਉੱਪਰ ਉਹ 74 ਕੇ ਪਰ ਬੂਟਾ ਅਸੀਂ ਕਾਸਟ ਕੱਢੀ ਆਪਣੀ, ਤੇ ਜਿਹੜਾ 100 ਏਕੜ ਤੋਂ ਉੱਪਰ ਹੈ ਉਹ 49 ਰੁਪਏ ਪਰ ਏਕੜ ਤੇ ਵੀ ਅਸੀਂ ਲਗਾ ਸਕਦੇ। तो मैक्स $2 पर सैपलिंग है। कितनी एरिया कितनी आएगी? जैसे उसका 1 एकड़ है ना, 1 एकड़ च 10,000 ਦੀ ਐਵਰੇਜ ਹੈ। 1 ਏਕੜ ਦੇ ਵਿੱਚ 10,000 ਰੁੱਖ ਲੱਗ ਜਾਣਗੇ ਜੀ। ਉਹਦੀ ਕਾਸਟ 100 ਰੁਪਈਆ ਤੁਸੀਂ ਕਹਿੰਦੇ? 100 ਰੁਪਈਆ ਪਰ ਬੂਟਾ। ਸੋ ਤੁਸੀਂ ਉਹਦਾ ਹਿਸਾਬ ਲਾ ਲਿਓ। ਉਹਦੇ ਵਿੱਚ ਮੇਨਟੇਨੈਂਸ ਵੀ ਹੈ, ਉਹਦੇ ਵਿੱਚ JCB ਲਿਆ ਕੇ ਜਿਹੜਾ ਸਾਰਾ ਤੋੜੀ ਰੂੜੀ ਜਿੰਨਾ ਇੰਗਰੀਡੀਐਂਟ ਚਾਹੀਦਾ ਇਨਕਲੂਡਿੰਗ ਪਲਾਂਟਸ, ਉਹ ਸਾਰਾ ਖਰਚਾ ਪਾ ਕੇ ਤੁਸੀਂ ਇੱਕ ਮੈਨੇ ਜੰਗਲ ਲਗਾ ਸਕਦੇ ਹੋ। ਇੱਥੇ ਜਿਹੜਾ ਇਹ 200 ਇਹ ਸਵਾ ਕਨਾਲ ਜਗ੍ਹਾ ਜੀ, ਮਤਲਬ ਇਹ 1400। ਹਾਂਜੀ एग्जैक्ट फिगर्स में हम डाल देना जी, पर नॉर्मल 150-160 पर सैपलिंग हम कॉस्ट कोई बड़ा 1000 बूटा लगे। a one time plantation cost it includes 2 years of maintenance and monitoring, but excludes water, irrigation system and fencing the cost पे irrigation system की cost नहीं included, irrigation system की cost नहीं included, fencing ਤੇ ਪਾਣੀ ਵੀ ਜਿਹੜਾ ਹੈਗਾ ਜੀ ਉਹ ਵੀ ਤੁਸੀਂ ਦੇਖੋ ਮਿਨੀਮਮ ਪਾਣੀ ਚਾਹੀਦਾ ਹੈ ਪਰ ਬੂਟਾ 6 ਲੀਟਰ ਪਾਣੀ ਚਾਹੀਦਾ, ਔਰ ਉਹ ਵੀ 1 ਲੀਟਰ ਪਾਣੀ ਚਾਹੀਦਾ, ਤੇ ਉਹ ਸ਼ਾਵਰ ਦੇ ਨਾਲ ਅੱਧਾ ਘੰਟਾ ਪਾਣੀ ਦੇਣਾ। ਇਸ ਤਰ੍ਹਾਂ ਯੂ ਡੋਨਟ ਹੈਵ ਟੂ ਉੱਥੇ ਖੁੱਲਾ ਪਾਣੀ ਨਹੀਂ ਛੱਡਣਾ, ਤੇ ਅੱਧਾ ਘੰਟਾ ਪਾਣੀ ਸਵੇਰੇ, ਅੱਧਾ ਘੰਟਾ ਪਾਣੀ ਸ਼ਾਮ ਨੂੰ ਹੈ, ਤੇ once a week ਤੁਸੀਂ ਰੀਡ ਕਰਨਾ ਹੈ। ਤੇ 6 ਮਹੀਨੇ ਬਾਅਦ ਕਈ ਥਾਵਾਂ ਦੇ ਉੱਤੇ ਤੁਹਾਨੂੰ ਡੀਵੀਡਿੰਗ ਕਰਨ ਦੀ ਵੀ ਲੋੜ ਨਹੀਂ ਹੈ, ਤੇ ਸਾਲ ਜਾਂ 1.5 ਸਾਲ ਤੋਂ ਬਾਅਦ ਤੁਹਾਨੂੰ ਪਾਣੀ ਦੇਣ ਦੀ ਵੀ ਲੋੜ ਹੈ। ਬਹੁਤਾ 2 ਸਾਲਾਂ ਬਾਅਦ ਸੈਲਫ ਸਸਟੇਨਿੰਗ ਹੈ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਤੁਸੀਂ ਜਾ ਕੇ ਉੱਥੇ ਇੰਜੋਏ ਕਰੋ। ਇੱਕ ਸਾਲ ਪੁਰਾਣਾ ਹੈਗਾ ਜਿਵੇਂ ਹੁਣ 5 ਸਾਲ ਬਾਅਦ ਸੇਮ ਇਹ ਜਗ੍ਹਾ ਜਿਵੇਂ ਅੰਬ ਹੋ ਗਈ, ਕਿੱਕਰ ਹੋ ਗਈ, ਉਹ ਆਪਸੀ ਉਹ ਨਹੀਂ ਹੋ ਜਾਣਗੇ ਕਲੱਬ ਅੰਦਰੋਂ, ਮਤਲਬ ਬਰੀਥਿੰਗ ਰਹੂਗੀ ਸੀ ਥਰੂ, ਜਿਵੇਂ ਹੁਣ ਮਾੜਾ ਮੋਟਾ ਸੀ ਥਰੂ ਹੈਗਾ। ਇਹਦਾ ਜਵਾਬ ਤੁਸੀਂ ਦਿਓ। नहीं सी थ्रू बिल्कुल नहीं होएगा जी, ये भी डेसिडस इट विल बी ड्रॉप सारा। हाँ जी मतलब डोंट सी इट एज अ लैंडस्केपिंग, वी कॉल इट अ फॉरेस्टकेपिंग। इदां नहीं होएगा जी, हर ਲੈਵਲ ਤੇ ਪੱਤੇ ਹੋਣਗੇ, ਪਰ ਇਹ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ ਸਪੀਸੀਜ਼। ਜਿਵੇਂ ਨਿੰਮ ਹੈ, ਉਹਨੇ ਜਿਵੇਂ ਕੋਈ ਵੀ ਨਾਈਟ੍ਰੋਜਨ ਫਿਕਸੇਸ਼ਨ, ਉਹਨੇ ਹਵਾ 'ਚ ਨਾਈਟ੍ਰੋਜਨ ਲੈਣੀ ਹੈ ਤੇ ਨਾਲ ਦੇ ਬੂਟੇ ਨੂੰ ਦੇਣੀ ਹੈ, ਨਾਲ ਦੇ ਨੇ ਕੁਝ ਹੋਰ ਲੈਣਾ, ਉਹਨੇ ਨਿੰਮ ਨੂੰ ਦੇਣਾ। ਸੋ ਇੱਕ ਦੂਜੇ ਨੂੰ ਕੱਟਦੇ ਨਹੀਂ ਹੈ, ਜਿਹੜੀ ਆਮ ਧਾਰਨਾ ਬਣੀ ਹੋਈ ਨਾ ਵੀ ਇੱਕ ਦੇ ਨਾਲ ਆਮ ਦੇ ਨਾਲ ਜੇ ਦੂਜਾ ਲਾਤਾ ਉਹਨੇ ਉਹਨੂੰ ਚੱਲਣ ਨਹੀਂ ਦੇਣਾ। ਸਾਡੀਆਂ ਜਿਹੜੀਆਂ ਆਪਸੀ ਰੁੱਖਾਂ ਦੀਆਂ ਐਸੋਸੀਏਸ਼ਨਸ ਨੇ, ਅਸੀਂ ਜਿਹੜੀਆਂ ਨੇਚਰ ਤੋਂ ਲੈ ਕੇ ਆਉਂਦੇ ਹਾਂ, ਅਸੀਂ ਗਿਲਡਸ ਕਹਿੰਦੇ ਹਾਂ, ਕਿ ਜਿੱਥੇ ਜਿੱਥੇ ਵੀ ਤੁਸੀਂ ਨੈਪਲੀ ਫਾਰੈਸਟ ਜਾਓ, ਜਿੱਥੇ ਵੀ ਤੁਸੀਂ ਖੈਰ ਦਾ ਬੂਟਾ ਦੇਖੋਗੇ ਉਹਦੇ ਨਾਲ ਥੱਲੇ ਬੇਰੀ ਹੈ। ਉਹਦਾ ਰੀਜ਼ਨ ਕੀ ਹੈ? ਜਿਹੜੇ ਪੰਛੀ ਨੇ ਉਹ ਖੈਰ ਦੇ ਬੂਟੇ ਤੇ ਆਲਣਾ ਪਾਉਂਦੇ, ਤੇ ਨਾਲ ਬੇਰੀ ਉਹਦਾ ਫਰੂਟ ਹੈ, ਫੂਡ ਆ ਉਹਦਾ। ਸੋ ਨੇਚਰ ਨੇ ਆਪਣੇ ਆਪ ਹੀ ਐਸੋਸੀਏਸ਼ਨਸ ਬਣਾਈਆਂ ਹੋਈਆਂ, ਤੇ ਇਹਨਾਂ ਦੀਆਂ ਜੜ੍ਹਾਂ ਆਪਸ ਥੱਲੋਂ ਕਨੈਕਟਡ ਹੁੰਦੀਆਂ।
ਸੋ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ, ਕੰਪਲੀਮੈਂਟ ਕਰਦੇ ਨੇ। 5 ਸਾਲ ਬਾਅਦ ਸਟਾਪ ਵੀ ਹੋਊਗੀ ਗਰੋਥ ਜਿਵੇਂ ਆਮ ਬੂਟੇ ਦੀ, ਕਿ ਇਹ ਵੱਧਦੇ ਜਾਂਦਾ ਇਹ ਵਧੇਗਾ ਜੀ, ਇਹ ਵਧੇਗਾ ਹਮੇਸ਼ਾ ਵਧੇਗਾ। ਪਰ ਜਦੋਂ ਇਹਨਾਂ ਦੀ ਮੈਚੁਰਿਟੀ, ਹਰ ਇੱਕ ਸਪੀਸ਼ੀ ਦੀ ਅਲੱਗ-ਅਲੱਗ ਮੈਚੁਰਿਟੀ ਹੈ। ਕਿਸੇ ਨੇ ਆਪਣੀ ਮੈਚੁਰਿਟੀ 100 ਸਾਲ 'ਚ ਜਾ ਕੇ ਅਟੇਨ ਕਰਨੀ ਹੈ, ਕੋਈ 50 ਸਾਲ 'ਚ ਅਟੇਨ ਕਰ ਲੈਂਦਾ, ਉਹਨੇ ਉੱਥੇ ਜਾ ਕੇ ਰੁਕ ਜਾਣਾ। ਇੱਕ ਜਿਹੜੀ ਖਾਸੀਅਤ ਇਹ ਹੈ ਵੀ 10 ਸਾਲਾਂ ਦੇ ਵਿੱਚ ਇਹ ਫੋਰੈਸਟ 100 ਸਾਲਾਂ ਵਾਲਾ ਫੋਰੈਸਟ ਬਣ ਜਾਏਗਾ। ਜੋ ਇੱਕ ਨੈਚੁਰਲ ਫੋਰੈਸਟ 100 ਸਾਲਾਂ ਦੇ ਵਿੱਚ ਜਿਸ ਮੈਚੁਰਿਟੀ 'ਚ ਪਹੁੰਚਦਾ ਹੈ, ਇਸ ਫੋਰੈਸਟ ਨੇ 10 ਸਾਲਾਂ 'ਚ ਉਹਦਾ ਬਣ ਜਾਣਾ। ਆ ਰੀਅਲ ਫੋਰੈਸਟ ਹੈ, ਇਹ ਨਹੀਂ ਹੈ ਵੀ ਤੁਸੀਂ ਉਹਦੇ 'ਚੋਂ ਨਿਕਲ ਕੇ ਜਾ ਸਕਦੇ। ਪਰ ਜੇ ਸੱਪ ਆਵੇਗਾ, ਉਹਨੇ ਸੱਪ ਨੇ ਥਾਂ ਲੱਭ ਲੈਣੀ ਹੈ। ਜਿਹੜਾ ਪੰਛੀ ਆਊਗਾ, ਪੰਛੀ ਨੇ ਆਪਣੀ ਥਾਂ ਲੱਭ ਲੈਣੀ ਹੈ। ਉਹ ਵੀ ਬਚਾ ਕਰਨਾ ਪੈਣਾ ਜੀ ਆਪਣਾ। ਅੱਛਾ, ਉਹਦਾ ਵੀ ਜਵਾਬ ਦਿੰਦੇ ਆ। ਇਹ ਸੱਪ ਜਿਹੜੇ ਨੇ, ਸੱਪ ਨੇ, ਨੇਵਲੇ ਨੇ, ਜੋ ਵੀ ਨੇ, ਉਹ ਹੈਗੀਆਂ ਮੇਰੀਆਂ ਸ਼ਾਇਦ ਸਪੀਸ਼ੀਜ਼ ਨੇ। ਉਹ ਆਮ ਨਹੀਂ, ਜਿਵੇਂ ਹੁਣ ਇਹਦੇ ਵਿੱਚ ਪਾਥਵੇਜ਼ ਨੇ, ਉਹ ਇੱਥੇ ਨਹੀਂ ਆਉਣਗੇ। ਜਿਹੜਾ ਸਰ ਨੇ 1.5 ਲੱਖ ਵਾਲਾ ਜੰਗਲ ਦੇ ਉੱਤੇ ਜਿੱਥੇ ਕੋਬਰਾਸ ਤੇ ਫੌਕਸਿਸ ਨੇ, ਉੱਥੇ ਪਾਥਵੇਜ਼ ਨਹੀਂ ਹੈ। ਜਿਹੜੇ ਏਰੀਆ 'ਚ ਉਹ ਰਹਿ ਰਹੇ ਨੇ ਆਦਮ, ਉਹ ਪਾਰਡਨ ਆਫ ਹੈ, ਉੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ। ਦੈਟ ਇਜ਼ ਸੋਲਲੀ ਫॉर ਨੇਚਰ। ਇਸ ਏਰੀਆ 'ਚ ਨਹੀਂ ਆਉਂਦੇ। ਬਟ ਇੱਕ ਚੀਜ਼ ਹੋਰ ਹੈ, ਜਿੱਥੇ ਤੁਸੀਂ ਇਦਾਂ ਕਾਰਡਨ ਆਫ ਕਰਕੇ ਇੱਕ ਏਰੀਆ ਬਣਾ ਦਿਓਗੇ, ਜਿਹੜੇ ਤੁਹਾਡੇ ਘਰਾਂ 'ਚ ਵੀ ਆਉਂਦੇ ਨੇ, ਜਿਨ੍ਹਾਂ ਨੂੰ ਆਸੇ-ਪਾਸੇ ਜਗ੍ਹਾ ਨਹੀਂ ਲੱਗਦੀ, ਤਾਂ ਹੀ ਘਰਾਂ 'ਚ ਆਉਂਦੇ ਨੇ, ਉਹ ਸਾਰੇ ਉਹਦੇ ਵਿੱਚ ਰਹਿਣ ਲੱਗ ਜਾਣਗੇ। ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ। ਆਪਾਂ ਪਾਥਵੇ ਤਾਂ ਬਣਾ ਸਕਦੇ ਹਾਂ। ਬਿਲਕੁਲ ਬਣਾਵਾਂਗੇ, ਬਿਲਕੁਲ। ਛੋਟੇ ਏਰੀਆਜ਼ ਦੇ ਵਿੱਚ ਤਾਂ ਅਸੀਂ ਜ਼ਰੂਰ ਬਣਾਵਾਂਗੇ। ਇੱਕ ਹੋਰ ਕਮਾਲ ਦੀ ਗੱਲ ਜਿਹੜੀ ਮੈਨੂੰ ਵੀ ਨਹੀਂ ਸੀ ਪਤਾ, ਇਹ ਪਵਨੀਤ ਸਿੰਘ ਉਹ ਐਕਸਪਰਟ ਹੈ। ਇਹਨੇ ਕੱਲ ਉੱਥੇ ਅਸੀਂ ਜਿਹੜਾ ਜੰਗਲ ਗਏ ਆ, 11,000 ਬੂਟਿਆਂ ਦਾ ਜਿਹੜਾ ਰਾਜਪੁਰੇ ਲੱਗਿਆ ਹੋਇਆ, ਉਹ ਕਹਿੰਦੇ ਜੀ ਇਹ ਸਿਉਂਕ, ਇਹ ਬੂਟੇ ਨੂੰ ਤਾਂ ਸਿਉਂਕ ਲੱਗੀ। ਉਹ ਮਾਲੀ ਘਬਰਾਇਆ ਹੋਇਆ, ਕਹਿੰਦੇ ਦੇਖੋ ਜੀ ਸਿਉਂਕ ਲੱਗੀ ਹੈ। ਇਹ ਕਹਿੰਦਾ ਤੇ ਬਹੁਤ ਚੰਗੀ ਗੱਲ ਹੈ ਸਿਉਂਕ ਲੱਗੀ, ਤੇ ਉਹ ਵੀ ਦੱਸ ਦਿਓ ਕਿਉਂ ਚੰਗੀ ਗੱਲ। ਸਿਉਂਕ ਜਿਹੜੀ ਹੈ, ਦੁਨੀਆ ਦੀ ਐਸੀ ਕੋਈ ਮਸ਼ੀਨ ਨਹੀਂ ਜਿਹਨੇ ਜਿਹੜੇ ਪੱਤੇ ਡਿੱਗਦੇ ਨੇ ਉਹਨੂੰ ਖਾ ਕੇ ਤੇ ਇਹਦਾ ਫੂਡ ਬਣਾਉਣਾ। ਕੋਈ ਐਸਾ ਕੈਮੀਕਲ ਨਹੀਂ, ਕੋਈ ਕੁਛ ਨਹੀਂ, ਸਿਉਂਕ ਦਾ ਹੀ ਕੰਮ ਹੈ। ਅੱਛਾ, ਸਿਉਂਕ ਜਿਹੜੀ ਹੈ ਛੋਟੀ ਕੀੜੇ ਦਾ ਹਾਲ ਹੈ। ਸਿਉਂਕ ਮਰ ਜਾਂਦੀ ਹੈ, ਹਿਊਮਸ ਬਣਦਾ, ਆਰਗੈਨਿਕ ਕੰਟੈਂਟ ਆਉਂਦਾ। ਛੋਟਾ ਕੀੜਾ ਉਹਨੂੰ ਖਾਂਦਾ, ਵੱਡਾ ਕੀੜਾ ਛੋਟੇ ਕੀੜੇ ਨੂੰ ਖਾਂਦਾ, ਉਹਨੂੰ ਕੀੜੇ ਨੂੰ ਖਾਣ ਨੂੰ ਚਿੜੀ ਆਉਂਦੀ। ਜੇ ਚਿੜੀ ਦਾ ਫੂਡ ਹੀ ਅਵੇਲੇਬਲ ਨਹੀਂ ਤੇ ਉਹ ਕਿਉਂ ਆਏਗੀ? ਸੋ ਜੇ ਅਸੀਂ ਸਿਉਂਕ ਨੂੰ ਖਤਮ ਕਰ ਦਾਂਗੇ ਤੇ ਫਿਰ ਪੂਰਾ ਸਾਈਕਲ ਨਹੀਂ ਬਣਨਾ। ਸੋ ਅਸੀਂ ਤਾਂ ਸਗੋਂ ਸਿਉਂਕ ਇੰਟਰੋਡਿਊਸ ਕਰਦੇ ਹਾਂ। ਸਿਉਂਕ ਦਾ ਕੰਮ ਕੀ ਹੁੰਦਾ, ਅਸੀਂ ਘਰਾਂ 'ਚ ਨਾ ਬੜੇ ਮਜਬੂਰ ਹਾਂ ਸਿਉਂਕ ਨੂੰ, ਸਾਨੂੰ ਅਸੀਂ ਤਬਾਹੀ ਵਾਲੇ ਦੇਖਦੇ ਹਾਂ ਵੀ ਜਿੱਥੇ ਸਿਉਂਕ ਹੈ ਵੀ ਬਿਲਡਿੰਗਾਂ ਡਿੱਗੀਆਂ ਸਾਰਾ ਕੁਝ। ਪਰ ਐਸੀ ਚੀਜ਼ ਨਹੀਂ ਹੈ। ਸਿਉਂਕ ਉਸ ਤਬਾਹੀ ਵਾਸਤੇ ਕੀੜਾ ਨਹੀਂ ਹੈਗਾ। ਸਿਉਂਕ ਦਾ ਆਪਣਾ ਹੀ ਕੰਮ ਹੈ, ਡੈਡ ਐਂਡ ਡਿਕੇਇੰਗ ਵੁੱਡ ਉਹਨੇ ਖਾਣੀ ਹੁੰਦੀ ਹੈ। ਉਹਨੂੰ ਵਿਚਾਰੇ ਨੂੰ ਕੁਝ ਮਿਲਦਾ ਨਹੀਂ ਤਾਂ ਉਹ ਘਰਾਂ ਵੱਲ ਨੂੰ ਭੱਜਦੇ। ਜੇ ਤੁਸੀਂ ਇਹੋ ਜਿਹੇ ਪਲਾਟਸ ਲਾਓਗੇ ਆਪਣੇ ਪਾਰਕਸ ਦੇ ਵਿੱਚ, ਤੁਹਾਡੇ ਆਸੇ-ਪਾਸੇ ਘਰਾਂ ਦੇ ਜਿੰਨੀ ਸਿਉਂਕ ਹੈ ਸਾਰੀ ਉੱਥੇ ਇਕੱਠੀ ਹੋ ਜਾਣੀ, ਤੁਹਾਡੇ ਘਰਾਂ ਦਾ ਨੁਕਸਾਨ ਨਹੀਂ ਹੋਣਾ। ਸੋ ਕਲੋਨੀਆਂ ਦੇ ਵਿੱਚ ਜਿਹੜੇ ਪਾਰਕਸ ਨੇ ਉਹਦੇ ਵਿੱਚ ਜ਼ਰੂਰ ਹੈ ਫੋਕਸ ਕਰੋ। Any other question? ਉਹਨੂੰ ਮਾਈਕ ਦੇ ਦਿਓ ਜੀ, ਮਾਈਕ ਦੇ ਦਿਓ ਸਾਰੇ ਬੈਨੀਫਿਟ ਵਾਸਤੇ। My question is कि ਜਿਹੜਾ ਇਹ ਜੰਗਲ ਹੈਗਾ, ਇਹ ਮਤਲਬ do you follow a fixed sort of sequence of the species? Does my point something? And then let's say, like you're saying that in 2 years' time you will have a big enough jungle, or let's say there are level the Kayasi, maybe tree level. But then if it's so densely packed, won't the jungle get stunted? Won't the trees get stunted? Growth stunted? ਬੜੀ ਥੋਰੋ ਸਟੱਡੀ ਕਰਕੇ ਉਹਨਾਂ ਦਾ ਸਵਾਲ ਹੈ ਵੀ ਜਦੋਂ ਵੱਧ ਜਾਣਗੇ ਤੇ ਇਹਨਾਂ ਦੀ ਗਰੋਥ ਰੁਕੇਗੀ ਤਾਂ ਨਹੀਂ। ਮੈਂ ਸਰ ਨੂੰ ਵੀ ਐਕਸਪਲੇਨ ਕਰ ਰਿਹਾ ਸੀ, ਜਿਹੜੀ ਸਪੀਸ਼ੀ ਦੀ ਸਿਲੈਕਸ਼ਨ ਹੈ ਮੀਆਂਵਾਕੀ ਦੇ ਵਿੱਚ, ਇਹਦੇ ਤੇ ਸਾਡਾ ਬਹੁਤ ਜ਼ਿਆਦਾ, ਲਗਭਗ 1 ਹਫ਼ਤਾ ਅਸੀਂ ਲਗਾਉਂਦੇ ਹਾਂ। ਉਸ ਇਲਾਕੇ ਦੀ ਸਪੀਸ਼ੀਜ਼ ਨੂੰ ਸਟੱਡੀ ਕਰਦੇ ਹਾਂ। ਪੰਜਾਬ ਦੀਆਂ ਨੇਟਿਵ ਫੋਰੈਸਟ ਅਸੀਂ 7 ਸਰਵੇ ਕੀਤੇ, ਉੱਥੋਂ ਸਾਨੂੰ ਐਸੋਸੀਏਸ਼ਨਸ ਪਤਾ ਚੱਲੀਆਂ। ਉੱਥੋਂ ਹੀ ਸਾਨੂੰ ਪਤਾ ਚੱਲਿਆ ਵੀ ਇਸ ਇਲਾਕੇ ਦੇ ਵਿੱਚ ਕੈਨੋਪੀ ਇੰਨੇ % ਲੱਗਦੀ ਹੈ, ਇਹ ਵਾਲੀ ਸਪੀਸ਼ੀ ਇਸ ਇਲਾਕੇ 'ਚ ਕੈਨੋਪੀ ਹੈ। ਹਾਰ ਸ਼ਿੰਗਾਰ ਦਾ ਬੂਟਾ ਜਿਹੜਾ ਉਹ ਪੰਜਾਬ ਦੇ ਵਿੱਚ ਸ਼ਰਬ ਹੈ, ਪਰ ਦਿੱਲੀ ਦੇ ਵਿੱਚ ਟਰੀ ਹੈ। ਇੱਦਾਂ ਹੀ ਹੈ ਨਾ ਜੀ। ਇਸੇ ਤਰ੍ਹਾਂ ਅਸੀਂ ਜਦੋਂ ਸਰਵੇ ਕਰਦੇ ਹਾਂ ਉਸ ਇਲਾਕੇ ਦਾ, ਜੇ ਗੁਜਰਾਤ 'ਚ ਜੰਗਲ ਆਉਣਾ, ਅਸੀਂ ਪੰਜਾਬ ਦੀਆਂ ਸਪੀਸ਼ੀਜ਼ ਨੂੰ ਲਗਾਉਣਾ, ਗੁਜਰਾਤ ਦੇ ਓਰੀਜਨਲ ਜੰਗਲ ਦਾ ਜਾ ਕੇ ਪਹਿਲਾਂ ਸਰਵੇ ਕਰਦੇ ਹਾਂ। ਉੱਥੋਂ ਸਪੀਸ਼ੀਜ਼ ਦੇਖਦੇ ਹਾਂ, ਉਹਨਾਂ ਦੀ ਪਰਸੈਂਟੇਜ ਦੇਖਦੇ ਹਾਂ, ਰੇਸ਼ੀਓਜ਼ ਲੈਂਦੇ ਹਾਂ। ਇਹ ਜਸਟ ਟਰਾਈ ਟੂ ਕਾਪੀ ਦ ਨੇਚਰ, ਠੀਕ ਹੈ। ਤੇ ਸਟੰਟਡ ਨਹੀਂ ਹੁੰਦਾ। ਜਿਹੜੀ ਵੱਡੀ ਸਪੀਸ਼ੀ ਹੈ, ਜਿਹੜੀ ਸਨ ਲਵਿੰਗ ਹੈ, ਉਹਦੇ ਨਾਲ ਅਸੀਂ ਇੱਕ ਸ਼ੇਡ ਬੇਅਰਰ ਲਗਾਉਂਦੇ ਹਾਂ। ਹਾਂਜੀ,
ਸੋ ਸਟੰਟ ਨਹੀਂ ਹੁੰਦਾ, ਕੰਪਲੀਮੈਂਟ ਹੁੰਦਾ। The sequencing will be localized for every ਮਤਲਬ ਕਹਿਣ ਦਾ ਭਾਵ ਇਹ ਹੋਇਆ ਕਿ ਵੀ ਜਿਹੜੀ ਉਹ sequencing ਹੈਗੀ ਹੈ that will be localized according to the area. ਐਗਜ਼ੈਕਟਲੀ That's what it ਹਰ means. ਇੱਕ ਫਾਰੈਸਟ ਭਾਵੇਂ ਛੋਟਾ ਭਾਵੇਂ ਵੱਡਾ ਹੈ, ਉਹਦੀ ਅਸੀਂ ਸਟੱਡੀ ਕਰਕੇ ਕੁਆਂਟੀਫਿਕੇਸ਼ਨ ਅਸੀਂ ਬਣਾਉਂਦੇ ਹਾਂ। ਸਰ ਨੂੰ ਪਤਾ The ਹੋਏਗਾ type of species and the quantification is done according to the area. ਉਹਦੇ ਵਿੱਚ ਅਸੀਂ ਕਈ ਵਾਰ ਟਵੀਕਿੰਗ ਵੀ ਕਰ ਦਿੰਦੇ ਹਾਂ। ਜਿਵੇਂ ਕਈ ਸਾਨੂੰ ਕਹਿੰਦੇ ਸਾਨੂੰ ਉਹਦੀ ਟਵੀਕਿੰਗ ਵੀ ਅਸੀਂ ਕਰ ਸਕਦੇ ਹਾਂ ਥੋੜੀ ਬਹੁਤ ਜਿੱਥੇ ਅਲਾਉਡ ਹੁੰਦੀ ਹੈ। ਜਿਵੇਂ 11,000 ਦਾ ਫਾਰੈਸਟ ਹੈ, ਅਸੀਂ ਪੈਚ ਵੀ ਸਿੱਧਾ ਲਗਾਏ ਆ ਵੀ ਇੱਕ ਜਗ੍ਹਾ ਦੇ ਵਿੱਚ ਫਲਾਵਰਿੰਗ ਸਪੀਸੀਜ਼ ਦੀ ਪਰਸੈਂਟੇਜ 1-2% ਵੱਧ ਕਰ ਦਿੱਤੀ। ਕਈ ਜਗ੍ਹਾ ਦੇ ਇੱਕ ਪੈਚ ਦੇ ਵਿੱਚ ਫਰੂਟ ਵਾਲੀਆਂ ਸਪੀਸੀਜ਼ ਦੀ 1-2% ਵੱਧ ਕਰਤੀ। ਮਤਲਬ ਉਹਦੇ ਮੇਜਰ ਫਰੂਟ ਫਾਰੈਸਟ ਹੋ ਗਿਆ, ਮੈਜੋਰਿਟੀ ਫਲਾਵਰਿੰਗ ਸਪੀਸੀਜ਼ ਹੋ ਗਈਆਂ। ਸੋ ਇੱਦਾਂ ਥੋੜਾ ਜਿਹਾ ਟਵੀਕ ਅਸੀਂ ਮੈਜੋਰਿਟੀ ਹਰਬਲ ਸਪੀਸੀਜ਼ ਹੋ ਗਈਆਂ, ਥੋੜਾ ਬਹੁਤਾ 1-2 % ਅਸੀਂ ਕਰ ਦਿੰਦੇ ਹਾਂ। ਜਿਵੇਂ ਕੋਈ ਕਹਿੰਦਾ ਨਾ ਫਰੂਟ ਫਾਰੈਸਟ ਲਗਾ ਦਿਓ, ਇੱਦਾਂ ਨਹੀਂ ਹੁੰਦਾ ਵੀ ਸਿਰਫ ਫਰੂਟ ਵਾਲੇ ਲਗਾ ਲਈ, ਦੂਜੇ ਵੀ ਹੋਣਗੇ ਉਹਨਾਂ ਦੇ ਸਪੋਰਟ ਵਾਸਤੇ, ਬਟ ਫਰੂਟ ਵਾਲੇ ਥੋੜੇ ਜ਼ਿਆਦਾ ਲਗਾ ਦਿਓ। ਪਰ ਇਹ ਜਿਹੜਾ ਨਾਲ ਉਹਨਾਂ ਦਾ ਜਵਾਬ ਇਹ ਵੀ ਬਣਦਾ ਨਾ ਕਿ ਆਪਾਂ ਜਿਹੜੇ ਜਦੋਂ ਸਪੋਜ਼ ਕਰੋ 1 ਸਕੁਅਰ ਮੀਟਰ ਤੁਸੀਂ ਲਗਾ ਰਹੇ ਹੋ, ਉਹ ਵੀ ਤਾਂ ਸੀਕੁਐਂਸਿੰਗ ਬੜੀ ਹੁੰਦੀ ਹੈ ਨਾ। ਬਿਲਕੁਲ ਜੀ ਬਿਲਕੁਲ। ਇੱਕ ਲੇਅਰਸ ਦੇ ਵਿੱਚ ਅਸੀਂ ਲਗਾਉਂਦੇ ਹਾਂ। ਕੈਨੋਪੀ ਦੇ ਨਾਲ ਇੱਕ ਸਬ ਟਰੀ ਹੋਏਗਾ, ਟਰੀ ਦੇ ਨਾਲ ਇੱਕ ਛੋਟਾ ਟਰੀ, ਸਬ ਟਰੀ ਇਹਨੂੰ ਨਾਮ ਕਹਿੰਦੇ, ਉਹਦੇ ਥੱਲੇ ਅੰਡਰ ਸਟੋਰੀ ਵਾਲੇ ਸ਼ਰਬਸ ਹੋਣਗੇ। ਗ੍ਰਾਸਿਸ ਤੇ ਕ੍ਰੀਪਰਸ ਆਪਣੇ ਆਪ ਵਿੱਚ ਟਾਈਮ ਆ ਜਾਂਦੇ। ਤੇ ਜਿਹੜੀ ਨਾਲ ਅਸੀਂ ਉੱਥੇ ਮਲਚਿੰਗ ਵੀ ਪਾਉਂਦੇ ਹਾਂ, ਤੇ ਮਲਚਿੰਗ ਦਾ ਪਰਪਸ ਇਹ ਹੈ ਕਿ ਜਿਹੜਾ ਤੁਸੀਂ ਪਾਣੀ ਅੱਧਾ ਘੰਟਾ ਸਵੇਰੇ ਦਿੱਤਾ, ਅੱਧਾ ਘੰਟਾ ਸ਼ਾਮ ਨੂੰ, ਤੇ ਜਦੋਂ ਤੁਸੀਂ 6 ਮਹੀਨੇ ਬਾਅਦ ਪਾਣੀ ਦੇਣਾ ਵੀ ਬੰਦ ਕਰਤਾ ਜਾਂ ਸਾਲ ਬਾਅਦ, ਉਹ ਮੋਇਸਚਰ ਕਦੀ ਨਹੀਂ ਜਾਂਦਾ ਉੱਥੇ। ਮੋਇਸਟ ਰਹਿਣੀ ਹੈ ਕਿਉਂਕਿ ਉਹ ਪੱਤਿਆਂ ਦੇ ਨਾਲ ਹੋਰ ਜਿਹੜਾ ਸਾਰਾ ਬਾਹਰ। ਹੁਣ ਇੱਥੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਜੰਗਲ ਲਗਾਇਆ ਹੈ, ਉੱਥੇ ਬਾਹਰ ਉਹਦੇ ਆਲੇ ਦੁਆਲੇ ਵਾਟਰ ਲੌਗਿੰਗ ਹੋ ਗਈ, ਪਰ ਜੰਗਲ ਦੇ ਵਿੱਚ ਕੋਈ ਵਾਟਰ ਲੌਗਿੰਗ ਨਹੀਂ, ਕਿਉਂਕਿ ਪਾਣੀ ਉਹਨੇ ਅਬਜ਼ਰਵ ਕਰ ਲੈਣਾ ਸਾਰੀਆਂ ਜੜ੍ਹਾਂ ਨੇ। ਸੋ ਮੈਂ ਜਿਹੜੀਆਂ ਵੀ ਇਸ਼ੂਜ਼, ਜਿਹੜੇ ਚੈਲੰਜਸ ਅਸੀਂ ਦੇਖ ਰਹੇ ਹਾਂ ਲਾਈਫ ਦੇ, ਉਹਨਾਂ ਦਾ ਸਾਰਿਆਂ ਦਾ ਸੋਲੂਸ਼ਨ Which is the oldest temple that you have till now? ਜਿਹੜਾ ਇਕੋਸਿਕ ਨੇ Which one ਲਗਾਇਆ, can visit? ਹਾਂਜੀ। ਜਿਹੜਾ ਇਕੋਸਿਕ ਨੇ ਸਭ ਤੋਂ ਪਹਿਲਾਂ ਬਠਿੰਡਾ ਚ ਪੱਤੋ ਗਿੱਲ ਪੱਤੀ ਦੇ ਵਿੱਚ ਉਹ ਕਿੰਨਾ ਗੁਰਦੁਆਰਾ ਸਾਹਿਬ 2019-14 ਮਾਰਚ ਵਿੱਚ ਲਗਾਇਆ ਸੀਗਾ ਜੀ। 3 ਸਾਲ ਪੁਰਾਣਾ। 3 ਸਾਲ ਪੁਰਾਣਾ। ਬਟ Nothing older than that. ਇੰਡੀਆ ਦਾ ਬਹੁਤ ਪੁਰਾਣਾ ਇੱਕ ਫੋਰੈਸਟ ਹੈ। ਉਹ ਸ਼ੁਭਿੰਦੂ ਜੀ ਸਾਡੇ ਐਡਵਾਈਜ਼ਰ ਤੇ ਮੈਂਟਰ ਨੇ। ਉਹ ਬੈਂਗਲੌਰ 에ਅਰਪੋਰਟ ਦੇ ਬਾਹਰ ਲੱਗਾ ਜੀ, ਬਹੁਤ ਵੱਡਾ। ਹਾਂਜੀ, ਉਹ ਕਈ ਏਕੜਸ ਦੇ ਵਿੱਚ। ਉਹ 5 ਸਾਲ ਦਾ ਹੋ ਚੁੱਕਿਆ। ਹਾਂਜੀ। And it's on the same pattern as. Exactly the same pattern. Yes. But before that, ਮੈਂ ਤਾਂ ਰਾਜਵੰਤ ਜੀ ਦਾ, ਪਵਨੀਤ ਜੀ ਦਾ, ਗੁਰਜੋਤ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਟਾਈਮ ਕੱਢਿਆ ਤੇ ਇੰਡੀਆ 'ਚ ਆ ਕੇ ਸਾਨੂੰ ਇੰਨਾ ਟਾਈਮ ਦਿੱਤਾ। ਬਟ ਐਟ ਦਾ ਸੇਮ ਟਾਈਮ ਇਸ ਪ੍ਰੋਜੈਕਟ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਸਾਡੇ 2-3 ਬੰਦਿਆਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ। ਤੇ ਮੈਂ ਚਾਹੁੰਦਾ ਕਿ ਡਾਕਟਰ ਰਾਜਵੰਤ ਸਿੰਘ ਜੀ, ਉਹਨਾਂ 3 ਬੰਦਿਆਂ ਨੂੰ ਜਿਹੜੇ ਸਾਡੇ ਬੰਦੇ ਇੱਥੇ ਨਾਲ ਲੱਗੇ ਰਹੇ ਆ, ਉਹਨਾਂ ਨੂੰ ਵੀ ਉਹ ਅਸੀਂ ਇਨਕਰੇਜ ਕਰੀਏ। ਸਭ ਤੋਂ ਪਹਿਲਾਂ ਤਾਂ ਸਾਡੇ ਡਾਕਟਰ ਪ੍ਰੋਫੈਸਰ ਕਮਲਜੀਤ ਕੌਰ, ਜਿਨ੍ਹਾਂ ਨੇ ਬਹੁਤ ਵਧੀਆ ਪ੍ਰੈਜੈਂਟੇਸ਼ਨ ਬਣਾਈ ਹੈ। ਮੈਂ ਆਈ ਸ਼ੇਅਰ ਦੈਟ ਪ੍ਰੈਜੈਂਟੇਸ਼ਨ ਵਿਦ ਯੂ। ਸੈਕਿੰਡ, ਸਾਡੇ ਮਤਲਬ ਗਰਮੀ ਹੋਵੇ ਸਰਦੀ ਹੋਵੇ, ਜਿਵੇਂ ਇੰਸਟਰਕਸ਼ਨ ਦਿੱਤੀ ਹੋਈ ਹੈ ਉਸ ਤਰ੍ਹਾਂ ਉਹਨੂੰ ਫੋਲੋ ਕੀਤਾ ਗਿਆ ਬਾਏ ਸੂਬੇਦਾਰ ਗੁਰਨੈਬ ਸਿੰਘ, ਜਿਹੜੇ ਸਾਡੇ ਇੱਥੇ ਫਾਰਮ ਦੇ ਮੈਨੇਜਰ ਹੈਗੇ। ਸਾਡੇ ਹੁਣੇ ਜੁਆਇਨ ਕੀਤੇ ਭਾਈ ਸਾਹਿਬ ਜਗਤਾਰ ਸਿੰਘ ਜੀ ਫਰੋਮ ਸਿੱਖ ਰੈਜੀਮੈਂਟ, ਇਹ ਵੀ ਸਾਡੇ ਮੈਨੇਜਰ ਹੈ ਐਸਟੀਐਸ ਦੇ। ਇਹ ਵੀ ਹੁਣ ਨਾਲ ਮਿਹਨਤ ਕਰਾ ਰਹੇ ਆ ਪੂਰੀ ਆਰਗੈਨਿਕ ਦੇ ਵਿੱਚ। ਮੈਨੂੰ ਕਈ ਵਾਰੀ ਸੂਬੇਦਾਰ ਸਾਹਿਬ ਨੇ ਕਿਹਾ ਜੀ ਆਪਣੇ ਨਾ ਕਿੰਨੂ ਬੜੇ ਛੋਟੇ ਹੈ, ਵੱਡੇ ਨਹੀਂ ਹੋ ਰਹੇ, ਥੋੜਾ ਬਹੁਤ ਦਵਾਈ ਮਿਲਾ ਲਈਏ ਤੇ ਵੱਡੇ ਹੋ ਜਾਣਗੇ, ਬਹੁਤ ਵੱਡੇ। ਮੈਂ ਕਿਹਾ ਅਸੀਂ ਆਰਗੈਨਿਕ ਰੱਖਣਾ ਹੈ ਐਂਡ ਅਲਟੀਮੇਟਲੀ ਇਹਨੂੰ ਅਸੀਂ ਰੋਲ ਮਾਡਲ ਬਣਾਉਣਾ ਹੈ ਇਸ ਏਰੀਏ ਦੇ ਵਿੱਚ। ਤੇ ਅਸੀਂ ਭਾਵੇਂ ਛੋਟੇ ਤੋਂ ਛੋਟੇ ਫਾਰਮ ਹਾਊਸ ਤੋਂ ਹੀ ਮਤਲਬ ਛੋਟੇ ਫਾਰਮਰ ਨੂੰ ਵੀ ਦੱਸਣਾ ਹੈ ਕਿ ਫਾਰਵਰਡ ਬੈਕਵਰਡ ਇੰਟੀਗ੍ਰੇਸ਼ਨ ਕਰਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸੋ ਅਲਟੀਮੇਟਲੀ ਅਸੀਂ ਕਦੇ ਵੀ ਇੱਥੇ ਕੋਈ ਵੀ ਚੀਜ਼ ਯੂਜ਼ ਨਹੀਂ ਕੀਤੀ। ਅਸੀਂ ਅੱਜ ਜੇ ਪਕੌੜੇ ਵੀ ਤੁਹਾਨੂੰ ਖਵਾਏ ਤੇ ਆਲੂ ਇੱਥੇ ਦੇ ਹੀ ਹੈ।
ਸੋ ਪਿਆਜ਼ ਵੀ ਇੱਥੇ ਦੇ ਹੀ ਹੈ। ਸੋ ਅਲਟੀਮੇਟਲੀ ਕੋਈ ਬੜੇ ਬੰਦਿਆਂ ਨੇ ਮੱਠੀਆਂ ਨਹੀਂ ਖਾਧੀਆਂ, ਉਹ ਮੇਰੀ ਮਾਂ ਨੇ ਬਣਾਈਆਂ ਬੜੀਆਂ ਵਧੀਆ, ਤੁਸੀਂ ਜ਼ਰੂਰ ਟੇਸਟ ਕਰਕੇ ਜਾਣਾ। ਚਲੋ ਐਨੀਵੇ, ਤੇ ਦੋ ਤਿੰਨ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਧਰਮ ਤੋਂ ਹਟ ਕੇ ਹੈ, ਰਿਲੀਜਨ ਤੋਂ ਹਟ ਕੇ ਹੈ। ਔਰ ਈ ਦਾ ਮਤਲਬ ਹੈ এনवायरमेंट, you know how we have to protect our environment for our future generation. S means social, G means corporate governance. So ultimately child labor ਨੂੰ ਅਸੀਂ exploit ਕਰਦੇ ਹਾਂ, ਉਸ social ਨਹੀਂ ਹੋਣਾ ਚਾਹੀਦਾ, gender discrimination ਨਹੀਂ ਹੋਣੀ ਚਾਹੀਦੀ। Today every investor worldwide look at these three things before investing in any venture. तो मैं कहना कि ਜਿਹੜੀ ESG ਹੈ, and he is handling 28 countries, ਉਹ ਮਤਲਬ ਕਈ ਗੱਲਾਂ ਕਰ ਰਹੇ ਸੀਗੇ। ਸੋ ਮੇਰੇ ਕਹਿਣ ਦਾ ਮਤਲਬ ਹੈ ਆਪਾਂ ਹੋਰ ਲੋਕਾਂ ਨੂੰ ਸੈਂਸਿਟਾਈਜ਼ ਕਰਨਾ ਇਸ ਚੀਜ਼ ਤੇ ਜਿੰਨੀ, ਔਰ ਉਸ ਕਰੋਨਾ ਤੋਂ ਬਾਅਦ ਮੈਂ ਉਹੀ ਕਹਿ ਰਿਹਾ ਕਿ ਜਿਹੜੀ ਆਕਸੀਜਨ 4 ਗੁਣਾ ਜ਼ਿਆਦਾ ਪ੍ਰੋਡਿਊਸ ਕਰਦੇ ਹੈ, ਆਪਾਂ ਆਕਸੀਜਨ ਸਿਲੰਡਰ ਖਰੀਦੇ, ਆਪਾਂ ਦੇਖਿਆ ਵੀ ਜਿੰਨੇ ਮਰਜ਼ੀ ਰਿਸੋਰਸਿਸ ਹੋ ਜਾਣ ਤਾਂ ਵੀ ਤੁਹਾਡੇ ਕੋਲ ਬੰਦੇ ਮਰ ਰਹੇ ਹੈਗੇ ਆ। तो आई थिंक बायोडाइवर्सिटी, ऑर्गेनिक फार्मिंग, लिमिटेड स्पेस, मैडिसिनल वैल्यू, मैं इत्थे नाम नहीं लेना चाहता, साडे कोल भाई साहब बैठे हैं, उन्होंने साडे को 2 महीने पहला विजिट किया, भाई साहब वो अज आए नहीं है, तो मैं उन्होंने रिटर्न गिफ्ट दिता है, तो सुहांजना ना मोरिंगा का पाउडर दिता, तो मेरे को ऑफिस आए पिछले महीने, तो मैंने कहते इकबाल जी मज़ा आ गया पाउडर लैके, एनर्जी लैवल 10 बजे तक पूरा रहिंदा है, तो पेट अज तक खराबी नहीं हुई कोई, सवेरे थोड़ी जी लै लईदा, फक्की लै लईदी है। सो मतलब हर चीज़ की मैडिसिनल वैल्यू जिहड़ी हैगी है, असी बहुत ज़्यादा दूर भज गए हैं। मैं 1-2 मिनट होर कहांगा क्योंकि साडे कोल आयुर्वैदिक एक्सपर्ट बैठे हैं इत्थे, एंड बड़े लोगों ने उन्होंने टीवी ते ही देखते हैं, 7-8 चैनल ते चले रहिंदे हैं। आचार्य मनीष जी साडे कोल बैठे हैं, तो इन्हां दा पहला हॉस्पिटल इत्थे चालू होया है जिहदे च इन्हां कोल जगह ही नहीं हैगी प्योर आयुर्वैदिक ट्रीटमेंट, शुगर रिवर्सल, किडनी फेलियर, डायलिसिस, मैक्सिमम पेशेंट आ रहे हैं इन्हां कोल, तो मैं उन्होंने एडवाइजर है, एक्सपेंशन दे विच उन्होंने असिस्ट कर रहे हैं उन्होंने। तो मेरे कहने का मतलब है कि असी पैसे अल्टीमेटली दवाइयां ते ही खर्चने हैं फिर, तो क्यों ना आप, मैं आप एनवायरनमेंट स्पैशलिस्ट इंजीनियर है, ऑल्दो मैं अपनी लाइन चेंज कर ली, फाइनेंस साइड आ गया, बट ये बहुत ज़रूरी है टू सेंसिटाइज पीपल। सो मैं इन्ने शब्द कहता होया मैं इको सिख की पूरी टीम नू बहुत बहुत मुबारकबाद देना, तो मैं चाहना भी साढ़े कुछ पतवंते सज्जन होर, आचार्य मनीष जी तुसी भी आ जाओ, JB सिंह असेस इन्फोटेक MD, परमजीत जी प्लीज़ RECD आ जाओ प्लीज़ सर, आप इन्होंने ऑनर करना भाई साहब। जसप्रीत जी साढ़े काउंसलर इस एरिए दे, पवनीत सिंह जिहड़े इत्थे दे कोआर्डीनेटर हैगे, तो 7 बजे ते हुण मैं लास्ट फाउंडर प्रेजिडेंट नूं सारिਆਂ ਨੂੰ ਕਹਾਂਗਾ, कितना खर्चा हो गया, 5 जंगल हुआ जगह भी पैसा ठीक है बलबीर सिंह जी, ठीक है जी, 5 जंगल, ठीक है जी, जगह साड़ी हिमाचल प्रदेश हले इंटर नहीं की, ठीक है। मैं हूँ कहांगा असी फाउंडर साहब नूं ऑनर करना चाहते हैं, सारे आ जान, साढ़े पतवंते सज्जन आ जान प्लीज़, आ जाओ सर, हाँ जी, नहीं मैं नहीं, तुसी आओ JB सिंह जी, give a big round of applause for the good work he is doing across the world। ਤੁਸੀਂ ਦੇਖ ਲਓ ਕਿ ਮਿਸਟਰ ਕਾਨ ਜੀ ਨੇ ਬੁਲਾ ਲਿਆ ਇਹਨਾਂ ਨੂੰ ਦਿੱਲੀ ਦੇ ਵਿੱਚ ਡਿਸਕਸ਼ਨ ਕਰਨ ਵਾਸਤੇ ਕਿ ਤੁਸੀਂ ਜੰਗਲ ਲਾਓ, 400 ਜੰਗਲ ਲੱਗ ਚੁੱਕੇ ਹੈ। ਹਾਂਜੀ, ਤੇ ਮੈਂ ਹੁਣ ਬਿਫੋਰ ਵੀ ਵਿਲ ਕਨਕਲੂਡ ਮੈਂ ਆਚਾਰਿਆ ਜੀ ਨੂੰ ਕਹਾਂਗਾ 2 ਮਿੰਟ ਦੇ ਦਿਓ ਸਾਨੂੰ। ਮੈਂ ਤੁਹਾਡਾ ਇੱਕ ਸੁਜੈਸ਼ਨ ਕਰਨਾ ਸੀ, ਜਿੱਥੇ ਵੀ ਜੰਗਲ ਆਉਂਦੇ ਨਾ ਉੱਥੇ ਇੱਕ ਬੋਰਡ ਲਗਾਈਏ ਆਪਾਂ ਕਿ ਕਿਹੜੀ ਕਿਹੜੀ ਜੜੀ ਬੂਟੀ ਦਾ ਕੀ ਹੈਲਥ ਬੈਨੀਫਿਟ ਹੈ। ਜਿਵੇਂ ਜਿੰਨਿਆਂ ਦੀ ਵੀ ਲੋਕਾਂ ਦੀ ਕਿਡਨੀ ਫੇਲ ਹੁੰਦੀ ਹੈ, ਉਹ ਸਿਰਫ ਕਾਸਨੀ ਤੇ ਗੋਖਰੂ ਨਾਲ ਰਿਵਰਸ ਹੁੰਦੀ ਹੈ। और मेरे नहीं पता ਤੁਹਾਡੇ जंगल में कासनी ते गोखरू लगता है कि नहीं लगता, वो भाई को पता होना है जिथे नेटिव है उथे लाओ। हाँ मतलब मैं वैसे गल कर रहा, लोगों की किडनी फेल हो जाती है, डायलिसिस कराते हैं, फिर वो फिर अल्टीमेटली उन्होंने ट्रांसप्लांट कराना पैंदा है,
ਅਗਰ ਆਪਾਂ ਮਾਡਰਨ ਪੈਥੀ ਦੀ ਗੱਲ ਕਰੀਏ। ਲੇਕਿਨ ਉਹੀ ਕਿਡਨੀ ਜੜੀ ਬੂਟੀਆਂ ਦੇ ਨਾਲ ਤੇ ਪਰਹੇਜ਼ ਕਰਕੇ ਡਾਈਟ ਵਗੈਰਾ ਨਾਲ ਮੇਨਟੇਨ ਹੋ ਜਾਂਦੀ ਹੈ, ਰਿਵਰਸ ਹੋ ਜਾਂਦੀ ਹੈ। ਐਵੇਂ ਸ਼ੂਗਰ ਵੀ ਹੋ ਜਾਂਦੀ ਹੈ ਲੇਕਿਨ ਉਹੀ ਗੱਲ ਹੈ, ਕਹਿਣਾ ਮੰਨਣਾ ਪੈਂਦਾ ਹੈ, ਸਾਰੀ ਗੱਲ ਹੈ। ਹੁਣ ਮੈਂ ਇਹਨਾਂ ਨੇ ਦੁੱਧ ਵਾਲੀ ਚਾਹ ਛੇੜਤੀ ਤੇ ਤੁਸੀਂ ਦੁੱਧ ਵਾਲੀ ਚਾਹ ਸਾਰੇ ਪੀਂਦੇ ਹੋ। ਮੈਂ ਤਾਂ ਗੁਰਦੁਆਰਿਆਂ 'ਚ ਜਾ ਕੇ ਲੜਾਈ ਕਰਦਾ ਕਿਉਂ ਪਵਾਉਂਦੇ ਲੋਕਾਂ ਜ਼ਹਿਰ, ਕਿਉਂਕਿ ਦੁੱਧ ਵਿੱਚ ਕੈਸੀਨ ਨਾਮ ਦਾ ਪ੍ਰੋਟੀਨ ਹੁੰਦਾ ਹੈ ਤੇ ਜਿਹੜੀ ਚਾਹ ਦੀ ਪੱਤੀ ਹੈ ਉਹਦੇ 'ਚ ਹੁੰਦਾ ਫਲੈਵੋਨਾਈਡ, ਤੇ ਜਦੋਂ ਵੀ ਕੈਸੀਨ ਤੇ ਫਲੈਵੋਨਾਈਡ ਆਪਸ ਵਿੱਚ ਟੱਚ ਵੀ ਕਰਦੇ ਆ ਨਾ, ਉਹ ਕੈਮੀਕਲ ਰਿਐਕਟ ਕਰਦੇ ਆ, ਉਹ ਲੀਵਰ ਵਾਸਤੇ ਬੜਾ ਨੁਕਸਾਨਦਾਇਕ ਹੁੰਦਾ ਹੈ। ਤੇ ਆਪਾਂ ਦੇਖੀਏ ਤੇ ਹਰ ਮੰਦਰ ਗੁਰਦੁਆਰੇ ਦੁੱਧ ਵਾਲੀ ਚਾਹ ਪ੍ਰਸ਼ਾਦੇ ਵੰਡਿੰਦੀ ਹੈ। ਉਹਨਾਂ ਨੂੰ ਕਈ ਵਾਰੀ ਕਿਹਾ ਦੁੱਧ ਹਟਾ ਦਿਓ, ਚਾਹ ਵੰਡੋ, ਤੁਹਾਨੂੰ ਕੋਈ ਦਿੱਕਤ ਨਹੀਂ, ਖਾਲੀ ਚਾਹ ਪੀਣਾ ਕੋਈ ਨੁਕਸਾਨ ਨਹੀਂ। और अगली बार इकबाल जी वाला दो ताली बातें करने की बात लंगर भी बताएगी है ना, हर्बल मिलेगी। हाँ मैं डब्बे भेजदा रहना, मैं क्या यही पवाया करो, लेकिन वो आदत है ना अपन शामी 5 बजे जाते अंदर कुछ होना शुरू हो जाता है, और कई लोगों को 11 बजे आदत है, किसी को 5 बजे आदत है। मैं कहना मैं ना वैसे तुसी लोग पुछ लो ज्यादा चंगा रहूगा। देखो जेड़ी भी बीमारी जिन्हों दुनिया ला इलाज कहती है, ईवन की भावें आप चश्मा भी ला के घूमी आते हैं, ये बड़ी आसानी से उतर जाता है। तुसी हैरान हो गए 0.25 नंबर का चश्मा सिर्फ 7 दिन उतर जाता है, ते 3 नंबर का चश्मा मैक्सिमम 1.5 to 2 महीने लगते हैं। सिर्फ एक छोटी जी एक्सरसाइज रोज करनी होती है। एवं ही कई चीज़ां ने, जिवें किडनी फेल है 3 महीने लगते हैं। 80% लोगों की बिना डायलिसिस तो वही किडनी काम कर लग जाती है। ठीक है, असी इहनूं देखो जिवें आ रिकॉर्डिंग करी जाते हैं, ये फसन वाला काम है। क्यों? हिंदुस्तान में कानून है, मैजिक रेमेडी एक्ट, शुगर ठीक कर देने असी कह नहीं सकते, असी किडनी ठीक कर सकते हैं लेकिन कह नहीं सकते। मतलब एक कानून है, मैजिक रेमेडी एक्ट 1940 का, अंग्रेज बना के गए सी। जिवें 1896 का अपने एक एपीडेमिक एक्ट चलता वेस्ट टाइम, जिन्होंने पैंडेमिक एक्ट कहते हैं। आप पूरा कोरोना से प्लैंडेमिक कहते हैं, पैंडेमिक नहीं कहते असी। साढ़े को एक भी पेशेंट है नहीं जिन्होंने असी दवाइयां नाल ठीक किया होवे, मतलब बिना दवाई तो 3 दिन तो 4 दिन के अंदर कोरोना लोगों का नेगेटिव हो जाता सी, क्योंकि कोरोना कोई बीमारी नहीं, सिंपल सर्दी जुकाम है जो पहले भी होंदा सीगा। उन्होंने बहुत बड़े लेवल पे, बहुत हाई लेवल के लोगों ने उनका बिजनेस बनाता ते पूरे वर्ल्ड की इकोनॉमी का भी ते लोगों का भी, नौकरियां भी, रोजगार भी बेड़ा गर्क करता। ते तुसीं वो सोच लो कि साडी बुद्धि इस तरह की हैगी है। अस तक क्लीयरली पैंडेमिक कहने अपना वीडियो चैनल भी उड़वा चुके हैं, सारे सारे ग्रुप के यूट्यूब चैनल डिलीट हो चुके हुए हैं, साढ़े सारे ग्रुप के फेसबुक चैनल डिलीट हो चुके हैं, दोबारा बनाते रहते नवे नवे। और असी वैबसाइट के थ्रू काम कर रहे हैं, क्योंकि जदों असी कुछ बोलते हैं किडनी वाले साडी कंप्लेंटा हो जाती हैं और साढ़े चैनल डिलीट हो जाते हैं। क्यों? असी बोलना सच लोगों को पसंद नहीं आता। असी कहते कोरोना सिंपल सर्दी जुकाम है। मैं तुहानूं एक छोटा सवाल पूछना, तुसीं सारे पढ़े लिखे लोग बैठे हो, मान लो तुहाडी शुगर 200 है, मान लो तुहाडी शुगर 200 है, खाली पेट तुसीं गोली खाधी, अगले दिन 150 आ गई, कभी दिमाग लाया 50 गई कित्थे, घटी किवें ते गई कित्थे हो? कभी सोचा अज तक भाई मेरी शुगर 200 सीगी, अगले दिन 150 आई गोली खान करके, वो जिहड़ी 50 पॉइंट मेरी माइनस हुई ब्लड चों, वो गई कित्थे? कि वो खर्च हुई, कि वो हजम हुई, या गई कित्थे? कभी सोचा आज तक? एक्सक्रीट हो गई। हाँ, किडनी से खून निकल, वो बॉडी नहीं मैडम, गलतफहमी है ना आप लोगों की, वो बॉडी में कहीं ना कहीं सेल्स में डिपॉजिट हो गई, जो फ्यूचर में या तो हार्ट की ब्लॉकेज का कारण बनेगी या किडनी फेल करेगी। तो इसलिए गोली खाना ज्यादा नुकसानदायक है। अगर वो 200 रहती है तो कम नुकसानदायक है, 200 को गोली खा के 150 करना ज्यादा नुकसानदायक है। ये मैं नहीं बोल रहा, इसकी भी रिसर्च आ चुकी हुई है। अगर आप चाहो तो 2018 में ACP गाइडलाइंस पढ़ लो, उसमें आ चुका है ये कि गोली खा के शुगर कंट्रोल करना ज्यादा नुकसानदायक है, बशर्ते आप उसको डाइट से मैनेज करो, ज्यादा बेटर है, नुकसान नहीं होगा किडनी पे और हार्ट पे। ऐसे बहुत सारी बातें हैं, किस दिन फिर कभी स्पेशल इकबाल जी बोलो साडा सेशन कर ले रखो लग तो फिर आप करांगे। सर लगदे आ हाइपोथायराइडिज्म वाली बात। देखो थायराइड कोई बीमारी ही नहीं है, ये एक बहुत बड़ा गेम है। भारत में 8 करोड़ लोगों को थायराइड है, रोज गोली खाते हैं। आपको क्या कहा जाता है? बापे का नाम बाद लेना, पहले गोली खाना। अच्छा, फिर गोली नहीं खाओगे तो क्या होगा? पहले तो मुझे ये बताओ। सर जो नहीं खावा दोपहर तो बाद पता लग जाता है कि दवाई नहीं खाई, क्योंकि आपको गोली की आदत पड़ गई ना। आप अगर गोली नहीं शुरू की थी तो मैं वो पूछ रहा हूँ। वो वेट बहुत ज्यादा गेन हो गया था।
ये किसने कहा आपको? ये सब हमारे मिथ हैं। मैं आपको एक फॉर्मूला बता रहा हूं, सबके काम का है। शुगर, बीपी और थायराइड तीनों सिर्फ उस फॉर्मूले से रिवर्स हो जाएंगे। 1 रुपए की भी गोली नहीं खानी पड़ेगी। शुगर तो 7 दिन में हो जाएगी, बीपी 1 से 2 महीने में हो जाएगा, थायराइड 3 से 5 महीने में हो जाएगा। ये हमारा एक्सपेरिमेंट है जो हम लोगों पे करते रहते हैं। 12 बजे तक सुबह नाश्ता, मतलब 12 बजे तक आपने जितना आपका वजन है गुणा 10 ग्राम आपने फ्रूट्स खाने हैं, कोई से भी 4 से 5 तरह के, सीजन के। ये ध्यान से सुन रहा ना, सीजन के, और 4 से 5 तरह के, कोई भी, चाहे मीठे। अगर आपको शुगर है तो आम खाओ, केला खाओ, कोई मतलब नहीं है, सब खाओ, कोई चक्कर नहीं है। 12 बजे तक सिर्फ फ्रूट्स खाना है, मतलब कोई चाय नहीं, कुछ। हाँ, गर्म पानी पी सकते हो, हर्बल टी पी सकते हो, जूस पी सकते हो, कोई दिक्कत नहीं। एक होता क्या, जब आप होटल में भी जाते हो ना और खाने में सलाद और खाना इकट्ठा आ जाए तो आपको लगता है आप खाना ही खाइए, जबकि करना पता क्या चाहिए, आप उसको बोलो पहले सिर्फ मुझे यही दे के जा, फिर वो दे के जा, तब आप कर पाओगे ऐसा। अगर आपको परोठे भी खाने हैं तो नाश्ते में पहले फ्रूट्स खा के फिर खा लो, भटूरे खाने खा लो, मना नहीं करते हम, लेकिन प्लेट उससे पहले फ्रूट या सलाद की खा लो। अगर आप ऐसा करते हो तो शुगर, बीपी और थायराइड की गोलियां बंद हो जाती हैं, ठीक है? बाकी फिर कभी करेंगे। थैंक यू, नमस्कार। थैंक यू इकबाल जी, एक बखरा रखो सेशन ਗੱਲ ਇਹ ਵੀ ਇਹਨਾਂ ਨੇ ਨਾ ਮੈਨੂੰ ਪਿਛਲੇ ਹਫਤੇ ਮੇਰੇ ਕੋਲ ਆਫਿਸ ਬੈਠੇ ਸੀਗੇ ਤੇ ਇਹਨਾਂ ਕੋਲ ਨਾ ਇਹਨਾਂ ਨੇ ਇੱਕ YouTube ਤੇ ਵੀਡੀਓ ਪਾਈ ਆਪਣੀ ਤੇ ਕਿੰਨੇ ਲੱਖ ਕਿਡਨੀ ਫੇਲ ਦੀ ਇਹਨਾਂ ਨੇ 2 ਕਰੋੜ ਵਿਊ ਆ ਗਏ ਇਹਨਾਂ ਨੂੰ ਘੰਟੇ 2 ਚ ਤੇ ਬੰਦੇ ਲਾਈਨਾਂ 'ਚ ਖੜੇ ਆ ਉੱਥੇ। ਹੁਣ ਸਾਡੇ ਕੋਲ ਪੇਸ਼ੈਂਟ ਅੰਦਰ ਡੇਰਾ ਬਸੀ ਜਗ੍ਹਾ ਨਹੀਂ ਹੈਗੀ ਵੀ ਬੱਚੀ ਪੇਸ਼ੈਂਟ ਰੱਖੀਏ ਕਿੱਥੇ ਅੰਦਰ। ਇਹ ਇਹਨਾਂ ਦੀ ਹਿੰਮਤ ਹੈ, ਇਹਨਾਂ ਨੇ ਸਾਨੂੰ ਨਾਲ ਦੀ ਨਾਲ 2 ਹਸਪੀਟਲ ਲੱਭਦੇ ਆ ਤੁਹਾਨੂੰ ਦੇ ਰਿਹਾ ਮੈਂ, ਇਹ ਕਿਰਾਏ ਤੇ ਲੈ ਲਓ, ਇਹ ਸੈਟਿੰਗ ਕਰਾ ਦਾਂ। ਨਾਲ ਨਾਲ ਲੱਭ ਵੀ ਦਿੱਤੇ ਇਹਨਾਂ, ਮਤਲਬ ਮੈਂ ਇਹਨਾਂ ਨੂੰ ਇੱਕ ਵਾਰ ਨੂੰ ਕਹਿੰਦਾ ਨਾ, all type solution। थैंक यू सर। Thank you, sir. Thank you, Acharya ji. Thank you, Rajman ji, for sparing valuable time. And thank you everybody for sparing valuable time. मेरे हिसाब नाल एक कप चाह दा और हो जाए। नहीं फिर लेमन ग्रास पा देने हैं स्पेशल। लेमन ग्रास बनाओ यार। ते और पकौड़े वगैरह दोबारा खाओ, सेकंड राउंड एक बार चालू कराओ प्लीज। So delighted, and we are very grateful to Sardar Iqbal Singh ji and his wonderful wife for hosting us here in Mohali in their farm, where they have planted over 1400 trees, forest, Guru Nanak Sacred Forest. So we are so delighted that the wonderful response from each one of the participants here. Many have already pledged 5 forests, 4 forests, 1 large forest. I'm sure ek ekad wala bhi koi hai. Anyway, so but this is an amazing response from the entire group here. ਤੇ ਅਸੀਂ ਇਹੀ ਬੇਨਤੀ ਕਰਾਂਗੇ ਕਿ we all can work together and transform at least Punjab, and then move on to transform India and then transform the world. We have the power, we can do it. Can we do it? Yes. Yes. So, akhir de vich, I would like Sardar Iqbal Singh ji, please give your message. No, my message is very clear. We should pledge for the protection of our future generation. You know, we should do something good, which we have to leave the legacy beyond our life. These plants are going to be there for maybe next 100 years. I may not be there for next 100 years. So I think this is the message which I would like to convey, and at the same time we have to make sure that we have to protect the environment where everybody is concerned about. Thank you very much. ਬਿਲਕੁਲ ਨਾਲ ਤੇ ਨਾਲ ਮੈਂ ਅਖੀਰ ਦੇ ਵਿੱਚ ਲਾਸਟ ਵਰਡ ਫਰਮ ਕੈਰੋ ਸਾਹਿਬ, ਗੁਰਪ੍ਰਤਾਪ ਸਿੰਘ ਕੈਰੋ, ਪਲੀਜ਼ ਗਿਵ ਯੋਰ ਬਲੇਸਿੰਗਸ, ਯੋਰ ਮੈਸੇਜ. I feel that most of
what I would like to say has already been said in very clear words. And what I am most delighted about is that Dr. Saab is actually promoting such a big cause, which this world, not only Punjab, but this whole world really needs it. So once again, I would like to thank Dr. Saab for his such endeavors, and which is going to benefit the whole planet, I would say. So thank you, Dr. Saab. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਥੈਂਕ ਯੂ।